ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਅਸੀਂ ਬੈਠੇ ਹਾਂ ਚੰਡੀਗੜ੍ਹ, ਜੋ ਇਹ ਸਾਡਾ ਸਾਂਝਾ ਵਿਹੜਾ ਜੋ ਸਿੱਖ ਚੈਨਲ ਤੋਂ ਹਰ ਮੰਗਲਵਾਰ ਤੁਸੀਂ ਦੇਖਦੇ ਹੋ। ਸਾਡੀ ਅੱਜ ਰਿਕਾਰਡਿੰਗ ਇੱਕ ਸਪੈਸ਼ਲ ਘਰ में ਹੋ ਰਹੀ ਆ, ਔਰ ਕੋਠੀ ਵੀ ਕਹਿ ਸਕਦੇ ਹਾਂ। ਤੇ ਇਹ ਜੋ ਅਸੀਂ ਅੱਜ ਸਪੈਸ਼ਲ ਪ੍ਰੋਗਰਾਮ ਲਿਆ ਰਹੇ ਹਾਂ ਚੰਡੀਗੜ੍ਹ ਤੋਂ, ਇਹ ਅਸੀਂ ਲਾਈਫ ਬਾਰੇ, ਲਾਈਫ ਇਨ ਚੰਡੀਗੜ੍ਹ ਜਿਸ ਤਰ੍ਹਾਂ ਪਹਿਲਾਂ ਵੀ ਹੁੰਦੀ ਸੀ ਔਰ ਇਸ ਵੇਲੇ ਵੀ ਹੈ। अगर चंडीगढ़ चेंज हो गया, चाहे नहीं ट्रैफिक वास्ते, पोल्यूशन वास्ते, जो भी साडे इन्वायरमेंटली फ्रेंडली, चाहे कह सकते हैं कल्चर कितना चेंज होया, और ਜਿਹੜੇ ਪਹਿਲਾਂ ਚੰਡੀਗੜ੍ਹ ਵਿੱਚ ਨਹੀਂ ਰਹਿਣ ਵਾਲੇ ਸੀਗੇ ਉਹਨਾਂ ਨੂੰ ਚੰਡੀਗੜ੍ਹ ਜਿਸ ਵੇਲੇ ਉਹ ਚੰਡੀਗੜ੍ਹ ਆਏ, ਅਗਰ ਉਹ ਪਿੰਡ ਤੋਂ ਆਏ ਚਾਹੇ ਹੋਰ ਕਿਸੇ ਸ਼ਹਿਰ ਤੋਂ ਆਏ, ਉਹਨਾਂ ਨੂੰ ਕਿਸ ਤਰ੍ਹਾਂ ਡਿਫਰੈਂਸ ਲੱਗਾ, ਇਹ ਅੱਜ ਆਪਾਂ ਇਸ ਤਰ੍ਹਾਂ ਗੱਲਬਾਤ ਕਰਾਂਗੇ। ਕਿਉਂਕਿ ਇਹ ਜੋ ਆ ਬਹੁਤ ਘੱਟ ਇਸ ਤਰ੍ਹਾਂ ਦੇ ਟੌਪਿਕ ਆਪਾਂ ਨੂੰ ਸਾਸੰਗ ਜੀ ਮਿਲਦੇ ਹੈਗੇ ਆ। ਤੇ ਮੈਂ ਜੋ ਇਸ ਵੇਲੇ ਮੇਰੇ ਨਾਲ ਭੈਣਾਂ ਬੈਠੀਆਂ, ਇਹਨਾਂ ਦਾ ਪਹਿਲਾਂ ਹੀ ਧੰਨਵਾਦ ਕਰਦਾ। ਮੇਰੇ ਨਾਲ ਇਹ ਪ੍ਰਪੇਅਰਡ ਹੋ ਕੇ फुलकारी चुन्नियां लैके सज के ब्यूटीफुल लग रही हैं, जिस तरह चंडीगढ़ दी है ना, कहते सिटी ब्यूटीफुल लगती है, उस तरह मेरिया भैन अज भी ब्यूटीफुल बहुत लग रही हैं। आओ जी, मैं पहला जो मेरे लैफ्ट साइड से बैठे हैं मनवीर भैन जी, जिन्हों की यह कोठी हैगी आ, ते इन्हां दा इस करके भी आप धन्नवाद करते हैं। तो वैसे असीं इन्हां नूं इंट्रोड्यूस करते। मनवीर भैन जी, वाहिगुरू जी का खालसा वाहिगुरू जी की फतेह। हाँ जी, इन्हां दे पास बैठे हैं आशा भैन जी, वाहिगुरू जी का खालसा वाहिगुरू जी की फतेह फतेह। हाँ जी, ते मेरे राइट हैंड साइड ते बैठे हैं भैन जी सरबजीत कौर। भैन जी, वाहिगुरू जी का खालसा वाहिगुरू जी की फतेह। ते उस दे नाल बैठे हैं साडे मैडम गीता जी। वाहिगुरू जी का खालसा वाहिगुरू जी की फतेह। ਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਮੈਨੂੰ ਆਪਣਾ ਅੱਜ ਸਾਥ ਦੇ ਰਹੇ ਆ ਇਸ ਸਪੈਸ਼ਲ ਪ੍ਰੋਗਰਾਮ ਤੇ ਮਨਵੀਰ ਭੈਣ ਜੀ, ਮੈਂ ਆਪ ਵੱਲ ਆਉਂਦੀ ਆ ਤੇ ਤੁਹਾਡੀ ਲਾਈਫ ਤੁਸੀਂ ਮੈਨੂੰ ਥੋੜੀ ਜਿਹੀ ਦੱਸੋ। ਚੰਡੀਗੜ੍ਹ ਦੇ ਵਿੱਚ ਸ਼ੁਰੂ ਹੋਈ ਸੀ ਔਰ ਕਿਸੇ ਹੋਰ ਸ਼ਹਿਰ ਦੇ ਵਿੱਚ ਹੋਈ ਆ? हाँ जी, मैं ना पटियाले दी रहन वाली हाँ। अच्छा, तदे बहुत फैशन करते हैं तुसी। पटियाले ही मेरा बर्थ भी पटियाले दा ते बड़ी भी मैं पटियाले हुई। अच्छा जी। पटियाला भी एक हिस्टोरिकल प्लेस है, जिथे गुरुद्वारा सिद्धू कुनवार साहब है, नौवें पातशाह उत्थे आए हन, गुरुद्वारा मोती बाग है, और वैसे भी उत्थे जो महाराजे दा महल है, लक्ष्मण झूला, काफी ऐसी जगह है। ते जेड़ा तुसी लक्ष्मण झूला कह रहे हैं ओ किस दा हैगा, कोई हिंदू प्लेस है चाहे सिखां दी जगह है? नहीं नहीं, ਉਹ ਮਹਾਰਾਜਾ ਜਿਹੜੇ ਸੀ ਉਸ ਟਾਈਮ ਦੇ, ਹਾਂਜੀ, ਉਹਨਾਂ ਦਾ ਹੀ ਬਣਾਇਆ ਹੋਇਆ, ਉਹਦੇ ਵਿੱਚ ਹੈ, ਮੋਤੀ ਮਹਿਲ ਵਿੱਚ ਹੈ। ਅੱਛਾ ਜੀ, ਲక్ష్మణ ਝੂਲਾ। ਉਹ ਅੱਜ ਕੱਲ ਜਿਵੇਂ ਲੋਕ ਦੇਖਣ ਜਾਂਦੇ ਆ ਉਸ ਨੂੰ, ਜਿਸ ਤਰ੍ਹਾਂ ਮੋਤੀ ਗੁਰਦੁਆਰਾ ਦੇਖਣ ਜਾਂਦੇ ਆ, ਦੁੱਖ ਨਿਵਾਰਨ ਸੇ ਰਾਜੇ ਦਾ ਮਹਿਲ ਦੇਖਣ ਜਾਂਦੇ ਆ, ਇਸ ਤਰ੍ਹਾਂ ਹੀ ਲక్ష్మణ ਝੂਲਾ ਵੀ ਦੇਖਣ ਜਾਂਦੇ ਆ। ਤੇ ਜਿਸ ਵੇਲੇ ਫਿਰ ਤੁਸੀਂ ਚੰਡੀਗੜ੍ਹ ਆਏ ਸੀ ਤੇ ਤੁਸੀਂ ਇੰਨੀ ਹਿਸਟੋਰੀਕਲ ਸਿਟੀ ਚ ਆਏ ਆ ਤੇ ਇੱਕ ਨਵੀਂ ਸਿਟੀ ਦੇ ਵਿੱਚ ਆ ਗਏ, ਤੁਹਾਨੂੰ ਕੀ ਇੱਥੇ ਦਾ ਡਿਫਰੈਂਸ ਲੱਗਾ? ਮੇਰਾ ਵਿਆਹ ਚੰਡੀਗੜ੍ਹ ਵਿੱਚ ਹੋਇਆ ਤੇ ਮੈਨੂੰ ਤੇ ਕਾਫੀ ਫਰਕ ਲੱਗਿਆ ਚੰਡੀਗੜ੍ਹ ਵਿੱਚ ਆ ਕੇ। अच्छा, और नहीं अच्छा लगा है। अच्छा, पर ये सी थोड़ा फर्क कि पटियाला बहुत रौनक वाला एरिया सी। हाँ हाँ। ते इत्थे आके जदों मेरा विआह होया सी 83 विच तां बहुत शांत सी। अच्छा, चंडीगढ़ दा माहौल ना किते ट्रैफिक सी, पोल्यूशन कुछ भी नहीं सी। अच्छा, आज दे चंडीगढ़ और उस दे चंडीगढ़ जमीन आसमान दा फर्क है। उस टाइम दा चंडीगढ़ बिल्कुल कितरे कितरे घर होंदे सी, किते किते लोग रहंदे सी। आज ते हर थां ते इन्ने खूबसूरत घर, इन्ने खूबसूरत कोठियां, रोड इन्नियां अच्छे बन गए, पार्क कितने अच्छे बन गए। हुण तां मन खुश हो जांदा देख के चंडीगढ़ ਨੂੰ। ਉਦੋਂ ਦੇ ਚੰਡੀਗੜ੍ਹ ਅੱਜ ਦੇ ਚੰਡੀਗੜ੍ਹ ਬਹੁਤ ਫਰਕ ਹੈ, ਬਹੁਤ ਬਿਊਟੀਫੁਲ ਸਿਟੀ। ਇਸ ਦਾ ਮਤਲਬ ਇਹ ਆ ਹੁਣ ਤੁਸੀਂ ਜ਼ਿਆਦਾ ਖੁਸ਼ ਆ ਪਹਿਲਾਂ ਨਾਲੋਂ? ਹਾਂਜੀ ਹਾਂਜੀ, ਬਹੁਤ ਬਹੁਤ ਖੁਸ਼ ਹਾਂ। ਹਾਂਜੀ, ਤੇ ਹਾਂਜੀ ਭੈਣ ਜੀ, ਤੁਸੀਂ ਸਰਜੀਤ ਭੈਣ ਜੀ, ਤੇ ਮੈਂ ਆਪ ਜੀ ਨੂੰ ਇਹੀ ਪੁੱਛਣਾ ਚਾਹੁੰਦੀ ਹਾਂ, ਤੁਹਾਡੀ ਲਾਈਫ ਚੰਡੀਗੜ੍ਹ ਤੋਂ ਆਉਣ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਸੀ? ਅਸੀਂ ਇੱਕ ਪਾਣੀਪਤ ਦੇ ਕੋਲ ਸਪੀਡੋ ਪਿੰਡ ਸੀ। ਅੱਛਾ ਜੀ। ਜਿਸ ਪਿੰਡ ਦੇ ਵਿੱਚ ਰਹਿੰਦੇ ਸੀ, ਸਾਡੀ ਚੰਗੀ ਫੈਮਿਲੀ ਵੀ ਸੀ ਤੇ ਸਿੱਖ ਧਰਮ ਦੇ ਵਿੱਚ ਜ਼ਿਆਦਾ ਅਟੱਟ ਸਿੱਖ ਜਿਵੇਂ ਹੁੰਦੇ ਆ ਇਵੇਂ ਰਹਿੰਦੇ ਸੀ। ਤੇ ਵੱਡੀ ਫੈਮਿਲੀ ਕਰਕੇ ਕੁਝ ਸਾਡਾ ਐਵੇਂ ਦਾ ਮਾਤਾ ਪਿਤਾ ਦਾ ਸੁਭਾਅ ਸੀ, ਦਾਦੀ ਜੀ ਦਾ ਸੀ ਵੀ ਜਿਹੜੀ ਸਭ ਤੋਂ ਵੱਡਾ ਹੈ ਦੁੱਖ ਤੁਹਾਨੂੰ ਇਹ ਦੱਸਾਂਗੀ ਜ਼ਰੂਰ। ਮੈਨੂੰ ਬਹੁਤ ਸ਼ੌਂਕ ਸੀ, ਮੇਰੇ ਨਾਲ ਦੀਆਂ ਫਰੈਂਡ ਪੜ੍ਹਨ ਜਾਂਦੀਆਂ ਸੀ, ਪਰ ਮੈਨੂੰ ਉਹਨਾਂ ਨੇ ਪੜ੍ਹਾਇਆ ਕੁਝ ਇਸ ਗੱਲ ਤੋਂ ਵੀ ਨਹੀਂ, ਘਰ ਦੇ ਕੰਮ ਸੀ
ਜਹੇਦਾਰ ਮੇਰਾ ਪਿਤਾ ਜੀ ਸੀ ਤੇ ਆਂਦੇ ਜਾਂਦੇ ਲੋਕ ਬਹੁਤ ਸੀ। ਮੈਂ ਰੋਟੀ ਤੇ ਅੱਛਾ ਜੀ, ਮੈਂ ਇੱਥੋਂ ਤੁਹਾਨੂੰ ਕੁਐਸਚਨ ਪੁੱਛਣਾ ਆ, ਇਸ ਤਰ੍ਹਾਂ ਤੇ ਨਹੀਂ ਸੀ ਔਰ ਤੁਸੀਂ ਸਿੱਖ ਪਰਿਵਾਰ ਦੇ ਸੀਗੇ ਤੇ ਉਹਨੀ ਚਾਹੇ ਖੇਤੀਬਾੜੀ ਕਰਨ ਵਾਲੇ ਸੀਗੇ ਤੇ ਇਸ ਕਰਕੇ ਉਹਨੇ ਸਮਝਿਆ ਨਹੀਂ ਜਾਣੀ ਕਿ ਜਿਹੜੀ ਔਰਤ ਆ ਚਾਹੇ ਸਾਡੀਆਂ ਲੜਕੀਆਂ ਬੇਟੀਆਂ ਆ ਉਹਨਾਂ ਨੂੰ ਪੜਾਉਣ ਦੀ ਜ਼ਰੂਰਤ ਹੈਗੀ ਆ। ਹਾਂਜੀ, ਇੱਥੋਂ ਤੱਕ ਸੀ ਵੀ ਬੇਟੀਆਂ ਨਾ ਪੜਨ ਤੇ ਨਾ ਹੀ ਬਾਹਰ ਜਾਣ, ਖੇਤੀ ਦਾ ਕੰਮ ਕਰਦੇ ਸੀ ਭਰਾ ਤੇ ਅਸੀਂ ਰੋਟੀ ਬਣਾਉਂਦੇ ਸੀ। ਤੇ ਉਦੋਂ ਸਾਡੇ ਜ਼ਮਾਨੇ ਦੇ ਵਿੱਚ ਐਸੀ ਸੀ ਗੱਡੀ, ਅਸੀਂ ਕੋਈ ਵਿੰਦੇ ਸੀ ਕਿਸੇ ਅਮੀਰ ਘਰਾਣੇ ਦੇ, ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਗੱਡੀ ਤੇ ਬਹਿ ਕੇ ਕਿਵੇਂ ਜਾਈਦਾ ਕਿਵੇਂ ਆਈਦਾ। ਜਦੋਂ ਸਾਡੇ ਵੱਡੇ ਵੀਰ ਜੀ ਦੀ ਸ਼ਾਦੀ ਹੋਈ ਉਹ ਵੀ ਅਸੀਂ ਟਰੱਕ ਤੇ ਲੈ ਕੇ ਗਏ ਸੀ। ਸਾਨੂੰ ਅੱਛਾ, ਟਰੱਕ ਦੇ ਵਿੱਚ ਫਿਰ ਟੌਰ ਤੇ ਨਹੀਂ ਨਿਕਲਿਆ ਟੌਰ ਤੇ ਨਹੀਂ ਪਤਾ, ਸਾਡੇ 2 ਟਰੱਕ ਗਏ ਸੀ, ਘਰ ਦੇ ਸੀ ਨਾ, ਜ਼ਿਮੀਂਦਾਰ ਹੋਏ। ਹਾਂਜੀ, ਤੇ ਮਤਲਬ ਗੱਡੇ ਬੈਲਾਂ ਦੇ ਸੀ, ਬੈਲਾਂ ਦੇ ਉੱਤੇ ਜਿਹੜੇ ਖੇਤਾਂ 'ਚ ਜਾਣਾ, ਕਪਾਈ ਚੁੱਕਣ ਜਾਂ ਕੋਈ ਮੂੰਗੀ ਦਾਲ ਚੁੱਕਣ ਜਾਣੀ ਤੇ ਖੇਤਾਂ ਉੱਤੇ ਬਹਿਣਾ, ਬਲਦਾਂ ਦੇ ਉੱਤੇ ਬਹਿ ਜਾਣਾ। ਤੇ ਮੈਨੂੰ ਬੜਾ ਤਰਸ ਜਾਂਦਾ ਸੀ ਵੀ ਇਹ ਬਲਦ ਵਿਚਾਰੇ ਜੀ, ਇਹਨਾਂ 'ਚ ਵੀ ਇਹ ਸਾਨੂੰ ਪੈਦਲ ਜਾਣ ਦਿਓ। ਤੇ ਅੱਛਾ, ਤੁਹਾਡਾ ਕਹਿਣ ਦਾ ਮਤਲਬ ਤੁਹਾਨੂੰ ਉਹਨਾਂ ਤੋਂ ਤਰਸ ਆਉਂਦਾ ਸੀ, ਪਰ ਜਿਸ ਵੇਲੇ ਅਸੀਂ ਬਾਹਰ UK ਤੇ ਦੇਖਦੇ ਆ ਪੁਰਾਣੇ ਗੱਡੇ ਔਰ ਬਲਦ, ਸਾਨੂੰ ਬਹੁਤ ਵਧੀਆ ਲੱਗਦੇ ਆ ਕਿਉਂਕਿ ਉਹ ਸੀਨਰੀ ਤੁਸੀਂ ਥੋੜਾ ਮੇਰੇ ਖਿਆਲ ਫੀਲ ਕਰਦੇ ਆ ਮੇਰੀ ਲਾਈਫ ਇੰਨੀ ਵਧੀਆ ਨਹੀਂ ਸੀਗੀ ਜਿਸ ਤਰ੍ਹਾਂ ਹੋਣੀ ਚਾਹੀਦੀ ਸੀ। ਪਰ ਅਸੀਂ UK ਦੇ ਰਹਿਣ ਵਾਲੇ, ਸਾਨੂੰ ਤੇ ਜੋ ਪਹਿਲੀ ਬਿਊਟੀ ਸੀਗੀ ਪੰਜਾਬ ਦੀ, ਗੱਡੇ ਦਿਸਦੇ ਹੁੰਦੇ ਸੀਗੇ, ਬਹਲ ਦਿਸਦੇ ਹੁੰਦੇ ਸੀ, ਪਿੰਡਾਂ ਦੇ ਵਿੱਚ ਮੱਝਾਂ ਹੁੰਦੀਆਂ ਸੀ, ਉਸ ਤਰ੍ਹਾਂ ਦੀ ਸੀਨਰੀ ਬੜੀ ਅੱਛੀ ਲੱਗਦੀ ਆ ਜੋ ਇਸ ਵੇਲੇ ਜਾ ਰਹੀ ਆ। ਨਹੀਂ ਜੀ, ਐਸੇ ਦੀ ਗੱਲ ਨਹੀਂ, ਮੱਝਾਂ ਗਾਵਾਂ ਸਭ ਕੁਝ ਹੀ ਹੁੰਦੀਆਂ ਸੀ ਘਰ ਵਿੱਚ। ਜਿਹੜੀਆਂ ਮੱਝਾਂ ਦਾ ਦੁੱਧ ਸੀ ਉਹ ਘਰਾਣੇ ਵਿੱਚ ਇਹੋ ਜਿਹੇ ਲੋਕ ਹੁੰਦੇ ਸੀ ਜਿਨ੍ਹਾਂ ਦੇ ਕੋਲ ਜ਼ਮੀਨਾਂ ਘੱਟ ਹੁੰਦੀਆਂ ਸੀ, ਉਹ ਵੇਚ ਲੈਂਦੇ ਸੀ। ਪਰ ਗਊ ਮਾਤਾ ਸਮਝ ਕੇ ਦੁੱਧ, ਭਾਵੇਂ 10 ਮੱਝਾਂ ਗਾਵਾਂ ਹੁੰਦੀਆਂ ਸੀ, ਉਹਨਾਂ ਦਾ ਦੁੱਧ ਸੀ ਵੇਚਿਆ ਨਹੀਂ ਸੀ। ਉਸ ਜ਼ਮਾਨੇ 'ਚ ਬੜਾ ਕਦਰ ਕੀਤਾ ਜਾਂਦਾ ਸੀ। ਪਰ ਖੇਤਾਂ ਵਿੱਚ ਰੋਟੀ ਲੈ ਕੇ ਜਾਣੀ ਹੈ, ਘੋੜੀ ਰੱਖੀ ਹੋਈ ਸੀ ਵੀ ਇੱਕ ਨੌਕਰ ਨੂੰ ਕਰਨਾ ਜਾਂ ਵੀਰ ਛੋਟੇ ਨੂੰ ਭੇਜਣਾ, ਘੋੜੀ ਦੇ ਉੱਤੇ ਭੇਜਣਾ। ਸਾਡੇ ਜ਼ਿੰਦਗੀ ਦੇ ਵਿੱਚ, ਸਾਨੂੰ ਲਾਈਫ ਦੇ ਵਿੱਚ ਬਾਹਰ ਉਹਨਾਂ ਨਹੀਂ ਜਾਣ ਦਿੱਤਾ। ਕਿਤੇ ਵੀ ਮੇਲੇ ਮੱਸਿਆ ਗੁਰਦੁਆਰੇ ਜਾਣਾ ਤੇ ਅਸੀਂ ਆਪਣੇ ਟਰੱਕ ਤੇ ਹੀ ਜਾਣਾ ਹੈ ਤੇ ਕਬਰ ਹੋ ਕੇ ਹੀ ਜਾਣਾ, ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਨੂੰ। ਹਾਂਜੀ, ਤੇ ਮੱਥਾ ਟੇਕ ਕੇ ਵਾਪਸ ਆ ਜਾਣਾ। ਸਾਡੇ ਮਨ ਵਿੱਚ ਸ਼ੌਂਕ ਸੀ, ਜਿਵੇਂ ਸਾਡੇ ਮੇਰੇ ਹੁੰਦੇ ਹੀ ਕਾਲਜ ਬਣਿਆ ਸੀ, ਆਦਰਸ਼ ਕਾਲਜ ਸਵੀਦਮ ਦਾ ਹੈ। ਅੱਛਾ, ਤੇ ਮੇਰੇ ਘਰ ਦੇ ਨੇੜੇ ਜ਼ਮੀਨਾਂ ਵੀ ਸਾਡੀਆਂ ਉੱਥੇ ਨੇ। ਪਰ ਮੈਨੂੰ ਬਹੁਤ ਸ਼ੌਂਕ ਸੀ, ਮੇਰੀਆਂ ਫਰੈਂਡ ਆਉਂਦੀਆਂ ਸੀ, ਸਾਨੂੰ ਦਰੀਆਂ ਜਿਵੇਂ ਵਿਆਹ 'ਚ ਬਣਾਈਆਂ ਜਾਂਦੀਆਂ, ਗਲੀਚੇ, ਖੇਸ, ਫੁਲਕਾਰੀਆਂ ਕੱਢੀਆਂ ਜਾਂਦੀਆਂ ਨੇ। ਅਸੀਂ ਇਹੀ ਕੰਮ ਕਰਦੇ ਕਰਦੇ ਸਾਡੇ 20 ਸਾਲ ਦੀ ਉਮਰ ਹੋਈ ਤੇ ਮੈਂ ਇੱਕ ਛੋਟੇ ਜਿਹੇ ਪਿੰਡ 'ਚ ਵਿਆਹੀ ਗਈ। ਤੇ ਵਿਆਹਣ ਤੋਂ ਬਾਅਦ ਮੇਰਾ ਹਸਬੈਂਡ, ਜਿਹੜਾ ਮੈਂ ਅੱਜ ਬੋਲ ਸਕਦੀ ਹਾਂ, ਤੇ ਉਸ ਵੇਲੇ ਸਰਦਾਰ ਜੀ ਹੀ ਬੋਲੇ, ਨਾਂ ਨਹੀਂ ਸੀ ਲਿਆ ਜਾਂਦਾ। ਹਾਂਜੀ, ਨਾਂ ਲੈਂਦੇ ਸੀ ਤੇ ਗਲਤ ਜਾਣੀ ਕਿ ਹੁਣ ਇਸ ਸਮੇਂ ਦੇ ਵਿੱਚ ਜਿਸ ਤਰ੍ਹਾਂ ਲੜਕੀਆਂ ਸਾਰੇ ਆਪਣੇ ਹਸਬੈਂਡਸ ਤੇ ਨਾਂ ਬੋਲਦੀਆਂ ਆ ਤੇ ਉਹਨਾਂ ਨੂੰ ਕੋਈ ਇਹਦੇ ਵਿੱਚ ਮੁਸ਼ਕਲ ਨਹੀਂ ਲੱਗਦਾ ਨਾਮ ਬੋਲਣ ਤੇ ਉਸ ਸਮੇਂ ਦੇ ਵਿੱਚ ਤੁਹਾਨੂੰ ਮੁਸ਼ਕਲ ਆ ਰਹੀ ਸੀ, ਚਾਹੇ ਤੁਹਾਨੂੰ ਤੁਹਾਡੇ ਪੇਰੈਂਟਸ ਨਾਲ ਦੱਸਿਆ ਗਿਆ ਸੀ, ਇਹ ਸਿੱਖਿਆ ਦਿੱਤੀ ਸੀ ਤੁਸੀਂ ਆਪਣੇ ਪਤੀ ਦਾ ਨਾਮ ਨਹੀਂ ਲੈਣਾ? ਨਹੀਂ ਜੀ, ਪਤੀ ਦਾ ਨਾਂ ਨਹੀਂ ਲੈਣਾ। ਤੇ ਸਰਦਾਰ ਜੀ ਕਹਿਣ ਲੱਗੇ ਵੀ ਸ਼ਰਮ ਜੀ ਆਉਂਦੀ ਸੀ। ਤੇ ਕਿਉਂ ਸਾਡੇ ਘਰ ਵਿੱਚ ਵੱਡੇ ਇੱਕ ਦੂਜੇ ਨੂੰ ਭਾਜੀ ਵੀਰ ਜੀ ਕਹਿੰਦੇ ਸੀ ਤੇ ਸਾਡੇ ਸਰਦਾਰ ਜੀ ਤੇ ਇਕੱਲੇ ਸੀ ਤੇ ਮੈਂ ਤੇ ਉਹਨਾਂ ਨੂੰ ਸਰਦਾਰ ਜੀ ਕਹਿਣਾ ਪਿਆ। ਫਿਰ ਸਰਦਾਰ ਜੀ ਕਹਿਣਾ ਪਿਆ, ਕਹਿਣਾ ਚਾਹੁੰਦੇ ਨਹੀਂ ਸੀਗੇ। ਨਹੀਂ, ਫਿਰ ਸਾਡੇ ਘਰ ਵਿੱਚ ਤੇ ਵੀਰ ਜੀ ਤੇ ਭਾਬੀ ਜੀ, ਭੈਣ ਜੀ, ਏਦਾਂ ਵੱਡੇ ਪਰਿਵਾਰ ਸੀ ਨਾ, ਇਸ ਲਈ ਫਿਰ ਸਾਨੂੰ ਬੋਲਣਾ ਪਿਆ, ਸਰਦਾਰ ਜੀ ਨੂੰ ਗੱਲ ਕਰਨੀ। ਤੇ ਬੱਚੇ ਤਾਂ 2 ਸਾਲ ਵਿਆਹ ਤੋਂ ਬਾਅਦ ਹੀ ਹੋਏ ਨੇ, ਜਾਂ ਡੈਡੀ ਮੰਮੀ ਜੋ ਵੀ ਕੁਝ ਕਹਿੰਦੇ ਨੇ ਬਾਅਦ 'ਚ ਹੀ ਹੋਇਆ, ਪਾਪਾ ਬੀਬੀ। ਤੇ ਚਲੋ ਠੀਕ ਹੈ ਜੀ, ਅਸੀਂ ਆਪ ਦੇ ਵਾਪਸ ਫੇਰ ਆਉਂਦੇ ਆ ਤੇ ਜੋ ਤੁਹਾਡੀ ਲਾਈਫ ਚੰਡੀਗੜ੍ਹ ਦੇ ਵਿੱਚ ਕਿਸ ਤਰ੍ਹਾਂ ਦੀ ਤੁਹਾਨੂੰ ਚੇਂਜ ਕਰ ਦਿੱਤਾ, ਮੋਰ ਫੈਸ਼ਨੇਬਲ ਹੋ ਗਏ ਆ ਅੱਜ। ਤੇ ਹੁਣ ਇਹ ਨਹੀਂ ਪਤਾ ਸ਼ੋਅ ਵਾਸਤੇ ਐਸਾ ਡਰੈਸ ਅਪ ਹੋ ਕੇ ਆਏ ਆ ਸਰਜੀ ਭੈਣ ਜੀ, ਔਰ ਇਸ ਤਰ੍ਹਾਂ ਹੀ ਹੁਣ ਰਹਿੰਦੇ ਆ ਆਪਾਂ। ਗੀਤਾ ਭੈਣ ਜੀ ਵੱਲ ਵੀ ਜਾਂਦੇ ਆ ਕਿਉਂਕਿ ਜੋ ਅੱਜ ਦਾ ਸਾਡਾ ਸ਼ੋਅ ਹੈਗਾ, ਅਸੀਂ ਡਿਫਰੈਂਟ ਕਲਚਰ ਔਰ ਟ੍ਰੈਡੀਸ਼ਨਲ ਲੇਡੀਜ਼ ਸਾਡੇ ਨਾਲ ਬੈਠੀਆਂ ਤੇ ਉਸ ਹਿਸਾਬ ਨਾਲ ਉਹਨਾਂ ਨੂੰ ਆਪਾਂ ਕੁਐਸਚਨਸ ਪੁੱਛਦੇ ਆ। ਇਹ ਆਪਣੇ ਸਰਜੀਤ ਭੈਣ ਜੀ ਸੀ ਜੋ ਸਿੱਖ ਪਰਿਵਾਰ ਦੇ ਵਿੱਚੋਂ ਆਏ ਸੀ, ਤਾਂ ਇਹਨਾਂ ਦਾ ਜੋ ਸਟੈਂਡਰਡ ਸੀ ਉਸ ਹਿਸਾਬ ਨਾਲ ਇਹਨੇ ਬਣਾਇਆ। ਤੇ ਹੁਣ ਅਸੀਂ ਗੀਤਾ ਭੈਣ ਜੀ ਵੱਲ ਜਾਂਦੇ ਆ ਜਿਹੜੇ ਹਿੰਦੂ ਪਰਿਵਾਰ ਦੇ ਵਿੱਚੋਂ ਆਏ ਹਨ ਤੇ ਅਸੀਂ ਉਹਨਾਂ ਨੂੰ ਪੁੱਛਦੇ ਆ ਕਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਜੋ ਕਲਚਰ ਸੀ ਔਰ ਟ੍ਰੈਡੀਸ਼ਨਲ ਸੀ, ਰਹਿਣੀ ਬਹਿਣੀ ਉਹ ਸੇਮ ਹੀ ਸੀਗੀ ਔਰ ਡਿਫਰੈਂਟ ਹੋ ਗਈ ਆ ਤੇ ਉਹਨਾਂ ਦੀ ਫੀਲਿੰਗ ਕਿਸ ਤਰ੍ਹਾਂ ਸੀਗੀ। ਹਾਂਜੀ,
ਮੈਂ ਅੰਬਾਲਾ ਕੈਂਟ ਦੀ ਰਹਿਣ ਵਾਲੀ ਆ ਅੱਛਾ ਪਰ ਜੀ। ਜਿਹੜੀ ਮੇਰੀ ਸ਼ਾਦੀ ਹੋਈ ਉਹ ਚੰਡੀਗੜ੍ਹ ਹੀ ਚ ਹੋਈ ਹੈ। ਅੱਛਾ। ਬਚਪਨ ਤੋਂ ਹੀ ਮੈਨੂੰ ਬੜਾ ਸ਼ੌਂਕ ਸੀ ਕਿ ਮੈਂ ਚੰਡੀਗੜ੍ਹ ਹੀ ਜਾਵਾਂ ਹਾਂਜੀ। ਕਿਉਂਕਿ ਮੈਨੂੰ ਚੰਡੀਗੜ੍ਹ ਬਹੁਤ ਹੀ ਸੋਹਣਾ ਲੱਗਦਾ ਸੀ। ਕਿਉਂ ਤੁਹਾਨੂੰ ਚੰਡੀਗੜ੍ਹ ਇੰਨਾ ਸੋਹਣਾ ਲੱਗਾ ਸੀ? ਜਦ ਛੋਟੇ ਹੁੰਦੇ ਸੀ ਆਂਦੇ ਸੀ ਇੱਥੇ ਇੰਝ ਲੱਗਦਾ ਸੀ ਇੰਨੀਆਂ ਖੁੱਲੀਆਂ ਸੜਕਾਂ, ਪੇੜਾਂ ਤੇ ਦੇਖਦੇ ਸੀ ਸੋਹਣੇ ਸੋਹਣੇ ਅੰਬ ਲਟਕੇ ਹੋਏ ਮੈਂ ਕਿਹਾ ਕਹਿਣ ਲੱਗੇ ਸੋਨਾ ਲਟਕ ਰਿਹਾ ਸੀ। ਨਹੀਂ ਨਹੀਂ ਸੋਹਣੇ ਸੋਹਣੀਆਂ ਸਾਫ ਜੀ। ਸੁਥਰੀਆਂ ਸੜਕਾਂ ਲੱਗਦੀਆਂ ਸੀ, ਇੰਝ ਲੱਗਦਾ ਸੀ ਇੱਥੇ ਦੇ ਰਹਿਣ ਵਾਲੇ ਤੇ ਬੜੇ ਕਿਸਮਤਵਾਨ ਹੈ, ਅਸੀਂ ਕਦ ਆ ਕੇ ਇੱਥੇ ਰਵਾਂਗੇ। ਪਰ ਉਹ ਸਾਡੀ ਵਾਹਿਗੁਰੂ ਨੇ ਕਿ ਇੰਜ ਕੀਤਾ ਕਿ ਸਾਡਾ ਵਿਆਹ ਹੀ ਚੰਡੀਗੜ੍ਹ ਹੋ ਗਿਆ ਔਰ ਬੜੇ ਹੀ ਖੁਸ਼ ਹੋਏ। ਅੱਛਾ ਜੀ। ਔਰ ਇੱਥੇ ਦਾ ਰਹਿਣਾ ਸਹਿਣਾ ਸਭ ਬਹੁਤ ਅੱਛਾ ਸੀ। ਤੇ ਜਿਸ ਤਰ੍ਹਾਂ ਤੁਸੀਂ ਹਿੰਦੂ ਪਰਿਵਾਰ ਦੇ ਵਿੱਚੋਂ ਆਏ ਆ ਤੇ ਹੁਣ ਮੈਂ ਦੇਖਦੀ ਆ ਆਪਣੇ ਦੋਸਤ ਮਿੱਤਰ ਸਿੱਖ ਪਰਿਵਾਰਾਂ ਦੇ ਵੀ ਹੈਗੇ, ਤੁਹਾਨੂੰ ਕਿਸ ਤਰ੍ਹਾਂ ਲੱਗਾ ਜਾਨੀ ਕਿ ਜੋ ਇੱਥੇ ਦਾ ਚੰਡੀਗੜ੍ਹ ਦਾ ਕਲਚਰ ਹੈ ਉਹ ਟ੍ਰੈਡੀਸ਼ਨ ਹੈ, ਬਹੁਤ ਮਿਕਸ ਕਲਚਰ ਹੈਗਾ ਜਿਸ ਤਰ੍ਹਾਂ ਸਾਡੇ ਯੂਕੇ ਦੇ ਵਿੱਚ ਹੁੰਦਾ ਹੈਗਾ, ਕੀ ਤੁਹਾਨੂੰ ਇਹ ਅੱਛਾ ਲੱਗਾ? ਚਾਹੇ ਤੁਸੀਂ ਆਪਣੇ ਆਪ ਨੂੰ ਚੇਂਜ ਕੀਤਾ ਹੋਏਗਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਸੀਗੇ? ਹਾਂਜੀ ਨਹੀਂ ਨਹੀਂ ਮੇਰਾ ਤਾਂ ਜਿਹੜੀਆਂ ਮੇਰੀਆਂ ਸਹੇਲੀਆਂ ਵੀ ਸੀ ਸਭ ਇੱਥੇ ਵੀ ਅਕੈਡਮੀ ਮੈਂ ਵੀ ਆਂਦੀ ਹੁੰਦੀ ਸੀ ਇੱਥੇ ਭਾਈ ਬਲਵਿੰਦਰ ਸਿੰਘ ਦੀ ਜਿਹੜੀ ਅਕੈਡਮੀ ਸੀ ਤੇ ਹੁਣ ਮੈਂ ਵੀ ਸਰਦਾਰਨੀ ਹੋਈ ਬਣ ਗਈ ਤੇ ਹੁਣ ਮੈਨੂੰ ਸਾਰੇ ਕਹਿੰਦੇ ਵੀ ਹੁਣ ਤੁਸੀਂ ਹਿੰਦੂ ਤਾਂ ਰਹੇ ਨਹੀਂ, ਤੁਸੀਂ ਤਾਂ ਸਰਦਾਰਨੀ ਬਣ ਗਏ। ਚਲੋ ਤੁਸੀਂ ਕਹਿ ਰਹੇ ਆ ਤੁਸੀਂ ਵੀ ਹੁਣ ਸਰਦਾਰਨੀ ਬਣ ਰਹੇ ਆ, ਪਰ ਮੈਂ ਦੇਖਦੀ ਆ ਤੁਹਾਡੇ ਬਾਲ ਤੇ ਕੱਟੇ ਹੋਏ, ਜਾਨੀ ਕਿ ਤੁਸੀਂ ਇੱਕ ਫੈਸ਼ਨ ਤੌਰ ਤੇ ਕੱਟੇ ਹੋ ਆਪਣੇ, ਚਾਹੇ ਤੁਸੀਂ ਤੁਹਾਡੀ ਵੈਸੇ ਹੀ ਤੁਹਾਡਾ ਹੁਣ ਕਲਚਰ ਬਣ ਗਿਆ, ਚਾਹੇ ਤੁਸੀਂ ਯੂਜ਼ਡ ਟੂ ਹੋ ਗਏ ਸ਼ੋਰਟ ਕੱਟ ਬਾਲ ਰੱਖਣੇ। ਹਾਂਜੀ ਉਹ ਯੂਜ਼ ਟੂ ਹੋ ਗਿਆ ਕਿਉਂਕਿ ਸ਼ੁਰੂ ਤੋਂ ਹੀ ਮਤਲਬ ਪੇਰੈਂਟਸ ਦੇ ਘਰ ਵਿੱਚ ਵੀ ਕੋਈ ਐਸੀ ਰੁਕਾਵਟ ਨਹੀਂ ਸੀ ਕਿ ਫੈਸ਼ਨ ਨਹੀਂ ਕਰਨਾ, ਇੰਜ ਨਹੀਂ ਕਰਨਾ। ਇੱਥੇ ਜਦ ਮੈਰਿਜ ਹੋਈ ਤੇ ਉਹ ਵੀ ਬੜੇ ਖੁੱਲੇ ਵਿਚਾਰਾਂ ਦੇ ਸੀ ਤੇ ਫਿਰ ਇਹ ਚੀਜ਼ ਮੇਰੀ ਸ਼ੁਰੂ ਤੋਂ ਹੀ ਚੱਲ ਰਹੀ ਹੈ। ਠੀਕ ਹੈ, ਆਪਾਂ ਇੱਧਰ ਵੀ ਸਹੇਲੀਆਂ ਆਪਣੀਆਂ ਜਿਹੜੀਆਂ ਵੀ ਮਿਲੀਆਂ ਉਹ ਸਭ ਸਰਦਾਰ ਜੀ ਸਾਰੇ ਸੀਗੇ ਤੇ ਉਹਨਾਂ ਨਾਲ ਮੈਂ ਉਹ ਵੀ ਕਰਦੀ ਆ ਪਰ ਆਪਣੇ ਧਰਮ ਦਾ ਵੀ ਨਾਲ ਨਾਲ। ਨਹੀਂ ਇਹ ਬਹੁਤ ਵੱਡੀ ਗੱਲ ਕਹੀ ਆ ਗੀਤਾ ਭੈਣ ਜੀ ਕਰਕੇ ਸਿੱਖ ਧਰਮ ਵੀ ਇਹੀ ਕਹਿੰਦਾ ਜੋ ਤੁਹਾਡਾ ਕਲਚਰ ਹੈਗਾ, ਜੋ ਤੁਹਾਡਾ ਧਰਮ ਹੈਗਾ ਉਹਦੇ ਵਿੱਚ ਸਹੀ ਰਹਿਣਾ ਹੈਗਾ ਤੇ ਬਾਕੀ ਜੋ ਆਪਣੇ ਧਰਮ ਹੈਗੇ ਉਹਨਾਂ ਨੂੰ ਪੂਰਾ ਸਤਿਕਾਰ, ਹਾਂਜੀ ਸਤਿਕਾਰ ਦੇਣਾ, ਰਿਸਪੈਕਟ ਦੇਣੀ ਆ। ਅਗਰ ਆਪਾਂ ਰਿਸਪੈਕਟ ਦੇਵਾਂਗੇ ਤੇ ਫਿਰ ਹੀ ਅਸੀਂ ਇੱਕ ਦੂਸਰੇ ਦੇ ਨਾਲ ਰਹਿ ਸਕਾਂਗੇ, ਨਹੀਂ ਤਾਂ ਬਹੁਤ ਕੌਨਫਲਿਕਟਸ ਆ ਜਾਂਦੀਆਂ। ਦੂਸਰਾ ਮੈਂ ਤੁਹਾਨੂੰ ਇਹ ਕੁਐਸਚਨ ਪੁੱਛਣਾ ਚਾਹੁੰਦੀ ਆ, ਹੁਣ ਜਿੱਦਾਂ ਤੁਸੀਂ ਅਸਾਂ ਹਿੰਦੂਇਜ਼ਮ ਦੇ ਵਿੱਚ ਕੀ ਬਾਲ ਕੱਟ ਸਕਦੇ ਚਾਹੇ ਨਹੀਂ ਕੱਟ ਸਕਦੇ? ਨਹੀਂ ਕੱਟ ਸਕਦੇ, ਤੁਸੀਂ ਜੋ ਕੁਝ ਵੀ ਕਰੋ ਐਸਾ ਨਹੀਂ, ਕੋਈ ਰੁਕਾਵਟ ਨਹੀਂ ਹੈ। ਤੁਸੀਂ ਇਸ ਧਰਮ ਵਿੱਚ ਰਹਿ ਕੇ ਚਾਹੇ ਕੋਈ ਫੈਸ਼ਨੇਬਲ ਕੱਪੜੇ ਪਾਓ, ਕੁਝ ਪਾਓ, ਕੋਈ ਰੁਕਾਵਟ ਨਹੀਂ। ਬਾਕੀ ਆਪਣੇ ਘਰ ਦਾ ਕਲਚਰ ਹੈ ਵੀ ਕੋਈ ਜ਼ਿਆਦਾ ਸਖਤ ਹੁੰਦੇ ਉਹ ਨਹੀਂ ਪਾਉਣ ਦਿੰਦੇ। ਉਹ ਮੈਂ ਆਪ ਜੀ ਨੂੰ ਇਸ ਕਰਕੇ ਕੁਐਸਚਨ ਪੁੱਛਿਆ ਹੈਗਾ ਕਿਉਂਕਿ ਜ਼ਿਆਦਾ ਆਪਾਂ ਪੁਰਾਣੀਆਂ ਦੇਵਤੀਆਂ ਦੀਆਂ ਮੂਰਤੀਆਂ ਦੇਖੀ ਦੀਆਂ ਹੈਗੀਆਂ ਤੇ ਉਹਨਾਂ ਦੇ ਹਮੇਸ਼ਾ ਬਾਲ ਲੰਬੇ ਸ਼ੋਕ ਕੀਤੇ ਹੁੰਦੇ ਆ, ਖੁੱਲੇ ਹੁੰਦੇ ਆ, ਤੇ ਉਸ ਬੇਸ ਨਾਲ ਮੈਂ ਆਪ ਜੀ ਨੂੰ ਕੁਐਸਚਨ ਪੁੱਛਿਆ ਹੈਗਾ ਕਿਉਂਕਿ ਜੋ ਸਾਡੇ ਲਿਸਨਰਸ ਹੈਗੇ ਆ ਫਿਰ ਉਹਨਾਂ ਨੂੰ ਸਮਝ ਲੱਗ ਜਾਵੇ ਜਿਸ ਤਰ੍ਹਾਂ ਸਿੱਖ ਪਰਿਵਾਰ ਦੇ ਵਿੱਚ ਇੱਕ ਅੰਮ੍ਰਿਤ ਛਕ ਕੇ ਆਪਾਂ ਬਾਲ ਨਹੀਂ ਕੱਟ ਸਕਦੇ ਕਿ ਇਸ ਤਰ੍ਹਾਂ ਜਾਨੀ ਕਿ ਹਿੰਦੂ ਕਲਚਰ ਦੇ ਵਿੱਚ ਸੇਮ ਹੈਗਾ ਔਰ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੈ? ਹਾਂਜੀ ਐਸੀ ਕੋਈ ਮੁਸ਼ਕਲ ਨਹੀਂ ਹੈ ਇਸ ਧਰਮ ਵਿੱਚ। ਮੈਂ ਹੁਣ ਕਈ ਵਾਰ ਅਸੀਂ ਪੂਜਾ ਕਰਦੇ ਹੋਏ ਵੀ ਸਾਡੀ ਚੁੰਨੀ ਉਤਰ ਜਾਂਦੀ ਹੈ ਤੇ ਤਾਂ ਵੀ ਕੋਈ ਬੁਰਾ ਨਹੀਂ ਮੰਨਿਆ ਜਾਂਦਾ। ਉਹ ਤੇ ਮੈਂ ਦੇਖਦੀ ਆ ਆਪ ਜੀ ਨੂੰ ਹੁਣ ਵੀ ਮੁਸ਼ਕਲ ਆ ਰਹੀ ਆ ਚੁੰਨੀ ਸਿਰ ਤੇ ਰੱਖਣ ਦੀ, ਪਰ ਚਲੋ ਕੋਈ ਨਹੀਂ, ਕਰਕੇ ਇਹ ਸਿੱਖ ਚੈਨਲ ਦਾ ਹੁੰਦਾ ਹੈ। ਅਗਰ ਆਪਾਂ ਆਪਣੇ ਕਲਚਰ ਦੀ ਗੱਲ ਕਰ ਰਹੇ ਹਾਂ ਔਰ ਸਿੱਖ ਧਰਮ ਦੀ ਗੱਲ ਕਰ ਰਹੇ ਹਾਂ, ਇੱਕ ਉਹਨਾਂ ਦਾ ਹੈਗਾ ਟ੍ਰੈਡੀਸ਼ਨ ਜਾਨੀ ਕਿ ਆਪਾਂ ਆਪਣਾ ਸਿਰ ਢੱਕ ਕੇ ਰੱਖੀਏ। ਹੁਣ ਆਪਾਂ ਚੱਲਦੇ ਆ ਆਸ਼ਾ ਭੈਣ ਜੀ, ਤੁਸੀਂ ਵੀ ਇੱਕ ਹਿੰਦੂ ਪਰਿਵਾਰ ਦੇ ਹਾਂ ਤੇ ਤੁਸੀਂ ਸਾਨੂੰ ਦੱਸ ਸਕਦੇ ਜਿਸ ਵੇਲੇ ਤੁਸੀਂ ਯੰਗ ਸੀ ਤੁਹਾਡੀ ਲਾਈਫ ਕਿਸ ਤਰ੍ਹਾਂ ਦੀ ਸੀ ਔਰ ਚੰਡੀਗੜ੍ਹ ਆ ਕੇ ਕਿਸ ਤਰ੍ਹਾਂ ਬਦਲ ਗਈ ਆ? ਮੈਂ ਪਾਣੀਪਤ ਤੋਂ ਰਹਿਣ ਵਾਲੀ ਹਾਂ, ਹਿੰਦੂ ਪਰਿਵਾਰ ਤੋਂ ਹਾਂ ਤੇ ਸਾਡੇ ਜਿਹੜੇ ਬਜ਼ੁਰਗ ਸੀ ਸਾਰੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਸੀ। ਫਿਰ ਸਾਡੇ ਦਾਦੀ ਜੀ ਨੇ ਸਾਨੂੰ ਪੰਜਾਬੀ ਪੜ੍ਹਨਾ ਸਿਖਾਇਆ ਤੇ ਅਸੀਂ ਗ੍ਰੰਥ ਸਾਹਿਬ ਨੂੰ ਮੰਨਣ ਲੱਗ ਗਏ। ਜਦ ਮੇਰਾ ਵਿਆਹ ਹੋਇਆ ਤੇ ਅਸੀਂ ਹਿਸਾਰ ਰਹਿੰਦੇ ਸੀਗੇ, ਫਿਰ ਇਹਨਾਂ ਦੀ ਜੌਬ ਚੰਡੀਗੜ੍ਹ ਲੱਗ ਗਈ, ਫਿਰ ਅਸੀਂ ਚੰਡੀਗੜ੍ਹ ਆ ਗਏ। ਇਹਨਾਂ ਕੌਣ ਹੈਗੇ ਆ? ਮੇਰੇ ਹਸਬੈਂਡ। ਅੱਛਾ ਜੀ, ਹਾਂਜੀ ਠੀਕ ਹੈ। ਮੇਰੇ ਹਸਬੈਂਡ ਦੀ ਜੌਬ ਚੰਡੀਗੜ੍ਹ ਲੱਗ ਗਈ ਤੇ ਅਸੀਂ ਚੰਡੀਗੜ੍ਹ ਆ ਗਏ। ਅੱਛਾ ਜੀ, ਚੰਡੀਗੜ੍ਹ ਆ ਕੇ ਅਸੀਂ ਸਾਡੀ ਲਾਈਫ ਥੋੜੀ ਠੀਕ ਹੋ ਗਈ। ਪਹਿਲੇ ਜੁਆਇੰਟ ਫੈਮਿਲੀ ਥੋੜੀ ਪ੍ਰੋਬਲਮ ਤੁਸੀਂ ਕਹਿ ਰਹੇ ਆ ਠੀਕ ਹੋਈਆਂ, ਅੱਜ ਜੁਆਇੰਟ ਫੈਮਿਲੀ ਕਰਕੇ ਠੀਕ ਹੋ ਗਏ, ਫਿਰ ਇਕੱਲੇ ਰਹਿਣ ਲੱਗ ਗਏ, ਚਾਹੇ ਵੈਸੇ ਫਾਈਨੈਂਸ਼ਲੀ ਠੀਕ ਹੋ ਗਏ? ਫਾਈਨੈਂਸ਼ਲੀ ਦੋਨੇ ਪ੍ਰੋਬਲਮ ਸੀ। ਜੁਆਇੰਟ ਫੈਮਿਲੀ ਵਿੱਚ ਵੀ ਥੋੜੀ ਪ੍ਰੋਬਲਮ ਆਉਂਦੀ ਸੀ, ਫਾਈਨੈਂਸ਼ਲੀ ਵੀ ਆਉਂਦੀ ਸੀ। ਅੱਛਾ ਜੀ,
ਉਸ ਤੋਂ ਬਾਅਦ ਥੋੜਾ ਜਦ ਚੰਡੀਗੜ੍ਹ ਆਏ ਤਾਂ ਥੋੜਾ ਸਾਡਾ ਠੀਕ ਹੋ ਗਿਆ ਮਤਲਬ ਤੇ ਜਿਸ ਵੇਲੇ ਤੁਸੀਂ ਯੰਗ ਸੀਗੇ ਕੀ ਤੁਹਾਡੇ ਪੇਰੈਂਟਸ ਬਲੀਵ ਕਰਦੇ ਸੀ ਕਿ ਬੇਟੀਆਂ ਨੂੰ ਪੜਾਉਣਾ ਚਾਹੀਦਾ ਔਰ ਨਹੀਂ? ਹਾਂਜੀ ਕਰਦੇ ਸੀਗੇ। ਮੈਂ ਪੜ੍ਹੀ ਹਾਂ ਹਾਈ ਸੈਕੰਡਰੀ ਤੱਕ ਪੜ੍ਹੀ ਹਾਂ। ਅੱਛਾ ਜੀ ਠੀਕ ਹੈ। ਹਾਂ ਬਹੁਤ ਵਧੀਆ। ਇਹ ਤਾਂ ਹੈਗਾ ਕਰਕੇ ਕਈ ਪਿੰਡਾਂ ਸ਼ਹਿਰਾਂ ਦੇ ਵਿੱਚ ਚਲੋ ਸ਼ਹਿਰ ਤੇ ਘੱਟ ਹੈਗੇ ਆ ਜਿਹੜੇ ਬੈਕਵਰਡ ਵਿਲੇਜਸ ਹੈਗੀਆਂ ਉੱਥੇ ਹੱਲੇ ਵੀ ਹੈਗਾ ਜਿਹੜੀਆਂ ਲੜਕੀਆਂ ਆ ਉਹਨਾਂ ਨੂੰ ਨਹੀਂ ਪੜਾਉਣਾ। ਪਰ ਆਪਣੇ ਪੰਜਾਬ ਦੇ ਵਿੱਚ ਮੈਂ ਇਹ ਦੇਖਦੀ ਹਾਂ ਅੱਜ ਕੱਲ੍ਹ ਲੜਕੀਆਂ ਪੜ੍ਹ ਜਾਂਦੀਆਂ, ਜੋ ਬੇਟੇ ਹਨ ਉਹ ਪਹਿਲਾਂ ਹੀ ਹਟ ਜਾਂਦੇ ਆ, ਚਾਹੇ ਉਹਨਾਂ ਨੂੰ ਹੋ ਜਾਂਦਾ ਆਈਲੈਟ ਕਰਕੇ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਚਲ ਜਾਈਏ। ਇਹ ਕਿਉਂ ਹੋ ਰਿਹਾ ਇਹ ਤੁਸੀਂ ਮਨਵੀਰ ਭੈਣ ਜੀ ਤੁਸੀਂ ਆਨਸਰ ਕਰ ਸਕਦੇ ਆ। ਐਕਚੁਅਲੀ ਪਹਿਲੇ ਜਿਵੇਂ ਕੁੜੀਆਂ ਨੂੰ ਘੱਟ ਪੜਾਉਂਦੇ ਸੀ, ਹੁਣ ਪੇਰੈਂਟਸ ਦੀ ਵੀ ਸੋਚ ਬਦਲ ਗਈ ਹੈ ਕਿ ਕੁੜੀਆਂ ਨੂੰ ਪੜਾਉਣਾ ਚਾਹੀਦਾ। ਹੁਣ ਕੁੜੀਆਂ ਪੜ ਗਈਆਂ, ਮੁੰਡਿਆਂ ਨੂੰ ਦਿਖਦਾ ਜੀ ਸਾਡੇ ਇੰਨੇ ਕਿੱਲੇ ਜ਼ਮੀਨ ਹੈ, ਸਾਡਾ ਇਹ ਹੈ। ਜ਼ਿਆਦਾਤਰ ਜੱਟ ਫੈਮਿਲੀ ਦੇ ਲੜਕੇ ਬਾਹਰ ਗਏ, ਪੜਾਈਆਂ ਛੋੜ ਦਿੰਦੇ ਨੇ, ਉਹ ਆਪਣੇ ਕਿੱਲਿਆਂ ਦੇ ਕਿੱਲੇ ਵੇਚਦੇ ਆ ਔਰ ਬਾਹਰ ਚਲੇ ਜਾਂਦੇ ਆ। ਬਾਹਰ ਜਾ ਕੇ ਉਹਨਾਂ ਨੂੰ ਪਤਾ ਡਾਲਰ ਕਮਾਵਾਂਗੇ ਤੇ ਇਸ ਤਰ੍ਹਾਂ ਕਰਾਂ, ਇਸ ਕਰਕੇ ਕੁੜੀਆਂ ਜ਼ਿਆਦਾ ਪੜ ਰਹੀਆਂ। ਨਾਲੇ ਜੇ ਕੁੜੀਆਂ ਪੜ ਕੇ ਅਗਲੇ ਪਰਿਵਾਰ ਵਿੱਚ ਜਾਂਦੀਆਂ ਉਹਨਾਂ ਨੇ ਕਿ ਅਗਲੇ ਪਰਿਵਾਰ ਦੇ ਆਪਣੇ ਬੱਚਿਆਂ ਨੂੰ ਪੜਾਉਣਗੀਆਂ, ਜੇ ਖੁਦ ਪੜੀਆਂ ਹੋਣਗੀਆਂ ਆਪਣੇ ਬੱਚਿਆਂ ਨੂੰ ਪੜਾਉਣਗੀਆਂ। ਪਰ ਇਹ ਜ਼ਰੂਰ ਹੈ ਕਿ ਅੱਜ ਕੱਲ ਪਹਿਲੇ ਵਰਗੇ ਪਰਿਵਾਰ ਨਹੀਂ ਹੈ, ਜੁਆਇੰਟ ਫੈਮਿਲੀ ਨਹੀਂ ਹੈ। ਪਹਿਲਾਂ ਸਾਡੇ ਚੰਡੀਗੜ੍ਹ ਤੁਸੀਂ ਕਹਿ ਰਹੇ ਚਾਹੇ ਸਾਰੇ ਪੰਜਾਬ ਚ ਔਰ ਹਿੰਦੁਸਤਾਨ ਦੇ ਵਿੱਚ ਨਹੀਂ, ਸਾਰੇ ਪੰਜਾਬ ਵਿੱਚ ਲੈ ਲਓ, ਹਰ ਥਾਂ ਤੇ ਇੰਡੀਆ ਵਿੱਚ ਪੂਰੇ ਲੈ ਲਓ। ਅੱਜ ਕੱਲ ਕੋਈ ਰੇਅਰ ਫੈਮਿਲੀ ਹੈ ਜਿਹਦੇ ਤਾਏ ਚਾਚੇ ਸਭ ਇਕੱਠੇ ਰਹਿੰਦੇ ਨੇ, ਤਾਈ ਵੀ ਹੋਏ ਚਾਚੀ ਵੀ ਹੋਏ, ਤਾਈ ਨੇ ਬੱਚੇ ਨੂੰ ਪਾਲਿਆ ਜੀ, ਕਈ ਦਰਾਣੀਆਂ ਕਹਿੰਦੀਆਂ ਇਸ ਨੂੰ ਮੇਰੀ ਭਰਜਾਈ ਜਠਾਣੀ ਨੇ ਪਾਲਿਆ। ਪਰ ਅੱਜ ਕੱਲ ਉਹ ਮਾਹੌਲ ਨਹੀਂ ਮਿਲਦਾ। ਉਹ ਪਹਿਲੇ ਵਾਲਾ ਮਾਹੌਲ ਬਹੁਤ ਅੱਛਾ ਸੀ। ਅੱਜ ਕੱਲ ਤਾਂ ਹਰ ਘਰ ਵਿੱਚ ਪਹਿਲੇ ਕੰਮ ਵਾਲੀਆਂ ਲੱਗੀਆਂ ਹੁੰਦੀਆਂ, ਕੰਮ ਉਦੋਂ ਤਾਂ ਸਵੇਰ ਦੀ ਇੱਕ ਜਠਾਣੀ ਬਣਾਏਗੀ, ਦੁਪਹਿਰ ਦਾ ਖਾਣਾ ਦਰਾਣੀ ਬਣਾਏਗੀ, ਰਾਤ ਨੂੰ ਇਹ ਬਣਾਏਗੀ, ਸੱਸ ਵੀ ਨਾਲ ਕਰਾਉਂਦੀ ਹੈ। ਪਰ ਹੁਣ ਉਹ ਗੱਲਾਂ ਪਹਿਲੇ ਵਾਲੀਆਂ ਨਹੀਂ ਰਹੀਆਂ, ਹਰ ਕੋਈ ਅਲੱਗ ਰਹਿ ਕੇ ਖੁਸ਼ ਹੈ। ਹਾਂਜੀ ਪ੍ਰਧਾਨ ਜੀ, ਔਰ ਚਲੋ ਤੁਹਾਡਾ ਨਿਕ ਨੇ ਮੈਨੂੰ ਪਤਾ ਲੱਗਾ ਪ੍ਰਧਾਨ ਜੀ ਹੈਗੇ ਆ, ਕਿੰਨਾ ਸੋਹਣਾ ਪ੍ਰਧਾਨ ਜੀ, ਤੁਹਾਨੂੰ ਪਤਾ ਨਹੀਂ ਮੈਨੂੰ ਕਿਉਂ ਬੁਲਾਉਂਦੇ ਆ, ਪਰ ਚਲੋ ਸਰਬਜੀਤ ਵੀ ਬਹੁਤ ਹੀ ਆ ਨਾਮ ਹੈਗਾ ਆ ਤੁਹਾਡਾ। ਪਰ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿਉਂਕਿ ਤੁਸੀਂ ਕਹਿ ਰਹੇ ਸੀ ਤੁਸੀਂ ਇੱਕ ਛੋਟੇ ਪਿੰਡ ਕੋਲੋਂ ਆਏ ਆ, ਕੀ ਤੁਹਾਨੂੰ ਉਹ ਲਾਈਫ ਜਿਹੜੀ ਜੁਆਇੰਟ ਫੈਮਿਲੀ ਦੀ ਸੀ ਉਹ ਅੱਛੀ ਲੱਗਦੀ ਸੀ, ਔਰ ਜੋ ਤੁਸੀਂ ਇਸ ਵੇਲੇ ਚੰਡੀਗੜ੍ਹ ਰਹਿ ਰਹੇ ਆ ਆਪਣੇ ਆਪ ਤੇ ਆਪਣੇ ਬੱਚੇ ਵੀ ਤੁਹਾਡੇ ਮੇਰੇ ਖਿਆਲ ਬਾਹਰ ਚਲੇ ਗਏ ਹੈਗੇ ਆ, ਇਹ ਤੁਹਾਨੂੰ ਲਾਈਫ ਅੱਛੀ ਲੱਗਦੀ ਆ? ਜੀ ਸਾਨੂੰ ਚੰਡੀਗੜ੍ਹ ਪਿੰਡ ਚ ਆ ਕੇ, ਜਿੱਥੇ ਪਿੰਡ ਚ ਸੀ ਉਹ ਵੀ ਛੋਟਾ ਪਿੰਡ ਸੀ ਤੇ ਉਤੋਂ ਸਾਨੂੰ ਮੇਰਾ ਕੁਝ ਦਿਲ ਵੀ ਨਹੀਂ ਲੱਗਣਾ ਸੀ ਕਿਉਂ ਇਕੱਲੇ ਸਰਦਾਰ ਜੀ ਸੀ ਤੇ ਮਾਤਾ ਜੀ ਸੀ। ਤੇ ਫਿਰ ਜਦੋਂ ਅਸੀਂ ਉਹਨਾਂ ਨੇ ਸਾਨੂੰ ਚੰਡੀਗੜ੍ਹ ਲੈ ਕੇ ਆਏ, ਇੱਥੇ ਆ ਕੇ ਵੇਖ ਕੇ ਲੋਕਾਂ ਨੂੰ ਬੜੀ ਖੁਸ਼ੀ ਦੀ ਚੜੀ, ਚੜ੍ਹਦਿਆਂ ਫਿਰ ਥੋੜਾ ਬੱਚੇ ਹੋਏ। ਬੱਚਿਆਂ ਨੂੰ ਤੁਸੀਂ ਇਸ ਤਰ੍ਹਾਂ ਨਹੀਂ ਸੋਚਿਆ ਜਿਸ ਤਰ੍ਹਾਂ ਪਹਿਲਾਂ ਮੈਂ ਸੋਚਿਆ ਖਰੇ ਆਪਣੀ ਗੀਤਾ ਭੈਣ ਜੀ ਕਹਿਣ ਲੱਗੇ ਜੋ ਇੱਥੇ ਦੇ ਆ ਟਰੀਸ ਹੈਗੇ, ਦਰਖਤ ਹੈਗੇ, ਉਹਨਾਂ ਦੇ ਉੱਪਰ ਸੋਨਾ ਲੱਗਾ ਆ? ਨਹੀਂ ਸੋਨਾ ਨਹੀਂ ਲੱਗਾ, ਮੈਂ ਦਰਖਤਾਂ ਸੋਨੇ ਅੰਬ ਲੱਗੇ। ਮੈਂ ਤੇ ਖੇਤਾਂ ਦੇ ਵਿੱਚੋਂ ਹੀ ਆਈ ਸੀ, ਦਰਖਤਾਂ ਦੇ ਵਿੱਚੋਂ ਅੰਬ, ਉੱਥੇ ਤਾਂ ਫਿਰ ਸੋਨਾ ਲੱਗਾ ਹੀ ਸੀ। ਲੱਗਾ ਹੀ ਸੀ। ਮੈਨੂੰ ਸਭ ਤੋਂ ਵਧੀਆ ਚੰਡੀਗੜ੍ਹ ਇਦੋਂ ਲੱਗਾ, ਜੋ ਮੇਰੇ ਮਨ 'ਚ ਖਵਾਇਸ਼ ਸੀ ਪੜ੍ਹਨ ਦੀ, ਮੈਨੂੰ ਪੜ੍ਹਨ ਨਹੀਂ ਦਿੱਤਾ। ਮੈਂ ਕਿਹਾ ਅਗਰ ਪਰਮਾਤਮਾ ਨੇ, ਇਹ ਸਰਦਾਰ ਜੀ ਬਹੁਤ ਪੜ੍ਹੇ ਲਿਖੇ ਸੀ, ਅੱਛੀ ਨੌਕਰੀ ਸੀ, ਫਿਰ ਬੱਚੇ ਹੋਏ, ਬੇਟੀਆਂ ਨੇ 2, ਛੋਟਾ ਬੇਟਾ ਹੋਇਆ, ਇੰਜੀਨੀਅਰਿੰਗ ਕਰਾਈ, ਪੜ੍ਹਾਇਆ ਲਿਖਾਇਆ, ਚਾਹੇ ਸਾਡਾ ਇਕੱਲੇ ਦੀ ਤਨਖਾਹ ਕਿ ਮੈਂ ਤਾਂ ਪੜ੍ਹੀ ਨਹੀਂ ਸੀ, ਮੈਂ ਲੱਗਣਾ ਕਿੱਥੇ ਸੀ, ਮੈਂ ਤੇ ਸਰਦਾਰ ਜੀ ਦੇ ਪਿੱਛੇ ਲੱਗੀ ਸੀ। ਅੱਛਾ ਜੀ, ਮੈਂ ਇੱਥੇ ਪ੍ਰਧਾਨ ਜੀ ਹੋ ਸਕਦਾ ਸਾਡੀ ਭੈਣ ਜੀ ਤੁਹਾਨੂੰ ਥੋੜਾ ਜਿਹਾ ਹੌਸਲਾ ਮਿਲ ਜਵੇ। ਉਦੋਂ ਜਿੱਦਾਂ ਮੈਂ ਇੰਗਲੈਂਡ ਦੇ ਵਿੱਚ ਹੀ ਜਾਣੀ ਕਿ ਵੱਡੀ ਹੋਈ ਹਾਂ, ਮੈਂ 8 ਸਾਲ ਦੀ ਸੀ ਜਿਸ ਵੇਲੇ ਮੈਂ ਇੱਥੋਂ ਚਲ ਗਈ ਸੀ। ਤੇ ਮੇਰੇ ਪੇਰੈਂਟਸ ਵੀ ਥੋੜੇ 올ਡ ਫੈਸ਼ਨ ਸੀਗੇ ਤੇ ਉਹਨੇ ਸੋਚਿਆ ਅਗਰ ਅਸੀਂ ਲੜਕੀਆਂ ਨੂੰ ਪੜਾਵਾਂਗੇ ਤੇ ਖਰਾਬ ਹੋ ਜਾਊਗੇ, ਤੇ ਉਹਨੇ ਮੈਨੂੰ ਪੜਾਇਆ ਨਹੀਂ ਸੀ। ਤੇ ਫਿਰ ਜਿਸ ਵੇਲੇ ਮੇਰੀ ਸ਼ਾਦੀ ਹੋ ਗਈ, ਮੇਰਾ ਬੇਟਾ ਵੀ ਹੋ ਗਿਆ, ਤੇ ਉੱਥੇ ਇੰਗਲੈਂਡ ਦੇ ਵਿੱਚ ਇਸ ਤਰ੍ਹਾਂ ਹੁੰਦੇ, ਉੱਥੇ ਤੁਸੀਂ ਨਾਈਟ ਕਾਲਜ ਜਾ ਸਕਦੇ ਹੋ, ਦਿਨੇ ਵੀ ਤੁਹਾਨੂੰ ਓਪਰਚੁਨਿਟੀਜ਼ ਮਿਲ ਜਾਂਦੀਆਂ ਐਸ ਮੈਚਿਓਰ ਸਟੂਡੈਂਟਸ। ਤੇ ਫਿਰ ਮੈਂ ਜੋ ਕੁਝ ਵੀ ਆਪਣੀ ਪੜ੍ਹਾਈ ਕੀਤੀ ਮੈਂ ਵਿਆਹ ਤੋਂ ਬਾਅਦ ਕੀਤੀ ਆ। ਤੇ ਫਿਰ ਮੈਂ ਪਹਿਲਾਂ ਮੈਨੂੰ ਵੀ ਇਸ ਤਰ੍ਹਾਂ ਲੱਗਦਾ ਸੀ, ਮੇਰੇ ਵੱਡੇ ਸਿਸਟਰ ਸੀ ਉਹ ਕਹਿ ਰਹੇ ਸੀ ਮੇਰੇ ਪੇਰੈਂਟਸ ਨੂੰ ਨਹੀਂ ਤੁਹਾਨੂੰ ਮੈਨੂੰ ਪੜਾਉਣਾ ਚਾਹੀਦਾ, ਤੇ ਪਰ ਉਹਨਾਂ ਨੂੰ ਇਹ ਡਰ ਸੀ ਆ ਕੁੜੀਆਂ ਖਰਾਬ ਹੋ ਜਾਊਗੀਆਂ, ਕੁਛ ਹੋ ਨਾ ਜਾਵੇ, ਸਾਡੀ ਇੱਜ਼ਤ ਨਾ ਲੈ ਜਾਣ। ਮੈਂ ਤੇ ਇਹ ਮਨਵੀਰ ਭੈਣ ਜੀ ਸੋਚਦੀ ਹੁੰਦੀ ਸੀ। ਇੱਕ ਵਾਰ ਮੈਂ ਆਪਣੇ ਫਾਦਰ ਨੂੰ ਕਿਹਾ, ਪਾਪਾ ਤੁਸੀਂ ਇੱਜ਼ਤ ਕਹੀ ਜਾਂਦੇ, ਇੱਜ਼ਤ ਕੀ ਹੁੰਦੀ ਆ? ਹਨਾ, ਤੇ ਕਿਉਂਕਿ ਉਹ ਸਮਿਆਂ ਦੇ ਵਿੱਚ
ਐਕਸਪਲੇਨ ਨਹੀਂ ਕਰਦੇ ਸੀਗੇ, ਬਸ ਇਹੀ ਕਹਿ ਦਿੰਦੇ ਸੀ ਇਸ ਤਰ੍ਹਾਂ ਨਹੀਂ ਹੋਣਾ। ਤੇ ਸੋ ਤਦ ਕਰਕੇ ਥੋੜੀ ਮੁਸ਼ਕਲ ਆ ਰਹੀ ਸੀ, ਪਰ ਜੋ ਵੀ ਮੈਂ ਕਰਨਾ ਸੀ ਵਿਆਹ ਤੋਂ ਬਾਅਦ ਕੀਤਾ। ਸੋ ਮੈਂ ਲੱਕੀ ਸੀਗੀ, ਮੇਰੇ ਹਸਬੰਡ ਨਾਲ ਮੈਨੂੰ ਨਹੀਂ ਸਟਾਪ ਕੀਤਾ, ਉਹ ਵੀ ਚਾਹੁੰਦੇ ਸੀਗੇ ਜੋ ਮੇਰੀ ਐਂਬੀਸ਼ਨ ਹੈਗੀ ਆ ਉਹ ਪੂਰੀ ਹੋ ਜਾਵੇ। ਕਿ ਮੈਂ ਆਪ ਜੀ ਵੱਲ ਆਉਂਦੀ ਹਾਂ ਆਸ਼ਾ ਭੈਣ ਜੀ, ਕਿ ਇਸ ਵੇਲੇ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਹੈ women ਵਾਸਤੇ opportunities? ਜਾਣੀ ਕਿ ਜੇ ਔਰਤ ਤੁਹਾਡਾ ਵਿਆਹ ਹੋ ਗਿਆ ਤੇ ਤੁਸੀਂ ਪਹਿਲਾਂ ਤੁਹਾਡੇ ਪੈਰੈਂਟਸ ਨਾਲ ਤੁਹਾਡੇ ਉੱਪਰ ਰਿਸਟ੍ਰਿਕਸ਼ਨਸ ਲਾਤੀਆਂ, ਤੁਸੀਂ ਇਹ ਕੰਮ ਨਹੀਂ ਕਰ ਸਕਦੇ, ਪਰ ਜਿਸ ਵੇਲੇ ਤੁਹਾਡਾ ਵਿਆਹ ਹੋ ਜਾਂਦਾ ਆ ਇਸ ਵੇਲੇ ਇਸ ਮਾਡਰਨ ਲਾਈਫ ਦੇ ਵਿੱਚ, ਇੱਕ ਮਾਡਰਨ ਚੰਡੀਗੜ੍ਹ ਸਿਟੀ ਦੇ ਵਿੱਚ ਰਹਿੰਦੇ ਆ, ਤੁਹਾਨੂੰ ਬੇਸਿਕਲੀ ਜੋ ਸਾਡੇ ਕਲਚਰ ਬੈਕਵਰਡ ਹੋਵੇ ਤਾਂ ਉਹ ਜਿਹੜੀਆਂ ਮੁਸ਼ਕਲਾਂ ਆ ਇਸ ਵੇਲੇ ਆ ਰਹੀਆਂ, ਜਾਣੀ ਕਿ ਇੱਕ ਲੜਕੀ ਨੂੰ ਪੜਾਉਣਾ ਨਹੀਂ ਚਾਹੀਦਾ। ਪੜਾਉਣ ਬਾਰੇ ਤਾਂ ਨਹੀਂ ਆ ਰਹੀ ਹੈ, ਬਾਕੀ ਹੋਰ ਗੱਲਾਂ ਤੇ ਕਰਦੀ ਹੈ, ਬਾਹਰ ਜਾਣਾ ਕਿਤੇ ਇਕੱਲੇ ਨਹੀਂ ਆਉਣਾ ਜਾਣਾ। ਹਾਂ ਹਾਂਜੀ, ਉਹ ਮੁਸ਼ਕਿਲ ਆਉਂਦੀ ਹੈ, ਪੜਾਉਣ ਬਾਰੇ ਨਹੀਂ ਆਈਆਂ, ਬੱਚਿਆਂ ਨੂੰ ਪੜਾਇਆ ਹੈ। ਤੇ ਅੱਛਾ, ਜਿਹੜੀ ਉਹ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਇੱਥੇ ਆ ਰਹੀਆਂ? ਮਤਲਬ ਜਿਸ ਤਰ੍ਹਾਂ ਹੁਣ ਤੁਸੀਂ ਕਿੱਥੇ ਜਾਣਾ ਹੈ, ਹਾਂ ਹਾਂ, ਮਤਲਬ ਜੈਂਟਸ ਦੇ ਨਾਲ ਹੀ ਜਾਣਾ, ਇਕੱਲੇ ਨਹੀਂ ਜਾ ਸਕਦੇ। ਅੱਛਾ, ਕਿਉਂਕਿ ਇੱਥੇ ਦਾ ਮਾਹੌਲ ਬਹੁਤ ਅੱਛਾ ਨਹੀਂ ਹੈਗਾ, ਜਾਣੀ ਕਿ ਬਾਹਰ ਕੁਝ ਹੋ ਜਾਏਗਾ, ਔਰਤ ਦੀ ਇੱਜ਼ਤ ਲੁੱਟੀ ਜਾਏਗੀ, ਇਸ ਤਰ੍ਹਾਂ ਡਰਿਆ। ਤੇ ਔਰ ਵੈਸੇ ਜਾਣੀ ਕਿ ਔਰਤ ਨੂੰ ਇੰਡੀਪੈਂਡੈਂਟ, ਜੋ ਉਹਨਾਂ ਦੇ ਹਸਬੰਡ ਜਾਂ ਫੈਮਿਲੀ ਮੈਂਬਰਸ ਔਰਤ ਨੂੰ ਇੱਕ ਇੰਡੀਪੈਂਡੈਂਟਲੀ ਨਹੀਂ ਰਹਿਣਾ ਚਾਹੁੰਦੇ, ਇੰਡੀਪੈਂਡੈਂਟਲੀ ਨਹੀਂ ਰਹਿਣਾ ਚਾਹੀਦਾ। ਹਾਂਜੀ, ਉਹ ਜਾਣੀ ਕਿ ਉਹ ਇੰਡੀਪੈਂਡੈਂਸ ਨਹੀਂ ਦਿੱਤੇ, ਕਿਤੇ ਅਸੀਂ ਮੁੜ ਕੇ ਹੋਰ ਯੂਨੀਵਰਸ ਨਾ ਚੱਲ ਜਾਈਏ। ਹਾਂਜੀ ਮਨਵੀਰ ਜੀ, ਤੁਹਾਡਾ ਇਹਦੇ ਉੱਪਰ ਕੀ ਖਿਆਲ ਹੈ? ਇਸ ਤਰ੍ਹਾਂ ਮੇਰਾ ਤਾਂ ਇਹ ਖਿਆਲ ਹੈ ਕਿ ਅੱਗੇ ਨਾਲੋਂ ਤੇ ਬਹੁਤ ਫਰਕ ਹੈ। ਮੇਰੇ ਹਿਸਾਬ ਨਾਲ ਅੱਜ ਲੇਡੀਜ਼ ਪੂਰੀਆਂ ਜੈਂਟਸ ਦੇ ਨਾਲ ਹੋ ਕੇ ਚੱਲੀਆਂ, ਕੱਲੀਆਂ ਜਾਂਦੀਆਂ, ਗੱਡੀ ਚਲਾਉਂਦੀਆਂ, ਇੱਧਰ ਜਾਂਦੀਆਂ ਉੱਧਰ ਜਾਂਦੀਆਂ, ਐਸੀ ਕੋਈ ਰੋਕ ਟੋਕ ਨਹੀਂ ਹੈ। ਕੁਝ ਪਰਿਵਾਰ ਹੈ ਜਿਨ੍ਹਾਂ ਵਿੱਚ, ਸਾਡੇ ਘਰਾਂ ਵਿੱਚ ਹੈ, ਹਾਂ ਸਾਡੇ ਚ ਨਹੀਂ ਜੀ, ਜਿੱਥੇ ਰੋਕ ਟੋਕ ਹੈ, ਪਰ ਹੁਣ ਬਹੁਤ ਮਾਹੌਲ ਬਦਲ ਗਿਆ। ਹੁਣ ਤਾਂ ਤੁਸੀਂ ਦੇਖੋ 11 ਵਜੇ ਵੀ ਆਪ ਤਾਂ ਲੇਡੀ ਚਾਹੇਗੀ, ਆਪਣੀ ਲੜਕੀ ਨੂੰ ਕਹੇਗੀ ਜਾ ਉੱਥੋਂ ਇਹ ਸਮਾਨ ਲਿਆ ਬੇਟਾ ਜਲਦੀ ਕਰ। ਅਗਰ ਤੁਹਾਡੇ ਘਰ ਤੁਹਾਡੀ ਲੜਕੀ ਯੰਗ ਹੈ ਔਰ ਘਰ ਹੋਰ ਕੋਈ ਵੀ ਨਹੀਂ, ਤਾਂ ਇਵੇਂ ਨਹੀਂ ਲੱਗੇਗਾ ਤੁਸੀਂ ਇਕੱਲੇ ਹੋ। ਤੁਹਾਡੇ ਨਾਲ ਤੁਹਾਡੀ ਬੇਟੀ ਪੂਰਾ ਜਾਏਗੀ, ਸਾਥ ਦੇਗੀ। ਇੱਥੋਂ ਜੋ ਸ਼ਾਪਿੰਗ ਕਰਨੀ ਹੈ, ਕੁਝ ਕਰਨਾ ਹੈ, ਕੋਈ ਗੈਸਟ ਆ ਗਿਆ ਉਹਨਾਂ ਲਈ ਕੁਝ ਲੈ ਕੇ ਆਣਾ, ਲੜਕੀ ਲਿਆ ਕੇ। ਅੱਗੇ ਦੇ ਮਾਹੌਲ ਤੇ ਅੱਜ ਦੇ ਮਾਹੌਲ ਵਿੱਚ ਬਹੁਤ ਜ਼ਿਆਦਾ ਫਰਕ ਹੈ। ਅੱਛਾ ਮਨਵੀਰ ਭੈਣ ਜੀ, ਮੈਨੂੰ ਤੇ ਇਸ ਤਰ੍ਹਾਂ ਲੱਗਦਾ ਕਿਉਂਕਿ ਤੁਸੀਂ ਆਪ ਖੁਦ ਮਾਡਰਨ ਹੈਗੇ, ਮਾਡਰਨ ਖਿਆਲਾਂ ਦੇ ਹੈਗੇ, ਤੇ ਫਿਰ ਤੁਸੀਂ ਉਸ ਹਿਸਾਬ ਨਾਲ ਆਪਣੀ ਫੈਮਿਲੀ ਨੂੰ ਮੇਰਾ ਖਿਆਲ ਇੰਡੀਪੈਂਡੈਂਟਲੀ ਹੋ ਸਕਦਾ ਹੈ। ਇਹ ਵੀ ਕਿਉਂਕਿ ਮੇਰੇ ਹਸਬੰਡ ਬਹੁਤ, ਮੈਂ ਜਦੋਂ ਆਈ ਸੀ ਬਹੁਤ ਐਡਵਾਂਸ ਸੀ, ਮੇਰੇ ਪੇਕਿਆਂ ਤੋਂ ਬਹੁਤ ਜ਼ਿਆਦਾ। ਮੈਂ ਵਿਆਹ ਕੇ ਆਈ ਸੀ, ਮੈਂ ਇਹਨਾਂ ਨੂੰ ਹਮੇਸ਼ਾ ਹੀ ਕਹਿੰਦੀ ਸੀ, ਮੈਂ ਕਿ ਇਹ ਤੁਸੀਂ ਬੜੇ ਐਡਵਾਂਸ ਹੋ, ਮੇਰੇ ਘਰ ਜਾ ਕੇ ਇਸ ਤਰ੍ਹਾਂ ਦੀ ਗੱਲ ਨਾ ਕਰਨਾ। ਇਸ ਤਰ੍ਹਾਂ ਬਹੁਤ ਰੋਕਦੀ ਸੀ, ਪਹਿਲੇ ਹੀ ਸਮਝਾਉਂਦੀ ਸੀ। ਰੋਕਦੇ ਸੀਗੇ, ਅਸੀਂ ਆਪੋਜ਼ਿਟ ਹੋਈਦਾ। ਨਹੀਂ, ਮੈਂ ਕਹਿੰਦੀ ਸੀ ਉੱਥੇ ਜਾ ਕੇ ਮੇਰੇ ਘਰਦਿਆਂ ਦੇ ਹਿਸਾਬ ਗੱਲ ਕਰਨਾ, ਪਰ ਹੁਣ ਮੈਂ ਆਪ ਹੀ ਇਹਨਾਂ ਵਰਗੀ ਬਣ ਗਈ ਆ। ਅੱਛਾ, ਉਹ ਤਾਂ ਬਹੁਤ ਵਧੀਆ ਹੈ। ਹਾਂਜੀ ਹਾਂਜੀ, ਉਹ ਤੇ ਹੌਲੀ ਹੌਲੀ ਐਡਜਸਟ ਹੋਣਾ ਪੈਂਦਾ ਹੈਗਾ। ਪ੍ਰਧਾਨ ਜੀ, ਤੁਹਾਡਾ ਕੀ ਸੀਗਾ ਕਿ ਤੁਸੀਂ ਵੀ ਆਪਣੇ ਹਸਬੰਡ ਨੂੰ ਚੇਂਜ ਕੀਤਾ ਔਰ ਤੁਸੀਂ ਚੇਂਜ ਹੋ ਗਏ? ਮੈਂ ਜੀ, ਉਹ ਤੇ ਬਹੁਤ ਹੀ ਅੱਛੇ ਫੈਸ਼ਨਦਾਰ ਸੀ, ਚੰਗੇ ਸੀ। ਅੱਛਾ ਜੀ। ਮੈਨੂੰ ਕਿਤੇ ਵੀ ਟੂਰ ਤੇ ਜਾਂਦੇ ਸੀ, ਮੇਰੇ ਜੋ ਕਿ ਮਾਲਾ ਚਾਲਾ ਲਿਆਂਦੇ ਸੀ, ਪਰ ਮੈਂ ਨਹੀਂ ਸੀ ਪਾਉਂਦੀ, ਕਿਉਂ ਮੈਂ ਪਰਿਵਾਰ ਇਸ ਵਿੱਚ ਆਈ ਸੀ ਵੀ ਮੈਨੂੰ ਪਤਾ ਹੀ ਨਹੀਂ ਸੀ ਵੀ ਕੀ ਕਰ। ਉਹ ਤਾਂ ਹੁਣ ਫਰੈਂਡ ਇੱਥੇ ਨੇ, ਸਹੇਲੀਆਂ, ਇਸ ਕਰਕੇ ਸੀਗਾ ਤੁਸੀਂ ਉਹ ਸਿੰਪਲ ਲਾਈਫ ਰਹਿੰਦੇ ਕਿਉਂਕਿ ਤੁਸੀਂ ਅੰਮ੍ਰਿਤ ਛਕਿਆ ਸੀ, ਔਰ ਵੈਸੇ ਕਿਉਂਕਿ ਤੁਸੀਂ ਬਹੁਤ ਸਟ੍ਰਿਕਟ ਫੈਮਿਲੀ ਸੀ? ਨਹੀਂ ਜੀ, ਇਹ ਸਾਨੂੰ ਪਿੱਛੋਂ ਦਾ ਡਰ ਅਜੇ ਤੱਕ ਵੀ ਸੀ। ਵਿਆਹ ਤਾਂ ਕਈ ਸਾਲ ਪਿੱਛੇ ਰਿਹਾ। ਜਦੋਂ ਫਿਰ ਥੋੜਾ ਜਿਹਾ ਲੋਕਾਂ ਨੂੰ ਵੇਖਿਆ, ਮੈਨੂੰ ਬੜਾ ਚੰਗਾ ਲੱਗਾ। ਗੱਡੀਆਂ 'ਚ ਆਪਾਂ ਫਿਲਮ ਵੇਖਣ ਜਾਣਾ ਜਾਂ ਕਿਤੇ, ਸਾਨੂੰ ਕੋਈ ਟੀਵੀ ਨਹੀਂ ਸੀ ਵੇਖਣ ਦਿੰਦੇ, ਤੇ ਸਾਨੂੰ ਬੜਾ ਅੱਛਾ ਲੱਗਾ। ਤੇ ਕੱਪੜੇ ਪਾਉਣ ਨੂੰ ਸੋਹਣੇ ਮਿਲਨੇ, ਪਾਉਂਦੇ ਤੇ ਉੱਥੇ ਵੀ ਸੀ। ਤੇ ਉੱਥੇ ਮਤਲਬ ਜਿਵੇਂ ਪਿੰਡਾਂ ਜੱਟਾਂ ਦੇ ਤੌਰ ਤੇ ਪਾਪਾ ਪਾਉਂਦੇ ਸੀ, ਤੇ ਜ਼ਿਆਦਾ ਬੋਲਣਾ ਵੀ ਨਹੀਂ। ਤੇ ਹੁਣ ਸਾਨੂੰ ਬੋਲਣ ਵੱਲੋਂ ਵੀ, ਜਿਹਦੇ ਨਾਲ ਅਸੀਂ ਭੈਣਾਂ ਨਾਲ ਭਰਾਵਾਂ ਨਾਲ ਬੋਲ ਵੀ ਲੈਂਦੇ ਆ। ਤੇ ਬਾਕੀ ਅਸੀਂ, ਮੈਂ ਪੰਜਾਬੀ ਅਨਪੜ੍ਹ ਸੀ, ਪੰਜਾਬੀ ਥੋੜੀ ਜਿਹੀ ਮੈਂ ਟੀਵੀ 'ਚ ਆਇਆ, ਪੇਪਰ 'ਚ ਆਇਆ। ਤੇ ਵੀਰ ਜੀ ਭਾਈ ਬਲਵਿੰਦਰ ਸਿੰਘ ਰਮੀਲਾ, ਜਿਹੜਾ ਵੀਰ ਜੀ ਸਾਡੇ, ਉਹਨਾਂ ਤੇ ਮੈਂ ਸੁਣਿਆ ਥੋੜਾ ਜਿਹਾ ਗੁਰਬਾਣੀ ਦਾ ਵਿਚਾਰ, ਗੁਰਬਾਣੀ ਦਾ ਵਿਚਾਰ ਸੁਣਿਆ। ਤੇ ਮੈਂ ਆਈ ਤੇ ਜਿਹੜਾ ਮੇਰਾ 700 ਏਕੜ ਰੋਡ ਹੈ ਲੰਬਰੀ, ਤੇ ਉਹ ਤੋਂ ਪਹਿਲਾਂ ਲੋਕੀ ਆ ਚੁੱਕੇ ਸੀ। ਮੈਂ ਵਿਚਾਰ ਕਰਦੀ ਇੱਕ ਦਿਨ ਮੈਂ ਕਿਹਾ ਮੈਂ ਜਾਣਾ ਹੀ ਹੈ, ਭਾਵੇਂ ਪਿੱਛੋਂ ਕੜਾ। 700 ਨੰਬਰ ਦਾ ਕੀ ਮਤਲਬ? ਰੋਲ ਨੰਬਰ। ਅੱਛਾ, 700 ਮੇਰੇ ਤੋਂ ਅੱਗੇ ਬੱਚਾ ਸੀ। ਅੱਛਾ, ਮੈਂ ਵਿਚਾਰ ਕਿ ਜਿਹੜੀ ਅਕੈਡਮੀ ਦੇ ਵਿੱਚ ਐਨਰੋਲ ਆ ਚੁੱਕੇ ਸੀ। ਤੇ ਮੈਂ ਵਿਚਾਰ ਕਰਦੀ ਡਰਦੀ ਪਿੱਛੇ ਤੋਂ ਇੱਕ ਮੈਨੂੰ ਇਹ ਬੋਲਣ ਲੱਗੇ, ਜਦੋਂ ਮੈਂ ਤੈਨੂੰ ਭੇਜ ਰਿਹਾ ਤਾਂ ਤੂੰ ਜਾ,
ਤੂੰ ਆਪਣੀ ਇਹ ਕੌਣ ਭੇਜਣ ਸਰਦਾਰ ਜੀ ਨਿਸ਼ਾਵਰ ਸਿੰਘ ਢਿੱਲੋਂ। ਅੱਛਾ ਜੀ, ਤੁਹਾਡੇ ਹਸਬੈਂਡ? ਹਾਂਜੀ, ਇਹਨਾਂ ਨੇ ਮੈਨੂੰ ਭੇਜਿਆ ਤੇ ਭੇਜਣ ਦੇ ਨਾਲ ਕੋਈ ਇੰਨੀਆਂ ਚੰਗੀਆਂ ਅੱਗੋਂ ਮਿਲਿਆ ਤੇ ਮੈਨੂੰ ਪੰਜਾਬੀ ਘੱਟ ਆਉਂਦੀ ਸੀ। ਫਿਰ ਮੈਨੂੰ ਅੱਗੇ ਸਰ ਨੇ ਬਿਠਾ ਲੈਣਾ, ਕੁਝ ਦੱਸਣਾ ਵੀ ਸਿਖਾਉਣਾ, ਮੇਰੀ ਕਾਪੀ ਤੇ ਲਿਖ ਦੇਣਾ, ਮੈਂ ਪੜ੍ਹ ਲੈਣਾ। ਸਿੱਖੀ ਗੁਰਬਾਣੀ 3-4 ਸਾਲ ਸਿੱਖੀ ਹੈ ਗੁਰਬਾਣੀ। ਇੱਥੇ ਮੈਨੂੰ ਪੰਜਾਬੀ ਵੀ ਆ ਗਈ ਹੈ ਤੇ ਮੈਨੂੰ ਬਹਿਣਾ ਉੱਠਣਾ ਵੀ ਆ ਗਿਆ। ਚਲੋ ਤਾਂ ਪਹਿਲੋਂ ਵੀ ਸੀ, ਫਿਰ ਜਦੋਂ ਇੱਥੇ ਰਿਹਾ ਆ ਬੱਚੇ ਵੀ ਪੜ੍ਹ ਗਏ। ਜਿਨ੍ਹਾਂ ਦੇ ਬੱਚੇ ਪੜ੍ਹ ਜਾਂਦੇ ਉਹ ਮਾਪਿਓ ਹੀ ਪੜ੍ਹ ਜਾਂਦੇ ਨੇ। ਹਾਂਜੀ, ਇਹ ਤਾਂ ਬਹੁਤ ਵਧੀਆ ਪ੍ਰਧਾਨ ਜੀ ਔਰ ਤੁਸੀਂ ਗੱਲ ਕਹੀ ਆ, ਜਿਨ੍ਹਾਂ ਦੇ ਬੱਚੇ ਔਰ ਦੂਸਰੀ ਫੈਮਿਲੀ ਪੜ੍ਹੀ ਹੋ ਲਿਖੀ ਹੁੰਦੀ। ਜਿਸ ਵੇਲੇ ਇੱਕ ਔਰਤ ਨਾ ਸਕੂਲੇ ਗਈ ਹੋਵੇ, ਅਨਪੜ੍ਹ ਹੋਵੇ, ਉਹਨੂੰ ਆਟੋਮੈਟਿਕਲੀ ਅਗਰ ਉਹ ਐਡਜਸਟ ਹੋ ਸਕਦੇ ਆ ਤੇ ਉਹ ਐਡਜਸਟ ਹੋ ਜਵੇ ਤੇ ਫਿਰ ਉਹਨਾਂ ਦੀ ਲਾਈਫ ਜਿਹੜੀ ਆ ਉਹ ਵੀ ਸਵਰਗ ਇੱਕ ਬਣ ਜਾਂਦੀ ਆ, ਜਿਸ ਤਰ੍ਹਾਂ ਆਪ ਜੀ ਦੀ ਬਣੀ। ਇਸ ਵੇਲੇ ਜੀ ਮੇਰੀ ਚੰਡੀਗੜ੍ਹ ਦਾ ਸਭ ਤੋਂ ਲਾਈਫ ਵਧੀਆ ਕਿਉਂ ਹੈ? ਅਗਰ ਮੈਂ ਪਿੰਡ ਸ਼ਤਰਾਣੇ ਚ ਰਹਿੰਦੀ, 10 ਤੋਂ ਉੱਤੇ ਸਕੂਲ ਨਹੀਂ ਸੀ, ਬੱਚਿਆਂ ਨੇ ਪੜ੍ਹਨਾ ਨਹੀਂ ਸੀ, ਉੱਥੇ ਮੈਂ ਵਿਆਹ ਦੇਣਾ ਸੀ। ਇੱਥੇ ਮੇਰੇ ਬੱਚੇ ਅੱਛੇ ਪੜ੍ਹੇ ਨੇ, ਚੰਗੇ ਪੜ੍ਹੇ। ਇਸ ਵੇਲੇ ਮਹਾਰਾਜ ਦੀ ਕਿਰਪਾ ਨਾਲ, ਗੁਰੂ ਰਾਮਦਾਸ ਜੀ ਨਾਲ ਮੇਰੇ ਬੱਚੇ 2 ਨਿਊਜ਼ੀਲੈਂਡ ਤੇ ਬੇਟਾ ਤੇ ਮੇਰੇ ਅਮਰੀਕਾ 'ਚ ਮੇਰੀ ਬੇਟੀ ਹੈ ਛੋਟੀ, ਕੈਲੀਫੋਰਨੀਆ 'ਚ। ਤੇ ਇਸ ਤੋਂ ਵੱਡਾ ਮੈਂ ਸਤਿਗੁਰੂ ਦੇ ਅੱਗੇ ਕੀ ਅਰਦਾਸ ਕਰਾਂਗੀ, ਬਾਬਾ ਜੀ ਇਹੋ ਜਿਹਾ ਸੁੱਖ ਸਭ ਨੂੰ ਹੀ ਦੇ। ਉਹਦੇ ਉੱਤੇ ਮੇਰਾ ਵੀ ਅਨੇਕਾਂ ਕਰਦਾ, ਜਿਹਦੇ ਉੱਤੇ ਕਰਦਾ ਸਤਿਗੁਰੂ ਆਪ ਕਰਦਾ। ਕਿਉਂ ਮੇਰੇ ਮਨ ਦੇ 'ਚ ਤਮੰਨਾ ਬਹੁਤ ਜ਼ਿਆਦਾ ਪੜ੍ਹਾਈ ਦੀ ਸੀ। ਜਦੋਂ ਵੀ ਕਿਤੇ ਮੈਨੂੰ ਭਾਈ ਲੱਗਦਾ, ਉਹਦੇ ਨਾਲ ਹੀ ਮੈਂ ਇੱਕ ਓਂਕਾਰ ਸਤਿਨਾਮ ਪੜ੍ਹਨਾ। ਮੈਂ ਪੜ੍ਹਦੀ ਜਪਜੀ ਸਾਹਿਬ ਮੈਨੂੰ ਜ਼ੁਬਾਨੀ ਆਉਂਦਾ ਸੀ। ਹਾਂਜੀ, ਇਹ ਤਾਂ ਦੇਖ ਲਓ ਸਾਧ ਜੀ, ਬਹੁਤ ਵਧੀਆ। ਕਈ ਪੜ੍ਹੇ ਵੀ ਹੁੰਦੇ ਆ, ਕਾਫੀ ਡਿਗਰੀਜ਼, ਮਾਸਟਰਸ, ਪ੍ਰੋਫੈਸਰਸ ਵੀ ਹੁੰਦੇ ਆ, ਜੋ ਸਾਡੀ ਗੁਰਬਾਣੀ ਆ ਉਹ ਉਹਨਾਂ ਨੂੰ ਨਹੀਂ ਆਉਂਦੀ, ਚਾਹੇ ਮੂੰਹ ਜਵਾਨੀ ਉਹਨਾਂ ਨੇ ਕੰਠ ਨਹੀਂ ਕੀਤੀ ਹੁੰਦੀ। ਇਹ ਜਿਹੜਾ ਸਾਡਾ ਇਸ ਵੇਲੇ ਕਲਚਰ ਹੈਗਾ, ਚਾਹੇ ਸਾਡਾ ਧਰਮ ਆ, ਸਿੱਖ ਧਰਮ ਆ, ਇਹ ਇਸ ਕਰਕੇ ਕਈ ਵਾਰ ਜੋ ਆਪਾਂ ਕਹਿੰਦੇ ਸੀ ਨਪੜ੍ਹ ਲੋਕ ਆ, ਉਹ ਫਿਰ ਵੀ ਵਾਹਿਗੁਰੂ ਦਾ ਨਾਮ ਸਿਮਰਨ ਕਰਕੇ ਬਹੁਤ ਦੂਰ ਹੋ ਜਾਂਦੇ ਸੀ, ਬਹੁਤ ਉੱਚੇ ਹੋ ਜਾਂਦੇ ਸੀ। ਅਸੀਂ ਉਹਨਾਂ ਨੂੰ ਕਹਿ ਨਹੀਂ ਸਕਦੇ ਸੀਗੇ ਇਹ ਚਾਹੇ ਪੋਰ ਆ। ਪੋਰ ਮੈਂ ਇਸ ਕਰਕੇ ਕਹਿ ਰਹੀ ਹਾਂ ਜੋ ਜਨਰਲ ਨੌਲੇਜ ਆ, ਪਰ ਕਈ ਜਿਹੜੇ ਪੜ੍ਹਿਓ ਲਿਖਿਓ ਆ ਉਹ ਮੈਂ ਕਹੂੰਗੀ ਪੋਰ ਆ। ਕਿਉਂਕਿ ਅਗਰ ਤੁਸੀਂ ਆਪਣੇ ਗੁਰੂ ਤੋਂ ਦੂਰ ਹੋ ਗਏ, ਆਪਣੇ ਧਰਮ ਤੋਂ ਦੂਰ ਹੋ ਗਏ, ਫਿਰ ਸਾਧ ਸੰਗਤ ਜੀ ਆਪ ਜੀ ਦੇ ਕੋਲ ਕੁਛ ਵੀ ਨਹੀਂ ਹੈਗਾ। ਗੀਤਾ ਜੀ, ਆਪ ਜੀ ਦਾ ਕੀ ਇਹਦੇ ਉੱਪਰ ਥੋਟਸ ਹੈਗੀਆਂ? ਹਾਂਜੀ, ਮੇਰਾ ਵਿਚਾਰ ਇਹ ਹੈ ਕਿ ਚਾਹੇ ਤੁਸੀਂ ਕਿਸੇ ਵੀ ਧਰਮ ਨੂੰ ਮੰਨ ਰਹੇ ਹੋ, ਚਾਹੇ ਸਿੱਖ ਧਰਮ ਨੂੰ ਮੰਨਦੇ ਹੋ, ਹਿੰਦੂ ਧਰਮ ਨੂੰ ਮੰਨਦੇ ਹੋ, ਕੋਈ ਵੀ ਤੁਹਾਡਾ ਧਰਮ ਹੈ, ਜਿਸ ਧਰਮ ਦੀ ਵੀ ਜਿਹੜੀ ਅੱਛੀ ਗੱਲ ਹੈ ਉਹਨੂੰ ਤੁਸੀਂ ਅਡੋਪਟ ਕਰੋ। ਮੈਂ ਹਰ ਧਰਮ ਦੀ ਅੱਛੀ ਗੱਲਾਂ ਨੂੰ ਮੰਨਦੀ ਹਾਂ। ਮੈਂ ਇਹ ਨਹੀਂ ਕਹਿੰਦੇ ਵੀ ਮੈਂ ਗੁਰਦੁਆਰੇ ਨਹੀਂ ਜਾਣਾ, ਮੈਂ ਚਰਚ ਨਹੀਂ ਜਾਣਾ, ਮੈਂ ਇੱਥੇ ਨਹੀਂ। ਅਤੇ ਮੇਰਾ ਇਹੀਓ ਵਿਚਾਰ ਹੈ ਕਿ ਹਰ ਧਰਮ ਤੋਂ ਅੱਛੀ ਗੱਲਾਂ ਲਓ। ਜੀ, ਤਾਂ ਬਹੁਤ ਵਧੀਆ ਆਪ ਜੀ ਨਾਲ ਗੱਲ ਕੀਤੀ। ਆਸ਼ਾ ਜੀ, ਆਪ ਜੀ ਦਾ ਕੀ ਖਿਆਲ ਹੈਗਾ? ਜਿਸ ਤਰ੍ਹਾਂ ਤੁਸੀਂ ਪਹਿਲਾਂ ਹੀ ਕਿਹਾ ਸੀਗਾ, ਤੁਸੀਂ ਇੱਕ ਹਿੰਦੂ ਪਰਿਵਾਰ ਦੇ ਹੈ, ਪਰ ਤੁਸੀਂ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਿਆ ਹੈਗਾ। ਉਹ ਕਿਸ ਤਰ੍ਹਾਂ ਤੁਸੀਂ ਉਸ ਦਾ ਸਤਿਕਾਰ ਕਰਦੇ ਸੀ? ਸਾਡੇ ਜਿਹੜੇ ਬਜ਼ੁਰਗ ਉਹ ਇਹਨੂੰ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਦੇ ਸੀਗੇ। ਤੇ ਸਾਡੀ ਦਾਦੀ ਜੀ ਨੇ ਹੀ ਸਾਨੂੰ ਸਿਖਾਇਆ ਸਾਰਾ, ਪੰਜਾਬੀ ਪੜ੍ਹਨਾ ਵੀ ਉਹਨਾਂ ਨੇ ਸਾਨੂੰ ਸਾਰਾ ਕੰਠ ਕਰਾਇਆ, ਜਪਜੀ ਸਾਹਿਬ ਵਗੈਰਾ, ਸੁਖਮਨੀ ਸਾਹਿਬ ਵਗੈਰਾ, ਅਸੀਂ ਉਹਨਾਂ ਤੋਂ ਹੀ ਸਿੱਖਿਆ। ਤੇ ਫਿਰ ਤੁਸੀਂ ਮੈਨੂੰ ਦੱਸ ਸਕਦੇ ਆ, ਉਹਨੇ ਤੁਹਾਨੂੰ ਜੋ ਐਸਾ ਹਿੰਦੂ ਪਰਿਵਾਰ ਦੇ ਵਿੱਚੋਂ ਤੁਹਾਨੂੰ ਤੁਹਾਡੇ ਧਰਮ ਬਾਰੇ ਕੀ ਸਿਖਾਇਆ, ਚਾਹੇ ਛੋਟੇ ਇੱਕ ਸਿੱਖ ਧਰਮ ਬਾਰੇ ਸਿਖਾਇਆ? ਸਾਨੂੰ ਸਿੱਖ ਧਰਮ ਸਿੱਖ ਦਾ ਹੀ ਸਿਖਾਇਆ ਗਿਆ, ਚਾਹੇ ਅਸੀਂ ਹਿੰਦੂ ਹੈਗੇ ਆ। ਫਿਰ ਤੁਸੀਂ ਕਨਵਰਟਡ ਕਿਉਂ ਨਹੀਂ ਹੋਏ? ਸਿੱਖ ਧਰਮ ਕਿਉਂ ਨਹੀਂ ਤੁਸੀਂ ਜਾਣੀ ਕਿ ਕੀਰਤਨ ਆਪਣੇ ਕਹਿ ਸਕਦੇ ਆ, ਅੰਮ੍ਰਿਤ ਕਿਉਂ ਨਹੀਂ ਤੁਸੀਂ ਫਿਰ ਛਕਿਆ? ਸਾਡੇ ਜਿਹੜੇ ਬਜ਼ੁਰਗ ਸਾਰੇ ਹੀ ਸਹਿਜਧਾਰੀ, ਕਿਸੇ ਨੇ ਵੀ ਅੰਮ੍ਰਿਤ ਨਹੀਂ ਛਕਿਆ ਹੋਇਆ ਸੀ, ਇਸ ਕਰਕੇ ਤੁਸੀਂ ਚੇਂਜ ਵੀ ਨਹੀਂ ਕਰਨਾ ਚਾਹੁੰਦੇ। ਹਾਂਜੀ, ਕਰਕੇ ਇਹ ਤੇ ਆਪਣੀ ਜਨਰਲ ਨੌਲੇਜ ਹੈਗੀ ਆ, ਜੋ ਪਹਿਲਾਂ ਸਿੱਖ ਧਰਮ ਤੇ ਬਾਅਦ ਚ ਆਇਆ। ਹਿੰਦੁਸਤਾਨ ਚ ਪਹਿਲਾਂ ਸਾਰੇ ਹਿੰਦੂ ਹੀ ਸਨ, ਤੇ ਪਰ ਅੰਮ੍ਰਿਤ ਛਕ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਵੀ ਫੋਲੋ ਕਰਦੇ ਸੀਗੇ, ਉਸ ਹਿਸਾਬ ਦੇ ਨਾਲ ਉਹਨਾਂ ਦੀ ਜ਼ਿੰਦਗੀ ਚੇਂਜ ਹੋ ਗਈ। ਤੇ ਇਹਦਾ ਮਤਲਬ ਕਹਿਣ ਦਾ ਤੁਹਾਡਾ ਹੈਗਾ, ਉਹ ਤੁਸੀਂ ਹਰੇਕ ਕੁਛ ਪਾਠ ਪੂਜਾ ਅਸੀਂ ਸਿੱਖ ਕਰਦੇ ਆ, ਬਟ ਇਹ ਹੈਗਾ ਤੁਹਾਡਾ ਜੋ ਪਰਿਵਾਰ ਦੀ ਫੈਮਿਲੀ ਦੀ ਟ੍ਰੈਡੀਸ਼ਨ ਹੈਗੀ ਆ। ਹਾਂਜੀ, ਚੱਲੀ ਆ ਰਹੀ ਹੈ ਨਾ ਪਰੰਪਰਾ, ਜਿਹੜੀ ਪਿੱਛੇ ਤੋਂ ਚੱਲੀ ਆ ਰਹੀ ਹੈ ਬਜ਼ੁਰਗਾਂ ਦੀ, ਅਸੀਂ ਉਹੀ ਅਪਣਾ ਰਹੇ, ਉਹੀ ਅਡੋਪਟ ਕਰ ਰਹੇ ਆ। ਇਹ ਵੀ ਬਹੁਤ ਵਧੀਆ ਗੱਲ ਆ, ਕਿਉਂਕਿ ਇਹਦੇ ਵਿੱਚ ਕੋਈ ਵੀ ਮਾੜੀ ਗੱਲ ਨਹੀਂ ਤੁਸੀਂ ਕਰ ਰਹੇ। ਮੈਂ ਤਾਂ ਕਹੂੰਗੀ ਬਹੁਤ ਵਧੀਆ ਇੱਕ ਚੰਗੀ ਲਾਈਫ ਸਟਾਈਲ ਤੁਸੀਂ ਲੀਡ ਕਰ ਰਹੇ ਆ। ਅੱਛਾ ਮਨਵੀਰ ਭੈਣ ਜੀ, ਤੁਸੀਂ ਸਾਨੂੰ ਆਪਣੇ ਬਾਰੇ ਵਾਲਾ ਨਹੀਂ ਦੱਸਿਆ, ਹੁਣ ਤੁਸੀਂ ਜਨਰਲੀ ਸਾਨੂੰ ਥੋੜ੍ਹਾ ਜਿਹਾ ਆਪਣੇ ਬੈਕਗਰਾਊਂਡ ਦਾ ਵੀ ਦੱਸ ਦਿਓ।
ਆਪਣਾ ਬੈਕਗ੍ਰਾਉਂਡ ਮੈਂ ਪਟਿਆਲੇ ਦੀ ਹਾਂ, ਤੁਹਾਨੂੰ ਦੱਸਿਆ ਹੈ ਕਿ ਅਸੀਂ ਤੁਹਾਡੀ ਜੋ ਫੈਮਿਲੀ ਲਾਈਫ ਸੀ। ਫੈਮਿਲੀ ਲਾਈਫ ਮੇਰੀ ਪਟਿਆਲੇ ਵੀ ਅੱਛੀ ਸੀ। ਅਸੀਂ 6 ਭੈਣਾਂ ਸੀ, 2 ਭਰਾ ਸੀ, ਮਦਰ ਫਾਦਰ ਸੀ, ਫਾਦਰ ਦੀ ਆਪਣੀ ਦੁਕਾਨ ਸੀ, ਅੱਛਾ ਗੁਜ਼ਾਰਾ ਸੀ। ਉਹਨਾਂ ਦੀ ਸ਼ਾਪ ਸਪੇਅਰ ਪਾਰਟਸ ਦੀ ਦੁਕਾਨ ਸੀ, ਕਾਰਸ ਤੇ। ਹਾਂਜੀ, ਪਰ ਉੱਥੇ ਥੋੜੀ ਰੋਕ ਟੋਕ ਸੀ। ਇਸ ਤਰ੍ਹਾਂ ਦੀ ਰੋਕ ਟੋਕ ਸੀ ਵੀ ਜ਼ਿਆਦਾ ਫੈਸ਼ਨ ਨਹੀਂ ਕਰਨੇ, ਵਾਲ ਨਹੀਂ ਖੁੱਲੇ ਛੋੜਨੇ। ਅਸੀਂ ਕਾਲਜ ਪੜ੍ਹੇ ਹਾਂ, ਸਕੂਲ ਪੜ੍ਹੇ ਹਾਂ, ਪਰ ਬੈਨ ਸੀ ਕਿ ਲੇਟ ਟਾਈਮ ਬਾਹਰ ਨਹੀਂ ਜਾਣਾ, ਹਨੇਰਾ ਹੋ ਗਿਆ, ਕੁੜੀ ਨੇ ਇਕੱਲੀ ਨਹੀਂ ਜਾਣਾ, ਇਸ ਤਰ੍ਹਾਂ ਦਾ ਮਾਹੌਲ ਸੀ। ਤੁਸੀਂ ਖਾਸ ਪਟਿਆਲੇ 'ਚ ਰਹਿੰਦੇ ਸੀ? ਔਰ ਖਾਸ ਪਟਿਆਲੇ 'ਚ ਫਿਰ ਵੀ ਇਹ ਇਸ ਤਰ੍ਹਾਂ ਦੀਆਂ ਰਿਸਟ੍ਰਿਕਸ਼ਨ ਸੀਗੀਆਂ ਹਨਾ? ਦਾਦੀ ਜੀ ਹੁੰਦੇ ਸੀ ਸਾਡੇ ਨਾਲ, ਤੇ ਨਾਲੇ ਉਦੋਂ ਹੁੰਦਾ ਸੀ ਕਿ ਮੁੰਡੇ ਦੀ ਜ਼ਿਆਦਾ ਕਰੇਜ਼ ਹੁੰਦੀ ਸੀ। ਅੱਜ ਕੱਲ੍ਹ ਦੇ ਮਾਹੌਲ ਵਿੱਚ ਫਰਕ ਪੈ ਗਿਆ। ਅਸੀਂ ਭੈਣਾਂ ਵੀ 6 ਸੀ, ਤੇ ਇਸ ਕਰਕੇ ਉਹਨਾਂ ਨੂੰ ਇਹ ਸੀ ਕਿ ਘਰ ਹੀ ਰਹਿਣ। ਹੈ ਸਾਰੀਆਂ ਉੱਚੀਆਂ ਲੰਬੀਆਂ ਸੀ, ਤੇ ਉਹਨਾਂ ਨੂੰ ਇਹੀ ਹੁੰਦਾ ਸੀ ਇਹ ਤਿਆਰ ਹੋ ਕੇ ਬਾਹਰ ਨਿਕਲਣਗੀਆਂ ਤੇ ਲੋਕਾਂ ਦੀ ਅੱਖਾਂ 'ਚ ਆ ਜਾਣਗੀਆਂ। ਇਸ ਕਰਕੇ ਉਹ ਜ਼ਿਆਦਾਤਰ ਕਦੀ ਕੋਈ ਨਜ਼ਰ ਨਾ ਲੱਗ ਜਾਏ। ਬਿਲਕੁਲ ਬਿਲਕੁਲ ਬੁਰੀ ਨਜ਼ਰ ਨਾ ਲੱਗ ਜਾਏ। ਤੇ ਇਸ ਕਰਕੇ ਕੋਸ਼ਿਸ਼ ਹੁੰਦੀ ਸੀ ਕਿ ਪੜ੍ਹਾਇਆ ਉਹਨਾਂ ਨੇ, ਭਾਵੇਂ ਕਾਲਜ ਵਿੱਚ ਵੀ ਹੈ, ਸਾਨੂੰ ਅੱਛਾ ਪੜ੍ਹਾਇਆ, ਪਰ ਉਹਨਾਂ ਨੇ ਇੱਕੋ ਗੱਲ ਸਿਖਾਈ ਹੈ ਕਿ ਥੋੜ੍ਹਾ ਮਿਟ ਕੇ ਰਹੋ। ਕਿਉਂਕਿ ਸਾਡੇ ਨਾਨੀ ਜੀ ਬਹੁਤ ਸਿਆਣੇ ਸੀ, ਨਾਨੀ ਜੀ ਤੋਂ ਸਾਡੇ ਮੰਮੀ ਬਹੁਤ ਸਿਆਣੇ ਸੀ। ਉਹਨਾਂ ਨੇ ਹਰ ਸਿੱਖਿਆ ਦਿੱਤੀ ਹੈ ਜੋ ਅੱਜ ਵੀ ਸਾਨੂੰ ਯਾਦ ਹੈ। ਤੁਸੀਂ ਸਾਨੂੰ ਥੋੜ੍ਹਾ ਜਿਹਾ, ਜਿਸ ਤਰ੍ਹਾਂ ਤੁਸੀਂ ਕਿਹਾ ਤੁਹਾਨੂੰ ਅੱਜ ਵੀ ਯਾਦ ਹੈ, ਜੋ ਨਹੀਂ ਤੁਹਾਡੀ ਨਾਨੀ ਜੀ ਨਾਲ ਸਿੱਖਿਆ ਦਿੱਤੀ, ਉਸ ਤੋਂ ਬਾਅਦ ਤੁਹਾਡੇ ਮੰਮ ਨਾਲ ਵੀ ਦਿੱਤੀ ਹੈਗੀ ਹੈ, ਥੋੜ੍ਹਾ ਜਿਹਾ ਸਾਨੂੰ ਦੱਸ ਸਕਦੇ ਹੋ ਉਹਦੇ ਬਾਰੇ? ਹਾਂਜੀ, ਮੈਂ ਇਹ ਵੀ ਦੇਖ ਰਹੀ ਹਾਂ ਸਾਥ ਸਾਥ ਸਾਡੀ ਚਾਹ ਵੀ ਤਿਆਰ ਸੀਗੀ ਪਰ ਠੰਡੀ ਵੀ ਹੋ ਗਈ। ਪਰ ਇੰਨਾ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਇਸ ਤਰ੍ਹਾਂ ਮਨ ਕਰਦਾ ਚਾਹ ਤਾਂ ਕੋਈ ਨਹੀਂ, ਬਾਅਦ 'ਚ ਵੀ ਪੀ ਹੋ ਜਾਊਗੀ ਤੇ ਆਪਾਂ ਗੱਲਾਂ ਬਾਤਾਂ ਸੁਣੀਆਂ। ਪਰ ਉਮੀਦ ਕਰਦੀ ਹਾਂ ਜੋ ਸਾਡੇ ਇਸ ਵੇਲੇ ਦੇਖਣ ਵਾਲੇ ਹੈਗੇ ਆ, ਤੁਸੀਂ ਆਪਣੀ ਚਾਹ ਪਾਣੀ ਬੈਠ ਕੇ ਰਿਲੈਕਸ ਹੋ ਕੇ ਸਾਂਝਾ ਵੇੜਾ ਜ਼ਰੂਰ ਦੇਖਦੇ ਹੋਣਗੇ। ਸਾਡੇ ਨਾਨੀ ਜੀ ਬਹੁਤ ਸਿਆਣੇ ਸੀ, ਨਾਨਾ ਜੀ ਔਰ ਨਾਨੀ ਜੀ ਆਪਣੇ ਟਾਈਮ ਦੇ ਬਹੁਤ ਮੰਨੇ ਹੋਏ। ਤੁਸੀਂ ਕਹਿ ਰਹੇ ਸਿਆਣੇ ਸੀ, ਕਿਸ ਤਰ੍ਹਾਂ ਸਿਆਣੇ? ਇਸ ਤਰ੍ਹਾਂ ਸੀ ਕਿ ਇੱਕ ਤਾਂ ਉਹ ਬਹੁਤ ਜ਼ਿਆਦਾ ਪਾਠ ਪੂਜਾ ਕਰਦੇ ਸੀ। ਉਹ ਕਹਿੰਦੇ ਆ ਨਾ ਮੂੰਹ ਤੇ ਸਰਸਵਤੀ ਬੈਠੀ ਹੁੰਦੀ, ਉਹ ਜੋ ਕਹਿੰਦੇ ਸੀ ਹੋ ਜਾਂਦਾ ਸੀ। ਉਹਨਾਂ ਨੇ ਸਾਡੇ ਮੰਮੀ ਦਾ ਬਹੁਤ ਗਰੀਬ ਪਰਿਵਾਰ 'ਚ ਵਿਆਹ ਹੋਇਆ ਸੀ। ਉਹਨਾਂ ਦੇ ਪੇਕੇ ਬਹੁਤ ਅਮੀਰ ਸੀ। ਉਹਨਾਂ ਨੇ ਮੰਮੀ ਨੂੰ ਸ਼ੁਰੂ ਤੋਂ ਹੀ ਸਿਖਾਇਆ ਕਿ ਜਿਸ ਜਗ੍ਹਾ ਵੀ ਹੋਏ, ਜਿਸ ਤਰ੍ਹਾਂ ਵੀ ਐਡਜਸਟਮੈਂਟ ਕਰਨਾ ਸਿੱਖੋ। ਜੇ ਤੁਹਾਨੂੰ ਕਿਸੇ ਅਮੀਰਾਂ ਵਿੱਚ ਚਲੇ ਜਾਓ ਤਾਂ ਉਹਨਾਂ ਵਿੱਚ ਵੀ ਮਿਟ ਕੇ ਰਹੋ, ਗਰੀਬ ਵਿੱਚ ਰਹੋ ਤੇ ਆਪਣੇ ਆਪ ਨੂੰ ਗਰੀਬ ਨਾ ਸਮਝੋ। ਤੇ ਇੱਥੇ ਇਹ ਇੱਕ ਕੁਐਸਚਨ ਮੇਰੇ ਮਨ 'ਚ ਆ ਰਿਹਾ, ਅਗਰ ਤੁਹਾਡਾ ਪਰਿਵਾਰ, ਤੁਹਾਡਾ ਨਾਨਕੇ ਪਰਿਵਾਰ ਬਹੁਤ ਅਮੀਰ ਸੀਗਾ, ਚਾਹੇ ਤੁਹਾਡੀ ਮੰਮੀ ਦਾ ਜੋ ਤੁਹਾਡੇ ਨਾਨੀ ਜੀ ਸੀ ਉਹਨਾਂ ਦੇ ਪੇਕੇ ਅਮੀਰ ਸੀ, ਉਹਨਾਂ ਦਾ ਵਿਆਹ ਗਰੀਬ ਪਰਿਵਾਰ 'ਚ ਕਿਉਂ ਕੀਤਾ ਗਿਆ ਸੀ? ਸਾਡੇ ਭੂਆ ਜੀ ਹੁੰਦੇ ਸੀ, ਉਹਨਾਂ ਦੀ ਜਾਣ ਪਛਾਣ ਸੀ। ਉਹ ਸਾਡੇ ਡੈਡੀ ਲਈ ਮੰਮੀ ਦਾ ਰਿਸ਼ਤਾ ਲੈ ਕੇ ਗਏ। ਸਾਡੇ ਡੈਡੀ ਦੇ ਵੀ ਉਸ ਟਾਈਮ 25 ਰੁਪਏ ਤਨਖਾਹ ਹੁੰਦੀ ਸੀ। ਅੱਛਾ ਜੀ। ਹਾਂ, ਜੌਬ ਕਰਦੇ ਸੀ, ਬਰੁਕ ਬੌਂਡ ਟਾਈਪ ਇੱਕ ਕੰਪਨੀ ਸੀ, ਹਾਂ ਟਾਈਪ, ਉਹਦੇ ਵਿੱਚ ਸਾਡੇ ਡੈਡੀ ਜੌਬ ਕਰਦੇ ਸੀ। ਪਰ ਉਹ ਕੁਛ ਟਾਈਮ ਪਰਿਵਾਰ ਇੱਕੋ ਸੀ, ਉੱਥੇ ਵੀ ਭੈਣਾਂ 2 ਸੀ, ਘਰ ਵੱਲੋਂ ਬਹੁਤ ਗਰੀਬ ਸੀ। ਬਹੁਤ ਕਾਫੀ ਟਾਈਮ ਮੰਮੀ ਨੇ ਗਰੀਬੀ 'ਚ ਕੱਟਿਆ, ਪਰ ਆਪਣੀਆਂ ਕੁੜੀਆਂ ਨੂੰ, ਆਪਣੇ ਬੱਚਿਆਂ ਨੂੰ ਇੰਨੀ ਸਿੱਖਿਆ ਦਿੱਤੀ ਕਿ ਅੱਜ ਵੀ ਸਾਨੂੰ ਕੰਮ ਆਉਂਦੀ ਹੈ। ਅਸੀਂ ਉਹਨਾਂ ਦੀ ਐਗਜ਼ਾਮਪਲ ਆਪਣੇ ਬੱਚਿਆਂ ਨੂੰ ਦਿੰਦੇ ਹਾਂ। ਜਦ ਅੱਜ ਕਹਿੰਦੇ ਨਾ ਮਾਤਾ ਜੀ ਇਹ ਕਹਿੰਦੇ ਸੀ, ਮਾਤਾ ਜੀ ਉਹ ਕਹਿੰਦੇ ਸੀ, ਅੱਜ ਸਾਡੇ ਬੱਚੇ ਇੰਨੇ ਸਿੱਖ ਗਏ ਕਿ ਉਹ ਆਪਣੇ ਘਰ ਪਰਿਵਾਰ ਵਿੱਚ ਵੀ ਇਹ ਕਹਿੰਦੇ, ਮੰਮੀ ਨੇ ਇਹ ਕਿਹਾ ਸੀ, ਨਾਨੀ ਨੇ ਇਹ ਕਿਹਾ ਸੀ, ਵੀ ਉਹ ਛੋਟੀਆਂ ਛੋਟੀਆਂ ਗੱਲਾਂ ਅੱਜ ਸਾਡੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਕੰਮ ਆ ਰਹੀਆਂ। ਜੇ ਤੁਸੀਂ ਐਗਜ਼ਾਮਪਲ ਦੇ ਸਕਦੇ ਆ ਛੋਟਾ ਜਿਹਾ, ਜਾਣੀ ਕਿ ਜਿਸ ਤਰ੍ਹਾਂ ਤੁਹਾਡੇ ਪੈਰੈਂਟਸ ਨੇ ਤੁਹਾਨੂੰ ਸਿੱਖਿਆ ਦਿੱਤੀ ਆ, ਤੇ ਉਹ ਜਿਹੜੀ ਸਿੱਖਿਆ ਦਿੱਤੀ ਹੈਗੀ ਉਹ ਕਿਹੜੀ ਸੀਗੀ, ਕਿਸ ਤਰ੍ਹਾਂ ਦੀ ਸੀ? ਇਸ ਤਰ੍ਹਾਂ ਦਾ ਹੀ ਸੀ ਕਿ ਘਰ ਪਰਿਵਾਰ ਦੇ ਵਿੱਚ ਸਭ ਤੋਂ ਪਹਿਲੀ ਗੱਲ ਸੀ ਘਰ ਪਰਿਵਾਰ 'ਚ ਮਿਟ ਕੇ ਰਹੋ। ਤੁਸੀਂ ਜੇ ਤੁਹਾਨੂੰ ਕੋਈ ਮਿਟ ਕੇ, ਹਾਂ ਵੀ ਮਿਟ ਕੇ ਦਾ ਮਤਲਬ ਹੈ ਕਿ ਜ਼ਿਆਦਾ ਹੁਚ ਨਾ ਕਰੋ, ਪੰਜਾਬੀ 'ਚ ਵਰਡ ਹੈ ਹੁਚ ਨਾ ਕਰੋ। ਦੂਸਰੀ ਗੱਲ ਇਹ ਮਿਲ ਜੁਲ ਕੇ, ਜੇ ਤੁਹਾਨੂੰ ਪਰਿਵਾਰ ਇਹ ਨਹੀਂ ਕਿ ਖਾਲੀ 2 ਹੀ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਅੱਜ ਕੱਲ੍ਹ ਹਰ ਕੋਈ ਕੁੜੀ ਮੁੰਡਾ ਕਹਿੰਦੇ ਅਸੀਂ ਇਕੱਲੇ ਲਈ ਰਹੀਏ, ਤੇ ਮੈਂ ਵੀ ਅੱਗੋਂ ਬੜੇ ਵੱਡੇ ਪਰਿਵਾਰ 'ਚ ਆਈ ਹਾਂ। ਅੱਛਾ ਜੀ, ਅੱਛਾ, ਵਾਹ, ਅੱਛਾ, ਹਾਂ ਮੇਰੇ ਤੇ ਤੁਸੀਂ ਫਿਰ ਕਿਸ ਤਰ੍ਹਾਂ ਕੋਪ ਕੀਤਾ? ਮੈਂ ਕਿਉਂਕਿ ਮੰਮੀ ਦੀ, ਨਾਨੀ ਨੇ ਮੰਮੀ ਨੂੰ ਸਿੱਖਿਆ ਦਿੱਤੀ, ਮੰਮੀ ਨੇ ਸਾਨੂੰ ਦਿੱਤੀ। ਅੱਜ ਵੀ ਮੇਰੀਆਂ ਨਨਾਣਾ, ਮੇਰੇ ਜੇਠ ਇਸ ਨੂੰ ਆਪਣਾ ਸੋਹਰਾ ਵੀ ਪੇਕਾ ਪਰਿਵਾਰ ਸਮਝਦੇ ਆ। ਮੇਰੇ ਹਸਬੈਂਡ ਸਰਦਾਰ ਚਰਨਜੀਤ ਸਿੰਘ ਚੱਡਾ ਸਭ ਤੋਂ ਛੋਟੇ ਆ, 12ਵੇਂ ਨੰਬਰ ਆ ਘਰ 'ਚ, ਪਰ ਅੱਜ ਵੀ ਮੇਰੀਆਂ ਨਨਾਣਾ ਵੱਡੀਆਂ ਹੈ, ਅਸੀਂ ਉਹਨਾਂ ਦੀਆਂ ਨੂੰਹਾਂ ਦੇ ਥਾਂ 'ਤੇ ਆ। ਤੇ ਮੈਂ ਪੁੱਛ ਸਕਦੀ, ਅਗਰ ਤੁਹਾਡੇ ਹਸਬੈਂਡ ਵੀ ਇੰਨੇ ਵੱਡੇ ਪਰਿਵਾਰ 'ਚੋਂ ਆਏ, ਤੁਸੀਂ ਵੀ ਇੰਨੇ ਵੱਡੇ ਪਰਿਵਾਰ 'ਚੋਂ ਆਏ, ਆਪ ਜੀ ਦੇ ਕਿੰਨੇ ਬੱਚੇ ਹਨ? ਮੇਰੀਆਂ 2 ਬੇਟੀਆਂ 1 ਬੇਟਾ। ਤੇ ਫਿਰ ਤੁਸੀਂ ਛੋਟਾ ਪਰਿਵਾਰ ਕਿਉਂ ਬਣਾਇਆ? ਮੇਰੇ ਹਸਬੈਂਡ ਤਾਂ 2 ਬੇਟੀਆਂ ਹੀ ਚਾਹੁੰਦੇ ਸੀ, ਬਸ ਠੀਕ ਹੈ ਬੇਟਿਆਂ ਵਰਗੀਆਂ, ਪਰ ਮੈਨੂੰ ਸੀ ਸ਼ੌਂਕ ਕਿ ਮੇਰੇ ਇੱਕ ਮੁੰਡਾ ਹੋਵੇ।
ਕਿਉਂਕਿ ਮੇਰੇ ਫਾਦਰ ਇਨ ਲਾ ਨੂੰ ਵੀ ਕੋਈ ਇਤਰਾਜ਼ ਨਹੀਂ ਸੀ, ਜੋ 2 ਕੁੜੀਆਂ ਤੇ ਫਿਰ ਕੀ ਹੋਇਆ, ਮੁੰਡਿਆਂ ਵਾਂਗੀ ਕੁੜੀਆਂ ਸਮਝਦੇ ਸੀ, ਪਰ ਮੈਨੂੰ ਸੀ ਕਿ ਮੁੰਡਾ ਹੋਏ, ਔਰ ਮੇਰੇ ਮੰਮੀ ਚਾਹੁੰਦੇ ਸੀ ਕਿ ਇੱਕ ਬੇਟਾ ਜ਼ਰੂਰ ਹੋਣਾ ਚਾਹੀਦਾ। ਨਹੀਂ ਉਹ ਤੇ ਚਲੋ ਮਿਕਸ ਪਰਿਵਾਰ ਹੁੰਦਾ, ਸਭ ਨੂੰ ਵਧੀਆ ਲੱਗਦਾ ਹੈਗਾ ਆ। ਤੇ ਗੀਤਾ ਜੀ ਅਸੀਂ ਆਪ ਜੀ ਵੱਲ ਆਉਂਦੇ ਆ ਹੁਣ, ਕਿ ਤੁਹਾਡੇ ਜਿਹੜੇ ਪੈਰੈਂਟਸ ਸੀਗੇ, ਜਿਸ ਤਰ੍ਹਾਂ ਮਨਵੀਰ ਭੈਣ ਜੀ ਨੇ ਆਪਾਂ ਨੂੰ ਦੱਸਿਆ ਹੈਗਾ ਆ, ਤੇ ਤੁਹਾਡਾ ਪਰਿਵਾਰ ਬੈਕਗ੍ਰਾਉਂਡ ਕਿਸ ਤਰ੍ਹਾਂ ਦਾ ਸੀ? ਮੇਰਾ ਪਰਿਵਾਰ ਅੱਛਾ ਸੀਗਾ, ਬਹੁਤ ਕਿਸ ਤਰ੍ਹਾਂ ਅੱਛਾ ਸੀ? ਅੱਛਾ, ਮਤਲਬ ਕੋਈ ਇੰਨੀ ਕਮੀ ਨਹੀਂ ਸੀ ਉਹਨਾਂ ਕੋਲ ਕੁਛ ਦੀ। ਮੇਰੇ ਫਾਦਰ ਜਿਹੜੇ ਸੀਗੇ ਉਹਨਾਂ ਦਾ ਬਹੁਤ ਅੱਛਾ ਹੈ, ਬਿਲੀਅਰਡ ਟੇਬਲ ਦਾ ਕੰਮ ਚੱਲ ਰਿਹਾ ਸੀ, ਜਿਹੜਾ ਅੱਜ ਕੱਲ੍ਹ ਮਾਡਰਨ ਸਾਰਾ ਗਿਣਿਆ ਜਾਂਦਾ ਹੈ, ਇਸ ਨੂੰ ਕਹਿੰਦੇ ਆ ਜਿਨ੍ਹਾਂ ਨੂੰ ਕਰਕੇ। ਤੇ ਉਹਨਾਂ ਨੇ ਸਾਨੂੰ ਖੂਬ ਪੜ੍ਹਾਇਆ ਲਿਖਾਇਆ, ਤੇ ਉਹ ਚਾਹੁੰਦੇ ਸੀ ਮੇਰੇ ਬੱਚੇ, ਮੇਰੇ ਫਾਦਰ ਆਪ ਵੀ ਬੜੇ ਮਾਡਰਨ ਸੀਗੇ। ਤੇ ਪਰ ਸਾਡਾ ਬੈਡ ਲੱਕ ਇਹ ਹੋਇਆ ਕਿ ਅਸੀਂ ਬਹੁਤ ਛੋਟੀ ਉਮਰ 'ਚ ਜਦ 4ਵੀਂ 5ਵੀਂ 'ਚ ਪੜ੍ਹਦੇ ਸੀ ਤੇ ਸਾਡੀ ਮਦਰ ਦੀ ਡੈਥ ਹੋ ਗਈ। ਤੇ ਸਾਡੇ ਬੂਆ ਜੀ ਨੇ ਸਾਨੂੰ ਪਾਲਿਆ, ਤੇ ਉਹ ਸਾਨੂੰ ਅੱਗੇ ਕਿਧਰੇ ਜਾਣ ਨਹੀਂ ਦਿੰਦੇ ਸੀ। ਅਸੀਂ ਡਾਂਸ ਗਾਣਿਆਂ 'ਚ ਬੜੇ ਤੇਜ਼ ਹੁੰਦੇ ਸੀ। ਉਹ ਕਹਿੰਦੇ ਸੀ ਨਹੀਂ ਕੁੜੀਆਂ ਹੈ ਨਾ, ਕੁੜੀਆਂ ਨੂੰ ਇੱਧਰ ਨਹੀਂ ਜਾਣਾ ਚਾਹੀਦਾ, ਇੱਧਰ ਨਹੀਂ। ਉਹ ਬੜੀ ਰੋਕ ਟੋਕ ਲਾਉਂਦੇ ਸੀ। ਉਹ ਕਹਿੰਦੇ ਜਦ ਤੁਹਾਡੇ ਵਿਆਹ ਹੋ ਜਾਣਗੇ ਨਾ ਤੇ ਆਪਣੇ ਸਹੁਰੇ ਘਰ ਜਾ ਕੇ ਸਭ ਕੁਝ। ਮੈਨੂੰ ਇੱਕ ਗੱਲ ਯਾਦ ਆ ਗਈ, ਮੇਰੀ ਮੰਮ ਵੀ ਮੈਨੂੰ ਇੱਦਾਂ ਕਹਿੰਦੀ ਹੁੰਦੀ ਸੀ, ਜਾਂ ਮੈਂ ਕਹਿੰਦਾ ਮੈਂ ਆਪਣੇ ਵਾਲ ਕੱਟਣੇ ਆ, ਵੀ ਮੇਰੀ ਮੰਮ ਕਹਿੰਦੇ ਹੁੰਦੇ ਸੀਗੇ, ਅਸੀਂ ਉਹਨਾਂ ਨੂੰ ਪਿਆਰ ਨਾਲ ਬੀ ਕਰਦੇ ਹੁੰਦੇ ਸੀਗੇ। ਤੇ ਉਹਨੇ ਕਹਿਣਾ ਜਿਸ ਵੇਲੇ ਵਿਆਹ ਹੋਊਗਾ ਸਾਰਾ ਕੁਛ ਕਰ ਸਕਦੇ ਆ। ਬਸ 2 ਦਿਨ ਹੋਏ ਸੀ ਵਿਆਹ ਹੋਏ ਨੇ, ਪਹਿਲਾਂ ਵਾਲ ਹੀ ਕੱਟੇ। ਹਾਂਜੀ, ਅਸੀਂ ਵੀ ਪਤਾ ਹੈ ਛੋਟੇ ਹੁੰਦੇ ਸੀ, ਘਰੋਂ ਤਾਂ ਗੁੱਤਾਂ ਕਰਕੇ ਚਲੇ ਜਾਂਦੇ ਸੀ। 2 ਗੁੱਤਾਂ ਕਰਤੀਆਂ, ਜਦ ਸਕੂਲ ਗਏ ਤੇ ਜਾ ਕੇ ਬਾਲ ਖੋਲ ਲਏ, ਆਪਣਾ ਸ਼ੌਂਕ ਪੂਰਾ ਕਰਦੇ। ਰਬੜ ਹੱਥਾਂ 'ਚ ਪਾ ਲੈਂਦੇ ਸੀ ਵੀ ਆਂਦੇ ਹੋਏ, ਫਿਰ 2 ਗੁੱਤਾਂ ਕਰਕੇ ਵਾਪਸ ਆ ਜਾਂਦੇ ਸੀ। ਹਾਂਜੀ ਸਾਬਜੀ ਭੈਣ ਜੀ, ਤੁਸੀਂ ਕਿਤੇ ਨਹੀਂ ਇਸ ਤਰ੍ਹਾਂ ਕੀਤਾ ਸੀਗਾ? ਗੱਲ ਸੁਣੋ, ਅਸੀਂ ਤੇ ਕਰ ਹੀ ਨਹੀਂ ਸਕਦੇ। ਖੁਦ ਆਪ ਨਿਹੰਗਾਂ ਦੀ ਭੈਣ ਸੀ, ਨਿਹੰਗੀ ਡੈਡੀ ਸੀ। ਡੈਡੀ ਹੁਣ ਮੂੰਹ ਨਿਕਲਦਾ ਪਤਾ, ਤੇ ਬਾਪੂ ਜੀ ਤੇ ਬੇਬੇ ਜੀ ਆਂਦੇ ਸਾਂ। ਹੁਣ ਬੱਚਿਆਂ ਨੇ ਸਿਖਾ ਦਿੱਤਾ, ਬੱਚਿਆਂ ਨੂੰ ਫਰਕ ਪੈਂਦਾ ਹੈ ਨਾ। ਪੜ੍ਹੇ ਲਿਖਿਆ ਬੱਚੇ ਨੇ ਕਹਿੰਦੇ ਮੰਮੀ ਡੈਡੀ, ਜਦੋਂ ਉਹ ਕਹਿਣ ਲੱਗੇ ਸਾਡਾ ਵੀ ਫਿਰ ਮੰਮੀ ਡੈਡੀ ਖਿਆਲ ਹੋ ਗਿਆ, ਉੱਦਾਂ ਹੀ ਬੋਲਨੇ ਆ। ਜਿਹੜੀਆਂ ਪੜ੍ਹੀਆਂ ਲਿਖੀਆਂ ਫਰੈਂਡ ਇਹਨਾਂ ਨਾਲ ਮੰਮੀ ਡੈਡੀ ਬੋਲੀਦਾ, ਵੀ ਤੁਹਾਨੂੰ ਵੀ ਨਹੀਂ। ਇਹ ਤੇ ਹੈਗਾ ਥੋੜਾ ਜਿਹਾ ਉਹ ਦਾਗ ਲੱਗ ਜਾਂਦਾ, ਪਰ ਮੈਂ ਵੀ ਆਪਣੀ ਪਾਪੇ ਨੂੰ ਪਾਪਾ ਹੀ ਕਹਿੰਦੇ ਹੁੰਦੇ ਸੀ, ਜੀ ਵੀ ਨਹੀਂ ਲਾਉਂਦੇ ਸੀ, ਪਿਆਰ ਨਾਲ ਪਾ ਕਰਦਾ ਸੀ। ਆਪਣੀ ਬੀਬੀ ਨੂੰ ਬੀ ਕਹੀ ਜਾਣਾ, ਉਹ ਮਾਈਂਡ ਵੀ ਨਹੀਂ ਕਰਦੇ ਸੀਗੇ, ਹੈ ਨਾ। ਤੇ ਜੇ ਕੋਈ ਸੀਰੀਅਸ ਹੋ ਕੇ ਫਿਰ ਹੀ ਪਾਪਾ ਕਹਿੰਦੇ ਸੀਗੇ, ਨਹੀਂ ਤਾਂ ਪਾ ਸਾਨੂੰ ਆਹ ਚਾਹੀਦੀ, ਪਾ ਸਾਨੂੰ ਆਹ ਚਾਹੀਦੀ, ਉਹਨੇ ਕਹਿਣਾ ਇਸ ਤਰ੍ਹਾਂ। ਸਾਨੂੰ ਸਭ ਤੋਂ ਵੱਡੀ ਚੰਡੀਗੜ੍ਹ ਆ ਕੇ, ਚਲੋ ਸ਼ਾਦੀ ਤੇ ਹੋ ਗਈ ਸੀ, ਕੱਪੜੇ ਤੇ ਪਾਣੇ ਹੀ ਪਾਣੇ ਸੀ। ਚੰਡੀਗੜ੍ਹ ਆ ਕੇ ਹੋਰ ਤੁਸੀਂ ਸਕਰਟਾਂ ਪਾਉਣੀਆਂ ਸੀਗੀਆਂ? ਨਹੀਂ, ਸਕੈਲਟਾਂ 'ਚ ਪੈਂਟਾਂ ਦਿੰਦੇ ਨੇ ਬਾਹਰ ਬੱਚੇ, ਨਹੀਂ ਅਸੀਂ ਆਪਣੀ ਮੰਦੇ, ਕੁਝ ਪੂਰੀਆਂ ਵੀ ਨਹੀਂ ਆਉਂਦੀਆਂ। ਮੋਟੇ ਵੀ ਹੋ ਗਏ ਆ, ਤੇ ਉਹ ਤੇ ਏਜ ਦੇ ਹਿਸਾਬ ਨਾਲ ਹੁੰਦਾ ਹੀ। ਹਾਂਜੀ ਹਾਂਜੀ। ਤੇ ਸਾਨੂੰ ਬੜਾ ਚੰਗਾ ਲੱਗਾ ਇੱਥੇ ਆ ਕੇ, ਆਏ ਆ ਤੇ ਮਿਲ ਜੁਲ ਕੇ ਸਾਰਿਆਂ ਘਰ ਜਾਈਦਾ, ਪਾਰਟੀਆਂ ਤੇ ਜਾਈਦਾ, ਥੋੜਾ ਜਿਹਾ ਨੱਚ ਵੀ ਲਈਦਾ। ਸਾਨੂੰ ਜਿਹੜਾ ਸ਼ੌਂਕ ਪਿਛਲੇ ਸਾਰੇ ਅਸੀਂ ਚੰਡੀਗੜ੍ਹ ਕੀਤੇ। ਮੇਰੇ ਮਨ 'ਚ ਸਾਬਜੀ ਭੈਣ ਜੀ ਇੱਕ ਗੱਲ ਆ ਰਹੀ ਆ, ਜਿਸ ਤਰ੍ਹਾਂ ਤੁਸੀਂ ਉੱਚੇ ਨੀਵੇਂ ਗੋਰੇ ਚਿੱਟੇ ਹੋ, ਜਾਂ ਤੁਸੀਂ ਯੰਗ ਹੋਣੇ ਫਿਰ ਤਾਂ ਤੁਸੀਂ ਬਹੁਤ ਬਿਊਟੀਫੁਲ ਹੋਣੇ, ਫਿਰ ਤਾਂ ਮੇਰੇ ਖਿਆਲ ਤੁਹਾਡਾ ਪਰਿਵਾਰ ਤੁਹਾਨੂੰ ਲੁਕੋ ਕੇ ਹੀ ਰੱਖਦੇ ਹੋਣੇ ਆ। ਹਾਂਜੀ, ਗੱਲ ਸੁਣੋ, ਪਰਿਵਾਰ ਸਾਰੇ ਸਾਡਾ ਇਦਾਂ ਦਾ ਸੀ, ਪਰ ਸਾਡੀਆਂ ਬੇਟੀਆਂ ਨੂੰ ਜਾਣ ਹੀ ਨਹੀਂ ਦਿੰਦਾ। ਅਸੀਂ ਤੁਸੀਂ ਵੀ ਚਾਹੇ ਕਾਲੀਆਂ ਸੀ ਚਾਹੇ ਗੋਰੀਆਂ ਸੀ। ਨਹੀਂ, ਤੁਸੀਂ ਸਾਰੇ ਇਦਾਂ ਦੇ ਨੇ, ਪਰ ਅਸੀਂ ਸਾਰੇ ਅਨਪੜ੍ਹ, ਅੱਗੋਂ ਭਤੀਜੇ ਸਾਰੇ ਪੜ੍ਹੇ ਲਿਖੇ। ਤੇ ਤੁਸੀਂ ਵੀ ਹੱਸੋਗੇ, 6 ਭਰਾ 3 ਭੈਣਾਂ, ਅਸੀਂ ਵੀ ਘੱਟ ਨਹੀਂ ਹੈ। 9 ਭੈਣ ਭਰਾ। ਤੇ ਸਾਡੇ ਜਦੋਂ ਬੱਚੇ ਪੜ੍ਹੇ ਲਿਖੇ ਪੁੱਛਦੇ ਨੇ ਵੀ ਅੱਗੋਂ ਆਂਦੇ ਨੇ, ਨਾਨੀ ਜਿਹੜੀ ਸੀ ਸਾਡੀ ਨਾਨੀ ਜੀ ਕੱਪੜੇ ਕਿਵੇਂ ਪਾਉਂਦੀ ਹੋਣੀ ਹੈ, ਨਹਾਉਂਦੀ ਕਿਵੇਂ ਹੋਣੀ ਹੈ, ਤੇ ਮੰਜੀਆਂ ਇੱਦਾਂ ਬੈੱਡ ਕਿਵੇਂ ਵਿਛਾਉਂਦੀ ਹੋਣੀ ਹੈ। ਮੈਨੂੰ ਹਾਸਾ ਆ ਜਾਂਦਾ ਸੀ। ਮੈਂ ਕਿਹਾ ਤੁਹਾਡੇ ਅੰਦਰ ਰੂਮ ਨਹੀਂ ਸੀ ਮੰਗਦੇ ਇੱਕ ਸਾਡੇ ਤੇ ਇਕੱਠੇ 2-4 ਕਮਰੇ ਹੁੰਦੇ ਸੀ, ਆਪਾਂ ਇਕੱਠੀਆਂ ਮੰਜੀਆਂ ਵਿਛਾਣੀਆਂ ਤੇ ਇਕੱਠੇ ਹੀ ਸੌ ਜਾਣਾ ਸਾਰਿਆਂ ਨੇ, 2-2 ਕਰਕੇ ਹੈ। ਮੈਂ ਕਿਹਾ ਸਾਡੇ ਖਾਣ ਪੀਣ 'ਚ ਬੜੀਆਂ ਮੌਜਾਂ ਸੀ, ਐਸੀ ਗੱਲ ਨਹੀਂ ਉੱਥੇ। ਪਰ ਜੋ ਚਾਹੁੰਦੇ ਨੇ ਬੱਚੇ ਅੱਜ ਕੱਲ੍ਹ ਦੇ ਪੜ੍ਹੇ ਲਿਖੇ, ਕੁੜੀਆਂ ਵੀ ਇਕੱਲੀਆਂ ਰਹਿਣੀਆਂ, ਮੁੰਡੇ ਵੀ, ਨੂੰਹ ਇਕੱਲੀਆਂ ਰਹਿਣਾ ਚਾਹੁੰਦੀਆਂ ਨੇ, ਉਹ ਅੱਜ ਕੱਲ੍ਹ ਤੁਸੀਂ ਵੇਖ ਹੀ ਰਹੇ ਹੋ, ਦੱਸਣ ਦੀ ਲੋੜ ਹੀ ਨਹੀਂ ਹੈਗੀ। ਅੱਛਾ ਗੀਤਾ ਜੀ, ਮੈਂ ਇਹ ਆਪ ਜੀ ਨੂੰ ਸਵਾਲ ਪਾਉਂਦੀ ਹਾਂ, ਕੀ ਜਾਣੀ ਕਿ ਜਿਸ ਤਰ੍ਹਾਂ ਕਹਿੰਦੇ ਆ ਹਰੇਕ ਕੋਈ ਚਾਹੁੰਦਾ ਹੈ ਸਾਡੇ ਨਾਲ ਸੱਸ ਸਹੁਰਾ ਔਰ ਐਕਸਟੈਂਡਡ ਫੈਮਿਲੀ ਨਾ ਹੋਵੇ, ਕੀ ਤੁਹਾਡੇ ਖਿਆਲ ਦੇ ਵਿੱਚ ਇਹ ਚੰਗੀ ਗੱਲ ਆ ਔਰ ਨਹੀਂ?
ਨਹੀਂ ਦੇਖੋ, ਇਹ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਕੱਠਾ ਰਹਿਣਾ ਕੋਈ ਬੁਰੀ ਗੱਲ ਹੈ, ਰਹਿਣਾ ਵੀ ਚਾਹੀਦਾ ਹੈ। ਪਰ ਇੱਕ ਅੱਜ ਕੱਲ ਬੱਚੇ ਪੜ੍ਹ ਲਿਖ ਗਏ ਇੰਨੀ ਦੂਰ ਦੂਰ, ਉਹਨਾਂ ਦੀਆਂ ਨੌਕਰੀਆਂ ਦੂਰ ਹੋ ਗਈਆਂ, ਤੇ ਨੈਚੁਰਲੀ ਫਿਰ ਬਹੂਆਂ ਨੇ ਵੀ ਨਾਲ ਹੀ ਜਾਣਾ ਹੈ, ਤੇ ਉਹ ਬੱਚੇ ਨੈਚੁਰਲੀ ਅਲੱਗ ਹੋ ਜਾਂਦੇ ਆ ਹੁਣ। ਪਰ ਉਹ ਸਾਡਾ ਇੰਨਾ ਮਾਣ ਕਰਦੇ ਆ, ਉਹ ਸਾਨੂੰ ਬੁਲਾਉਂਦੇ ਆ ਕਿ ਸਾਡੇ 'ਚ ਆ ਕੇ ਰਹੋ, ਉਹ ਬੜਾ ਸੁਖੀ ਮਹਿਸੂਸ ਕਰਦੇ ਆ। ਤੇ ਜਿਹੜੀ ਕਲਚਰਲ ਲੜਾਈ ਹੁੰਦੀ ਆ ਸੱਸ ਨੂੰਹ ਦੀ, ਉਹ ਨਹੀਂ ਉਹ ਹੈ ਅੱਜ ਕੱਲ ਦੇ ਪੜ੍ਹੇ ਲਿਖੇ ਬੱਚੇ ਆ, ਉਹ ਥੋੜਾ ਜਿਹਾ ਇਸ ਚੀਜ਼ ਨੂੰ ਠੀਕ ਸਮਝਦੇ ਆ, ਉਹ ਇੰਜ ਲੜਦੇ ਨਹੀਂ। ਜਿਵੇਂ ਪਹਿਲਾਂ ਇੰਨੀਆਂ ਪੜ੍ਹੀਆਂ ਲਿਖੀਆਂ ਨਹੀਂ ਹੁੰਦੀਆਂ ਸੀ, ਉਹ ਥੋੜਾ ਜ਼ਿਆਦਾ ਲੜਦੀਆਂ ਹੁੰਦੀਆਂ ਸੀ। ਉਹ ਤੇ ਜਿਸ ਤਰ੍ਹਾਂ ਆਂਢ ਗੁਆਂਢ ਹੁੰਦਾ ਸੀ, ਮੇਰੇ ਖਿਆਲ ਉਹਨਾਂ ਨੂੰ ਜਾਣ ਬੁੱਝ ਕੇ ਸੁਣਾਉਂਦੇ ਹੁੰਦੇ ਸੀ। ਤੇ ਆਸ਼ਾ ਭੈਣ ਜੀ, ਕੀ ਤੁਹਾਡੇ ਪਰਿਵਾਰ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ, ਲੁੱਕ ਕੇ ਲੜਦੇ ਸੀ ਚਾਹੇ ਖੁੱਲ ਕੇ ਲੜਦੇ ਸੀ? ਨਹੀਂ, ਸਾਡੀ ਲੜਾਈ ਨਹੀਂ ਹੁੰਦੀ ਸੀ। ਸਾਡੇ ਦਾਦੀ ਜੀ ਬਜ਼ੁਰਗ ਜੇ ਹੁੰਦੇ ਹੈਗੇ ਸੀ ਜਿਹੜੇ, ਉਹਨਾਂ ਨੇ ਬਹੁਤ ਸਮੇਟ ਕੇ ਰੱਖਿਆ ਸੀ ਪਰਿਵਾਰ ਨੂੰ। 4 ਬਹੂਆਂ ਸੀਗੀਆਂ, ਵਾਰੀ ਲਾਈ ਹੋਈ ਸੀ ਸਭ ਦੀ। ਸਵੇਰੇ ਕਿਸੇ ਨੇ ਇੱਕ ਨੇ ਨਾਸ਼ਤਾ ਬਣਾਉਣਾ ਹੈ, ਇੱਕ ਨੇ ਦੁਪਹਿਰ ਦੀ ਬਣਾਉਣੀ ਹੈ, ਇੱਕ ਨੇ ਰਾਤ ਦੀ ਬਣਾਉਣੀ ਹੈ, ਇੱਕ ਨੇ ਭਾਂਡੇ ਧੋਣੇ। ਉਹ ਜਿਸ ਤਰ੍ਹਾਂ ਮਨਵੀਰ ਭੈਣ ਜੀ ਨੇ ਕਿਹਾ ਸੀਗਾ, ਜਠਾਣੀਆਂ ਦਰਾਣੀਆਂ ਜੋ ਹੁੰਦੀਆਂ ਉਹਨਾਂ ਦੇ ਇੱਕ ਰੂਟੀਨ ਬਣਾਈ ਹੋ ਸੀ। ਹਾਂਜੀ, ਪੂਰੀ ਰੂਟੀਨ ਬਣੀ ਹੋਈ ਸੀਗੀ। ਦਾਦੀ ਜੀ ਦਾ ਪੂਰਾ ਰੋਬ ਸੀਗਾ ਹਰੇਕ ਤੇ, ਸਾਡੇ ਤੇ ਵੀ। ਸਾਨੂੰ ਕਿਤੇ ਆਉਣ ਨਹੀਂ ਦੇਣਾ, ਬਾਹਰ ਜਾਣ ਨਹੀਂ ਦੇਣਾ, ਹਰੇਕ ਨੂੰ। ਮਤਲਬ ਉਹਨਾਂ ਨੇ ਪੂਰੀ ਸਟ੍ਰਿਕਟੀ ਲਗਾਈ ਹੋਈ ਸੀ ਕਿ ਵੀ ਕਿਤੇ ਆਣਾ ਜਾਣਾ ਨਹੀਂ, ਹਰ ਕੰਮ ਤੇ ਉਹਨਾਂ ਨੇ ਪਾਬੰਦੀਆਂ ਲਗਾਈਆਂ ਹੋਈਆਂ ਸੀ। ਅੱਛਾ ਜੀ ਮਨਵੀਰ ਭੈਣ ਜੀ, ਹੁਣ ਮੈਂ ਆਪ ਜੀ ਵੱਲ ਆਉਂਦੀ ਹਾਂ, ਤੇ ਅਗਰ ਜਿਸ ਵੇਲੇ ਤੁਹਾਡੇ ਸਨ ਦਾ ਵਿਆਹ ਹੋਵੇ ਤੇ ਉਹਨਾਂ ਤੇ ਤੁਸੀਂ ਕਿਸ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਸ ਲਾਉਂਗੇ ਔਰ ਕਿਸ ਤਰ੍ਹਾਂ ਦੀਆਂ ਨਾ ਲਾਉਂਗੇ? ਮੈਂ ਤਾਂ ਜੀ ਮੇਰੇ ਸਹੁਰੇ ਪਰਿਵਾਰ ਵਿੱਚ ਆ ਕੇ ਮੇਰੇ ਤੇ ਕੋਈ ਬੈਨ ਨਹੀਂ ਸੀ। ਮੇਰੇ ਤੋਂ ਪਹਿਲੀਆਂ ਮੇਰੀਆਂ ਜਠਾਣੀਆਂ ਨੇ ਕਦੀ ਹਸਬੈਂਡ ਦਾ ਨਾਮ ਨਹੀਂ ਲਿਆ। ਮੈਂ ਤਾਂ ਆਪਣੇ ਡੋਲੀ ਆਈ ਹੈ ਉਸ ਦਿਨ ਤੋਂ ਮੈਂ ਇਹਨਾਂ ਨੂੰ ਚੰਨੀ ਕਹਿੰਦੀ ਸੀ। ਨਾਮ ਦਾ ਇਹਨਾਂ ਨਾਮ ਪਿਆਰ ਦੇ ਨਾਲ ਚੰਨੀ ਕਹਿੰਦੇ ਸੀ ਵੈਸੇ? ਇਹਨਾਂ ਦਾ ਨਾਮ ਚਰਨਜੀਤ ਸਿੰਘ ਚੱਡਾ, ਪਰ ਮੈਂ ਪਹਿਲੇ ਦਿਨ ਤੋਂ ਹੀ ਚੰਨੀ ਕਹਿੰਦੀ ਸੀ। ਮੈਨੂੰ ਆਪਣੇ ਸਹੁਰੇ ਘਰ 'ਚ ਕੋਈ ਰੋਕ ਟੋਕ ਨਹੀਂ ਮਿਲੀ। ਮੈਂ ਖੁਸ਼ੀ ਨਾਲ ਆਪਣੀਆਂ ਨਨਾਣਾ ਜਠਾਣੀਆਂ ਦਾ ਆਦਰ ਕੀਤਾ। ਉਹਨਾਂ ਨੇ ਸਗੋਂ ਮੈਨੂੰ, ਇਕੱਠਾ ਪਰਿਵਾਰ ਹੁੰਦਾ ਸੀ, ਮੈਨੂੰ ਜ਼ਰੂਰ ਕਹਿੰਦੀਆਂ ਸੀ ਕਿ ਲੋ ਡੇਜ਼ੀ ਜਾਓ, ਅੱਜ ਤੁਸੀਂ ਹੋਟਲ ਹੀ ਚਲ ਜਾਓ, ਅੱਜ ਇੱਥੇ ਚਲ ਜਾਓ। ਬਹੁਤ ਖੁੱਲੇ ਸੁਭਾਅ ਦੀਆਂ ਸੀ। ਮੈਂ ਕਦੀ ਵੀ ਨਹੀਂ ਚਾਹਾਂਗੀ ਆਪਣੇ ਬੇਟੇ ਤੇ ਜਾਂ ਬਹੂ ਤੇ ਵੀ ਰੋਕ ਲਗਾਵਾਂ, ਇੰਟਰਫੇਅਰ ਨਹੀਂ ਜੀ ਕਰਨਾ। ਬਿਲਕੁਲ ਨਾ। ਮੇਰੀਆਂ ਜੋ ਆਪਣੀਆਂ ਤਮੰਨਾਵਾਂ ਕਈ ਨਹੀਂ ਪੂਰੀਆਂ ਹੋਈਆਂ, ਉਹ ਮੈਂ ਆਪਣੀਆਂ ਬੇਟੀਆਂ ਵਿੱਚ ਦੇਖਿਆ। ਮੈਂ ਬੇਟੀ ਦੀ ਮੇਰੀ ਇਸ ਤਰ੍ਹਾਂ ਦੇ ਪੋਜ਼ ਬੇਟਾ ਖਿਚਾਓ, ਇਸ ਤਰ੍ਹਾਂ ਦੀ ਵੀਡੀਓ ਬਣੇ, ਇਸ ਤਰ੍ਹਾਂ ਦੀ ਐਲਬਮ ਬਣੇ। ਇਵੇਂ ਮੈਂ ਆਪਣੇ ਬੇਟੇ ਨੂੰ ਚਾਹਾਂਗੀ ਕਿ ਹਰ ਤਮੰਨਾ, ਹਰ ਖੁਸ਼ੀ ਨੂੰ ਮਿਲੇ, ਕੋਈ ਰੋਕ ਟੋਕ ਨਹੀਂ। ਨਾਲੇ ਸਭ ਤੋਂ ਪਹਿਲੀ ਗੱਲ ਕਿ ਅੱਜ ਕੱਲ੍ਹ ਮਾਈਂਡ ਮੇਕਅਪ ਕੀਤਾ ਹੋਇਆ ਪੇਰੈਂਟਸ ਨੇ ਕਿ ਬੱਚੇ ਇੰਨੇ ਪੜ੍ਹ ਗਏ, ਉਹਨਾਂ ਨੇ ਬਾਹਰ ਹੀ ਰਹਿਣਾ, ਤੇ ਕਿਉਂ ਆਪ ਵੀ ਬੁਰੇ ਬਣੀਏ? ਹਾਂਜੀ ਹਾਂਜੀ, ਸਮਝਾ ਲਈਏ, ਆਪਣਾ ਮਨ ਸਮਝਾਏ। ਮੇਰਾ ਬੇਟਾ MBA ਕਰਨ ਦਿੱਲੀ ਜਾ ਰਿਹਾ ਸੀ, ਤੇ ਉਹਨੇ ਕੈਟਸ ਕਲੀਅਰ ਕਰਕੇ MBA ਕੀਤੀ ਆ, ਤੇ ਮੈਂ ਰੋਣ ਲੱਗ ਗਈ ਉਹਨੂੰ ਮਿਲ ਕੇ। ਤੇ ਮੇਰੇ ਹਸਬੈਂਡ ਨੇ ਕਿਹਾ, ਇਹ ਬਸ ਹੁਣ ਅੱਜ ਇਹਦੀ ਡੋਲੀ ਧੋ ਰਹੀ ਹੈ, ਇਹ ਨਾ ਸੋਚੀ ਕਿ ਹੁਣ MBA ਤੋਂ ਤੇਰੇ ਕੋਲ ਆ ਕੇ ਪੜ੍ਹੇ। ਮੈਂ ਉਸੇ ਦਿਨ ਤੋਂ ਸੋਚ ਲਿਆ ਸੀ, ਔਰ ਮੈਂ ਖੁਸ਼ ਹਾਂ, ਬੱਚੇ ਜਿੱਥੇ ਵੀ ਰਹਿਣ ਖੁਸ਼ ਰਹਿਣ। ਇਹਦਾ ਮਤਲਬ ਇਹ ਹੈ ਜੋ ਤੁਹਾਡੇ ਹਸਬੈਂਡ ਜੀ ਹਨ, ਨਹੀਂ ਤੇ ਅੱਜ ਅਗਰ ਘਰ ਹੁੰਦੇ ਆਪਾਂ ਉਹਨਾਂ ਨੂੰ ਵੀ ਆਪਣੇ ਨਾਲ ਬਹਾਲ ਲੈਂਦੇ, ਉਹਨਾਂ ਦੇ ਵਿਊਜ਼ ਵੀ ਪੁੱਛਦੇ। ਤੇ ਇਹਦਾ ਮਤਲਬ ਇਹੀ ਆ, ਤੁਹਾਡਾ ਜੋ ਪਰਿਵਾਰ ਹੈਗਾ ਕਾਫੀ ਸਮਝਦਾਰ ਹੈਗੇ ਆ, ਤੇ ਉਸ ਹਿਸਾਬ ਦੇ ਨਾਲ ਐਡਵਾਈਸ ਦਿੰਦੇ। ਤੇ ਫਿਰ ਮੈਂ ਵੀ ਇਹੀ ਕਹੂੰਗੀ, ਕਿਉਂਕਿ ਸਮੇਂ ਦੇ ਨਾਲ ਸਾਨੂੰ ਸਭ ਨੂੰ ਚੇਂਜ ਹੋਣਾ। ਹਾਂਜੀ, ਚੇਂਜਿਸ ਆਉਂਦੀ ਵੀ ਹੈਗੀ ਆ, ਔਰ ਹੋਣਾ ਵੀ ਚਾਹੀਦਾ ਆ। ਜਿਸ ਤਰ੍ਹਾਂ ਪਹਿਲੀਆਂ ਸੱਸਾਂ ਹੁੰਦੀਆਂ ਸੀ ਔਰ ਨੂੰਹਾਂ ਹੁੰਦੀਆਂ ਸੀ, ਲੜ ਕੇ ਇੱਕ ਦੂਸਰੇ ਨੂੰ ਦੱਸਦੀਆਂ ਸੀ, ਮੈਂ ਤੇਰੇ ਤੋਂ ਵੱਧ ਆ, ਉਹ ਕਹਿੰਦੀ ਸੀ ਮੈਂ ਤੇਰੇ ਤੋਂ ਵੱਧ ਆ, ਮੈਂ ਆਪਣੇ ਪੇਕੇ ਘਰਾਂ ਤੋਂ ਇਹ ਲਿਆਂਦਾ। ਮੈਂ ਸੱਸ ਦੇਖੀ ਨਹੀਂ। ਮੇਰੇ ਵਿਆਹ ਤੋਂ ਪਹਿਲੇ ਹੀ ਉਹਨਾਂ ਦੀ 1 ਮਹੀਨਾ ਵੀ ਰਿਸ਼ਤਾ ਹੋਇਆ, 1 ਮਹੀਨਾ ਪਹਿਲੇ ਡੈਥ ਹੋ ਗਈ ਸੀ। ਪਰ ਜੋ ਆਪਣੀਆਂ ਜਠਾਣੀਆਂ ਕੋਲ ਸੁਣਿਆ ਕਿ 12 ਬੱਚੇ ਸੀ, ਉਹ ਇੱਕ ਨੂੰ ਆਂਦੇ, ਗੁੱਤ ਕਰਦੇ, ਮੱਥਾ ਚੁੰਮਦੇ ਸੀ। ਮੇਰੀ ਸੱਸ ਬਹੁਤ ਅੱਛੀ ਸੀ, ਮੈਂ ਨਹੀਂ ਦੇਖੀ, ਪਰ ਮੇਰੀਆਂ ਜਠਾਣੀਆਂ ਦੱਸਦੀਆਂ। ਨਹੀਂ, ਅਗਰ ਤੁਹਾਡੀਆਂ ਜਠਾਣੀਆਂ ਦੱਸ ਰਹੇ, ਮੇਰੇ ਖਿਆਲ ਦੇ ਵਿੱਚ ਬਿਲਕੁਲ ਇਹ ਇਸ ਤਰ੍ਹਾਂ ਹੀ ਹਾਂਜੀ ਹੋਵੇਗਾ, ਤੇ ਬਹੁਤ ਵਧੀਆ ਗੱਲ ਆ। ਤੇ ਸਾਡੀ ਐਡਵਾਈਸ ਤਾਂ ਇਹੀ ਆ, ਪਹਿਲਾਂ ਆਪਣਾ ਪਰਿਵਾਰ ਦੇਖੋ ਕਿਸ ਤਰ੍ਹਾਂ ਦਾ, ਕਿਸੇ ਨੂੰ ਪਿੱਛੇ ਨਾ ਛੱਡੋ। ਤੇ ਪੈਰੈਂਟਸ ਦੀ ਮੈਂ ਤੇ ਇਹੀ ਕਹਿੰਦੀ ਹੁੰਦੀ, ਆਪਣੇ ਹਰ ਇੱਕ ਪ੍ਰੋਗਰਾਮ ਦੇ ਵਿੱਚ ਜਿੱਥੇ ਕਦਰ ਕਰਨੀ ਉੱਥੇ ਕਦਰ ਕਰਨੀ ਚਾਹੀਦੀ। ਰਿਸਪੈਕਟ ਯੂਰ ਐਲਡਰਸ, ਤੇ ਆਪਣੇ ਮਾਂ ਪਿਓ ਦੀ ਜ਼ਰੂਰ ਦੇਖਭਾਲ ਕਰਨੀ ਚਾਹੀਦੀ ਆ। ਕਿਉਂਕਿ ਜਿਸ ਵੇਲੇ ਸਾਡੇ ਬੱਚੇ, ਅਸੀਂ ਸੀ ਬੱਚੇ, ਅਸੀਂ ਛੋਟੇ ਸੀ, ਤੇ ਸਾਡੀ ਦੇਖਭਾਲ ਸਾਡੇ ਪੈਰੈਂਟਸ ਕਰਦੇ ਸਨ। ਤੇ ਜਿਹੜਾ ਸਾਡਾ ਅਸਲੀ ਕਲਚਰ, ਸਾਡਾ ਸਿੱਖ ਧਰਮ, ਉਹ ਇਹ ਕਹਿ ਰਿਹਾ, ਪਹਿਲਾਂ ਆਪਣੇ ਜੋ ਸਿਆਣੇ, ਜੋ ਤੁਹਾਡੇ ਮਾਂ ਪਿਓ ਹੈਗੇ ਆ, ਉਹਨਾਂ ਦੀ ਦੇਖਭਾਲ ਕਰੋ, ਉਹਨਾਂ ਦੀ ਸੇਵਾ ਕਰੋ, ਤੇ ਪਰਮਾਤਮਾ ਤਾਂ ਸੈਕੰਡ ਜਗ੍ਹਾ 'ਤੇ ਹੈਗੇ ਆ। ਪ੍ਰਧਾਨ ਜੀ, ਤੁਸੀਂ ਹੁਣ ਧਾਰਮਿਕ ਪਰਿਵਾਰ ਦੇ ਹੋ,
ਹਾਂ ਕੀ ਕਹਿੰਦੇ ਹੁੰਦੇ ਨਿਹੰਗਾਂ ਦੇ ਪਰਿਵਾਰ ਵਿੱਚੋਂ ਹੋ, ਤੁਹਾਡਾ ਕੀ ਖਿਆਲ ਹੈ ਇਹਦੇ ਉੱਪਰ? ਸਾਡਾ ਜੀ ਧਰਮ ਦੇ ਵਿਚਾਰ ਚ ਹੈ ਤੇ ਬਹੁਤ ਵਧੀਆ ਸੀ, ਪਰ ਵਧੀਆ ਵੀ ਇਹ ਸੀ ਨੀਲੀ ਚੁੰਨੀ ਤੋਂ ਬਿਨਾ ਕੋਈ ਚੁੰਨੀ ਨਹੀਂ ਸੀ ਲੈਣ ਦਿੰਦੇ। ਹੁਣ ਅੱਜ ਕਾ ਵੇਖੋ ਬੱਚਿਆਂ ਦੇ ਜਾਂ ਪੜ੍ਹਿਆਂ ਲਿਖਿਆਂ ਸ਼ਹਿਰ ਵਿੱਚ ਆ ਗਏ ਆ ਵਧੀਆ ਚ, ਵੀ ਤੁਸੀਂ ਵੰਨ ਦੇ ਸੂਟ ਪਾਓ, ਭਾਵੇਂ ਤੇ ਉਹ ਕੀ ਅੱਜ ਕੱਲ੍ਹ ਪਲਾਜੋ ਚੱਲੇ ਨੇ ਉਹ ਪਾਓ, ਜੇ ਜਿੰਨਾ ਵੀ ਪਾ ਸਕਣਾ ਸਰਦਾਰ ਜੀ ਕੋਈ ਰੋਕਦੇ ਨਹੀਂ, ਬੱਚੇ ਕੋਈ ਰੋਕਦੇ ਨਹੀਂ। ਪਰ ਜਦੋਂ ਮੈਂ ਦੱਸਣੀ ਹੈ ਜਲਦੀ ਮੈਂ ਫਰਾਕ ਟੌਪ ਸੂਟ ਕੇ ਪਾਇਆ ਤੇ ਮੈਂ ਆਪਣੇ ਮਤਲਬ ਰਿਵਾਜ ਕਰਕੇ ਗਈ ਤੇ ਮੇਰੇ ਭਰਾ ਬੜੇ ਖੁਸ਼ ਹੋਏ, ਭੈਣ ਨਿਹੰਗਣੀ ਬਣ ਕੇ ਆ ਗਈ ਹੈ। ਮੈਨੂੰ ਆਖਿਆ ਭੈਣ ਤੇ ਫੈਸ਼ਨ ਕੀਤਾ ਇੰਨੇ ਸਾਲਾਂ ਬਾਅਦ ਦੰਦ ਨੇ ਨਿਹੰਗਣੀ ਬਣ ਕੇ ਆ ਗਈ ਹੈ। ਭੈਣ ਤੂੰ ਨੀਲੀ ਚੁੰਨੀ ਲੈ ਲੈਂਦੀ ਨਾ ਬਹੁਤ ਚੰਗੀ ਲੱਗਣਾ ਸੀ। ਉਹਨਾਂ ਨੂੰ ਪਤਾ ਨਹੀਂ ਲੱਗਾ ਫਿਰ ਕੋਈ ਨਿਹੰਗਣੀ ਹੈ। ਉਹ ਫਰਾਕ ਟੌਪ ਸੂਟ ਚੱਲੇ ਨਾ ਪਾਏ ਇੱਥੇ ਚੰਡੀਗੜ੍ਹ 'ਚ, ਤੇ ਮੈਨੂੰ ਬੜਾ ਚੰਗਾ ਲੱਗਾ ਵੀ ਇਹਨਾਂ ਨੂੰ ਨਹੀਂ ਪਤਾ ਲੱਗਾ, ਮੈਨੂੰ ਗੁੱਸੇ ਨਹੀਂ ਹੋਏ। ਤੇ ਮੈਨੂੰ ਕਈ ਵਾਰੀ ਹੁਣ ਵੀ ਪਿਛਲੀ ਵਾਰ ਮੈਂ ਗਈ ਤੇ ਮੈਂ ਲਾਲ ਸੂਟ ਸਵਾਇਆ ਪਿਆ ਸੀ, ਪਾਇਆ ਤੇ ਆਂਦਾ ਭੈਣ ਜੀ ਤੁਹਾਨੂੰ ਲਾਲ ਸੂਟ ਜੱਚਦਾ ਬੜਾ ਹੈ। ਚਲੋ ਠੀਕ ਹੈ, ਉਮਰ ਤੇ ਵਾਹਵਾ ਹੀ ਹੋ ਗਈ ਹੈ, ਚੰਗਾ ਜੱਚਦਾ। ਮੈਂ ਕਿ ਤੁਸੀਂ ਮੈਨੂੰ ਕਿਹਦੇ 'ਚ ਵੇਖਣਾ ਚਾਹੁੰਦੇ ਹੋ, ਲਾਲ ਨਹੀਂ ਪਾਵਾਂ? ਆਂਦਾ ਨਹੀਂ ਭੈਣ ਵੱਡੀ ਹੈ, ਤੂੰ ਲਾਲ ਪਾ, ਜੋ ਮਰਜ਼ੀ ਪਾ। ਤੇ ਸਾਨੂੰ ਹੁਣ ਕੋਈ ਨਾ ਉਧਰੋਂ ਰੋਕ ਟੋਕੇ, ਕਿਉਂ ਨਹੀਂ ਰੋਕ ਟੋਕੇ? ਹੁਣ ਉਹਨਾਂ ਦੀ ਆਪਣੀਆਂ ਬੇਟੀਆਂ ਜਿਹੜੀਆਂ ਨੇ ਡਿਊਟੀ ਪਾਰਲਰ ਕੋਲ ਜਾਂਦੀਆਂ ਨੇ, ਹੁਣ ਉਹਨਾਂ ਨੂੰ ਪਤਾ ਲੱਗਾ ਭੈਣਾਂ ਨੂੰ ਪਾਰਲਰ ਵੀ ਕੀ ਚੀਜ਼ ਆ। ਹਾਂ ਆਪ ਭੇਜਦੇ ਨੇ ਗੱਡੀ ਤੇ, ਜਾ ਤਿਆਰ ਹੋ ਕੇ ਆਓ। ਸਾਡੇ ਵੇਲੇ ਅੰਦਰ ਅਸਮਾਈਆਂ ਲੱਗਣੀਆਂ, ਮਹਿੰਦੀਆਂ ਲੱਗਣੀਆਂ, ਪੁਰਾਣੇ ਸੂਟਾਂ ਨਾਲ ਸਾਰਿਆਂ ਨਾਲ, ਜਿਹੜਾ ਸਾਡਾ ਪੁਰਾਣਾ ਜ਼ਮਾਨਾ ਸੀ। ਸਾਨੂੰ ਬਹੁਤ ਅੱਛਾ ਸਾਡਾ ਪੁਰਾਣੇ ਜ਼ਮਾਨੇ ਤੇ ਵਿਆਹ ਹੋਇਆ ਹੈ, ਜਿਹੜੇ 3-4 ਦਿਨ ਪਹਿਲਾਂ ਗੀਤ ਬਹਿੰਦੇ ਨੇ, ਹੁਣ ਤੇ ਇੱਕ ਦਿਨ 4 ਘੰਟੇ ਗੀਤ ਬਹਿੰਦੇ ਆ। ਕੋਈ ਸੁਣਾ ਸਕਦੇ ਆ ਇਸ ਤਰ੍ਹਾਂ ਦਾ? ਚਲੋ ਮਨਵੀਰ ਭੈਣ ਜੀ ਆਪ ਜੀ ਨੂੰ ਆਉਂਦਾ ਕੋਈ? ਹਾਂ ਤੁਹਾਨੂੰ? ਨਹੀਂ ਅੰਬਾਂ ਤੇ ਤੁੱਤਾਂ ਦੀ ਠੰਡੜੀ ਏ ਛਾਂ, ਤੇ ਲੱਛੋ ਕੁੜੀ ਕਿਉਂ ਖੜੀ, ਕੀ ਤੇਰੇ ਪੈਕੇ ਨੇ ਦੂ, ਤੇ ਕੀ ਤੇਰੇ ਪੈਕੇ ਨੇ ਦੂ, ਤੇ ਲੱਛੋ ਕੁੜੀ ਕਿਉਂ ਖੜੀ, ਨਾ ਮੇਰੇ ਪੈਕੇ ਨੇ ਦੂ, ਤੇ ਨਾ ਮੇਰੇ ਪੈਕੇ ਨੇ ਦੂ, ਮੇਰਾ ਕੌਣ ਪਰਦੇਸ ਗਿਆ, ਤੇ ਲੱਛੋ ਕੁੜੀ ਤਾਂ ਖੜੀ, ਮੇਰਾ ਢੋਲ ਪਰਦੇਸੀ, ਤੇ ਲੱਛੋ ਕੁੜੀ ਤਾਂ ਖੜੀ। ਭੈਣ ਜੀ ਤੁਸੀਂ ਤੇ ਹੱਦ ਹੀ ਕਰ ਦਿੱਤੀ, ਬਹੁਤ ਵਧੀਆ, ਬਿਊਟੀਫੁਲ ਵੌਇਸ, ਵੈਰੀ ਨਾਈਸ। ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਤੁਸੀਂ ਕਹਿ ਰਹੇ ਸੀ ਤੁਸੀਂ ਸੰਗਣਾ ਆ, ਮੈਨੂੰ ਪਤਾ ਨਹੀਂ ਲੱਗਣਾ ਮੈਂ ਕਿੱਦਾਂ ਗੱਲਬਾਤ ਕਰਾਂ, ਪਰ ਤੁਸੀਂ ਤੇ ਬਹੁਤ ਵਧੀਆ ਗੱਲਬਾਤ ਕੀਤੀ ਆ। ਤੇ ਆਸ਼ਾ ਭੈਣ ਜੀ ਫਾਈਨਲੀ ਆਪ ਜੀ ਕੀ ਕਹਿਣਾ ਚਾਹੁੰਦੇ ਆ ਕਿਸ ਬਾਰੇ? ਕੋਈ ਵੀ ਜਾਣੀ ਕਿ ਫਾਈਨਲ ਕਨਕਲੂਜਨ ਕਹਿ ਸਕਦੇ ਆ, ਫਾਈਨਲੀ ਤੁਸੀਂ ਆਪਣੇ ਬਾਰੇ ਕੀ ਕਹਿਣਾ ਚਾਹੁੰਦੇ ਆ? ਅਖੀਰ ਜਾਣੀ ਕਿ ਕੀ ਕਹਿਣਾ ਚਾਹੁੰਦੇ ਆ ਹੁਣ? ਕਿੰਨੀ ਹੁਣ ਅਸੀਂ ਚੰਡੀਗੜ੍ਹ ਚ ਆ ਗਏ ਆ, ਸਾਡੇ ਬੱਚੇ ਗਏ ਹੈ। ਇੱਕ ਬੇਟਾ ਮੇਰਾ ਬੀਟੈਕ ਕੀਤੀ ਹੈ, ਬੇਟੀ ਡਾਕਟਰ ਹੈ, ਇੱਕ ਨੇ MBA ਕੀਤੀ ਹੈ, ਬੱਚੇ ਸੈੱਟ ਹੈ। ਅਸੀਂ ਵੀ ਇੱਥੇ ਹੁਣ ਮੀਆਂ ਬੀਬੀ ਦੋਨੋਂ ਆਰਾਮ ਨਾਲ ਰਹਿੰਦੇ ਆ, ਅੱਛੀ ਲਾਈਫ ਜੀਂਦੇ ਹੈਗੇ ਆ। ਹਾਂਜੀ ਤੁਹਾਡਾ ਮਤਲਬ ਕਹਿਣ ਦਾ ਜਾਣੀ ਕਿ ਜੋ ਇਹ ਚੰਡੀਗੜ੍ਹ ਬਿਊਟੀਫੁਲ ਸਿਟੀ ਹੈਗੀ ਆ, ਉਸੇ ਤਰ੍ਹਾਂ ਆਪ ਜੀ ਦਾ ਪਰਿਵਾਰ ਵੀ ਹੁਣ ਪੜ੍ਹ ਲਿਖ ਗਿਆ ਤੇ ਉਹ ਵੀ ਹੁਣ ਇੱਕ ਬਹੁਤ ਆਪਣੇ ਬੱਚੇ ਤਿੰਨੋਂ ਸੈੱਟ ਹੈਗੇ ਆ। ਅਸੀਂ ਆਪਣਾ ਦੋਨੋਂ, ਇਹ ਵੀ ਜੌਬ ਕਰਦੇ ਆ, ਮੈਂ ਵੀ ਆਪਣਾ ਅਕੈਡਮੀ ਜਾਂਦੇ ਆ, ਆਪਣਾ ਕੀਰਤਨ ਵਗੈਰਾ ਕਰੀਦਾ, ਆਪਣੀ ਲਾਈਫ ਨੂੰ ਇੰਜੋਏ ਕਰਦੇ ਆ। ਦੈਟਸ ਵੈਰੀ ਗੁੱਡ। ਕਰਕੇ ਸਾਸੰਗ ਜੀ ਦਾ ਇੱਕ ਹੀ ਮਤਲਬ, ਅਗਰ ਆਪਾਂ ਆਪਣੇ ਬੱਚਿਆਂ ਨੂੰ ਪੜ੍ਹਾ ਲਈਏ ਤੇ ਉਹਨਾਂ ਨੂੰ ਵਧੀਆ ਵਿਜ਼ਡਮ ਦੇਈਏ, ਨੌਲੇਜ ਦੇਈਏ, ਤੇ ਸਾਡਾ ਜਿਹੜਾ ਪਰਿਵਾਰ ਆ ਇੱਕ ਸਵਰਗ ਵਰਗਾ ਹੋ ਜਾਂਦਾ ਹੈਗਾ। ਤੇ ਫਾਈਨਲੀ ਅਸੀਂ ਮਨਵੀਰ ਭੈਣ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਥੋੜ੍ਹਾ ਜਿਹਾ ਚੰਡੀਗੜ੍ਹ ਬਾਰੇ? ਚੰਡੀਗੜ੍ਹ ਸਭ ਤੋਂ ਪਹਿਲੀ ਗੱਲ ਤਾਂ ਵੈਰੀ ਵੈਰੀ ਬਿਊਟੀਫੁਲ ਸਿਟੀ। ਔਰ ਤੁਸੀਂ ਕਹਿ ਰਹੇ ਆ ਬਿਊਟੀਫੁਲ ਸਿਟੀ, ਅੱਜ ਕੱਲ੍ਹ ਤਾਂ ਮੈਨੂੰ ਲੱਗਦਾ ਥੋੜਾ ਪੋਲੂਟਡ ਵੀ ਹੋ ਗਈ ਹੈ। ਨਹੀਂ, ਉਹ ਦੇਖੋ ਸੋਚ ਹੈ ਹਰ ਇੱਕ ਦੀ ਆਪਣੀ ਸੋਚ ਹੈ। ਅਸੀਂ ਤਾਂ ਖੁਸ਼ ਹੁੰਦੇ ਆ ਦੇਖ ਕੇ, ਔਰ ਖੁਸ਼ ਹਾਂ ਕਿ ਅਸੀਂ ਚੰਡੀਗੜ੍ਹ ਵਿੱਚ ਰਹਿ ਰਹੇ ਹਾਂ। ਮੈਂ ਵੀ ਔਰ ਮੇਰੇ ਬੱਚੇ ਵੀ, ਅਸੀਂ ਬਹੁਤ ਖੁਸ਼ ਹਾਂ, ਮੇਰੇ ਹਸਬੈਂਡ, ਸਾਨੂੰ ਬਹੁਤ ਅੱਛਾ ਲੱਗਦਾ ਚੰਡੀਗੜ੍ਹ। ਔਰ ਇਹ ਰਸ਼ ਤਾਂ ਦੇਖੋ ਹਰ ਸ਼ਹਿਰ ਵਿੱਚ ਹੈ, ਇਹ ਨਹੀਂ ਕਹਿ ਸਕਦੇ ਸਿਰਫ ਚੰਡੀਗੜ੍ਹ ਵਿੱਚ ਹੈ, ਹਰ ਸ਼ਹਿਰ। ਪਰ ਇੱਥੇ ਜਾ ਕੇ ਖੁੱਲੀਆਂ ਸੜਕਾਂ, ਫਸਟ ਕਲਾਸ, ਇੰਨੇ ਵਧੀਆ ਮਾਲ ਬਣੇ ਹੈ, ਔਰ ਖੂਬ ਇੰਜੋਏ ਕਰਦੇ ਹਾਂ ਅਸੀਂ ਚੰਡੀਗੜ੍ਹ। ਮਾਲ ਜੋ ਬਣੇ ਆ ਇਹਦੇ ਵਿੱਚ ਇਹਦਾ ਮਤਲਬ ਸਪੈਂਡਿੰਗ ਵੀ ਬਹੁਤ ਕਰਦੇ ਹੋਣੇ ਆ। ਨਹੀਂ ਉਹ ਤਾਂ ਹੈ ਹੀ ਹੈ, ਪਰ ਖੁਸ਼ ਹਾਂ ਅਸੀਂ ਚੰਡੀਗੜ੍ਹ ਵਿੱਚ ਰਹਿ ਕੇ, ਬਹੁਤ ਖੁਸ਼ ਹਾਂ।
ਗੀਤਾ ਭੈਣ ਜੀ ਆਪ ਜੀ ਵੱਲ ਆਉਂਦੇ ਆ ਫਾਈਨਲੀ, ਤੁਸੀਂ ਕੀ ਕਹਿਣਾ ਚਾਹੁੰਦੇ ਚੰਡੀਗੜ੍ਹ ਦੇ ਬਾਰੇ? ਚੰਡੀਗੜ੍ਹ ਤਾਂ ਜੀ ਸਵਰਗ ਹੈ ਬਿਲਕੁਲ ਹੀ। ਹੁਣ ਇੰਜ ਲੱਗਦਾ ਕਿ ਅਸੀਂ ਕਿਧਰੇ ਵੀ ਜਾ ਕੇ ਰਹਿ ਨਹੀਂ ਸਕਦੇ। ਸਵਰਗ ਤੇ ਆਪੇ ਕਹਿ ਰਹੇ, ਕਿਉਂਕਿ ਪਹਿਲਾਂ ਤੁਸੀਂ ਇਸ ਤਰ੍ਹਾਂ ਕਹਿੰਦੇ ਸੀ ਦਰਖਤਾਂ ਤੇ ਵੀ ਸੋਨਾ ਹੀ ਆ। ਉਹ ਤੇ ਜਿਹੜੇ ਸੋਹਣੇ ਸੋਹਣੇ ਅੰਬ ਲਟਕੇ ਹੁੰਦੇ ਸੀ, ਇਹਨਾਂ ਨੂੰ ਦੇਖ ਕੇ ਇੰਜ ਲੱਗਦਾ ਸੀ ਵੀ ਇਹ ਤਾਂ ਬੜਾ ਹੀ ਸਵਰਗ ਵਰਗਾ ਚੰਡੀਗੜ੍ਹ ਹੈ, ਅਸੀਂ ਵੀ ਕਦ ਆ ਕੇ ਇੱਥੇ ਚੰਡੀਗੜ੍ਹ ਰਹਾਂਗੇ। ਹੁਣ ਤੇ ਇੰਨਾ ਅੱਛਾ ਲੱਗਦਾ ਨਾ ਵੀ ਚਾਹੇ ਪੋਲਿਊਸ਼ਨ ਹੋ ਗਈ ਹੈ, ਥੋੜਾ ਗੱਡੀਆਂ ਜ਼ਿਆਦਾ ਹੋ ਗਿਆ, ਰਸ਼ ਹੋ ਗਿਆ, ਪਰ ਚੰਡੀਗੜ੍ਹ ਦਾ ਮੁਕਾਬਲਾ ਨਹੀਂ ਹੈ। ਚੰਡੀਗੜ੍ਹ ਹੀ ਹੈ। ਪਰ ਤੁਹਾਡੇ ਜਿਹੜੇ ਬੱਚੇ ਹਨ ਉਹ ਹੋਰ ਮੁਲਕਾਂ ਦੇ ਵਿੱਚ ਸੈਟਲ ਹੋਏ, ਕੀ ਉਹਨਾਂ ਨੂੰ ਚੰਡੀਗੜ੍ਹ ਫਿਰ ਅੱਛਾ ਨਹੀਂ ਲੱਗਾ? ਨਹੀਂ, ਐਸੀ ਗੱਲ ਨਹੀਂ ਹੈ। ਉਹ ਹੁਣ ਮੈਟਰੋ 'ਚ ਚਲੇ ਗਏ ਸ਼ਹਿਰਾਂ ਵਿੱਚ, ਤੇ ਉਹਨਾਂ ਨੂੰ ਲੱਗਦਾ ਹੈ ਕਿ ਚੰਡੀਗੜ੍ਹ ਥੋੜਾ ਸਲੋ ਸਿਟੀ ਹੋ ਗਿਆ, ਤੇ ਉਹਨਾਂ ਨੂੰ ਲੱਗਦਾ ਵੀ ਇੱਥੇ ਦੇ ਲੋਕੀ ਬੜਾ ਇੰਜੋਏ ਕਰਦੇ ਆ, ਸ਼ਾਂਤ ਰਹਿੰਦੇ ਆ। ਸਾਡੀ ਤੇ ਉੱਥੇ ਦੀ ਲਾਈਫ ਬੜੀ ਨਾ ਭੱਜ ਦੌੜ ਵਾਲੀ ਹੁੰਦੀ ਹੈ, ਇੰਨਾ ਟ੍ਰੈਫਿਕ ਹੈ ਕਿ ਦੋ ਹੁਣ ਮੇਰਾ ਬੇਟਾ ਇੱਕ ਬੈਂਗਲੋਰ ਰਹਿੰਦਾ ਹੈ, ਤੇ ਉਹਨੂੰ 2-2 ਘੰਟੇ ਤੱਕ ਘਰ ਪਹੁੰਚਣ 'ਚ ਲੱਗ ਜਾਂਦੇ ਆ। ਤੇ ਵੀ ਮਤਲਬ ਸਾਡੇ ਚੰਡੀਗੜ੍ਹ ਵਿੱਚ ਟ੍ਰੈਫਿਕ ਹੋਣ ਦੇ ਬਾਵਜੂਦ ਵੀ ਇੰਨਾ ਟਾਈਮ ਨਹੀਂ ਲੱਗਦਾ ਕਿ ਇੱਥੇ ਦੀ ਸ਼ਾਂਤ ਹੈ, ਲਾਈਫ ਵੀ ਸਾਫ ਸੁਥਰਾ। ਕਿਉਂਕਿ ਬੈਂਗਲੋਰ ਜੋ ਸਿਟੀ ਹੈਗੀ ਉਹ ਤਾਂ ਇੱਕ ਟੈਕਨੀਕਲ ਸਿਟੀ ਹੈਗੀ, ਜਿੱਥੇ ਕੰਪਿਊਟਰ ਵੈਸੇ ਬਹੁਤ ਉੱਥੇ ਦੇ ਲੋਕ ਜਿੱਦਾਂ ਮੰਨਿਆ ਹੈਗਾ ਪੜ੍ਹਿਓ ਲਿਖਿਓ ਹਨ, ਅਤੇ ਉਹ ਫੈਮਿਲੀ ਦੇ ਵਿੱਚ ਕਾਫੀ ਪੜ੍ਹਿਓ, ਅਤੇ ਉੱਥੇ ਦੀ ਬਾਹਰਲਿਆਂ ਮੁਲਕਾਂ ਦੇ ਵਿੱਚ ਡਿਮਾਂਡ ਵੀ ਹੈਗੀ ਆ, ਕਿਉਂਕਿ ਕੰਪਿਊਟਰਾਈਜ਼ ਉਹ ਮੈਥਮੈਟਿਕਲੀ ਬਹੁਤ ਇੰਟੈਲੀਜੈਂਟ ਉੱਥੇ ਦੇ ਹੈਗੇ ਆ। ਕੀ ਤੁਹਾਡਾ ਖਿਆਲ ਇਸ ਤਰ੍ਹਾਂ ਆਪ ਜੀ ਦੇ ਬੱਚੇ ਦੱਸਦੇ ਹੋਏਗੇ ਆਪ ਨੂੰ ਇਸ ਤਰ੍ਹਾਂ ਹੀ ਹੈਗਾ, ਚਾਹੇ ਸੁਣਾਈ ਦੇ ਵਿੱਚ ਹੀ ਆਉਂਦਾ? ਨਹੀਂ, ਬਹੁਤ ਅੱਛਾ ਸ਼ਹਿਰ ਹੈ। ਉੱਥੇ ਦੇ ਬੱਚੇ ਵੀ ਬੜੇ ਇੰਟੈਲੀਜੈਂਟ ਹੈ, ਖਾਸ ਤੌਰ ਤੇ ਜਿਹੜੇ ਅੱਛੇ ਡਾਕਟਰਸ ਹੈ ਕੁਛ ਹੈ, ਉਹ ਬੈਂਗਲੋਰ ਸਾਈਡ ਤੋਂ ਹੀ ਆਉਂਦੇ ਹੈ। ਹੁਣ ਵੀ ਬੱਚਿਆਂ ਨੂੰ ਤਾਂ ਦੀ ਲੱਗਦਾ ਕਿ ਹੁਣ ਚੰਡੀਗੜ੍ਹ 'ਚ ਕੁਛ ਨਹੀਂ ਰੱਖਿਆ, ਕਿਉਂਕਿ ਚੰਡੀਗੜ੍ਹ ਹੀ ਸਾਨੂੰ ਉਨੀਆਂ ਸੈਲਰੀ ਨਹੀਂ ਮਿਲਣੀਆਂ, ਉਨੀ ਫੈਸਿਲਿਟੀਜ਼ ਨਹੀਂ ਹੈ, ਪਰ ਫਿਰ ਵੀ ਰਹਿਣ ਦੇ ਹਿਸਾਬ ਨਾਲ ਚੰਡੀਗੜ੍ਹ ਦਾ ਮੁਕਾਬਲਾ ਨਹੀਂ। ਹੁਣ ਅੱਜ ਹੀ ਮੇਰਾ ਬੇਟਾ ਗਿਆ, ਉਹ ਕਹਿੰਦਾ ਮੈਂ 15 ਦਿਨ ਬਿਤਾਏ ਆ ਤਾਂ ਮੈਨੂੰ ਬੜੀ ਸ਼ਾਂਤੀ ਮਿਲੀ ਹੈ, ਬੈਂਗਲੋਰ 'ਚ ਉਹ ਸਾਨੂੰ ਸ਼ਾਂਤੀ ਨਹੀਂ ਮਿਲਦੀ। ਇਹ ਬਹੁਤ ਵਧੀਆ ਗੱਲ ਤੁਸੀਂ ਕੀਤੀ ਹੈਗੀ ਆ, ਕਿਉਂਕਿ ਜਿਸ ਵੇਲੇ ਅਸੀਂ UK 'ਚ ਰਹਿੰਦੇ ਹਾਂ, ਸਾਨੂੰ ਉੱਥੇ ਲਾਈਫ ਜਿਹੜੀ ਆ ਬਹੁਤ ਫਾਸਟ ਲੱਗਦੀ ਆ, ਅਤੇ ਅਸੀਂ ਇੰਡੀਆ ਨੂੰ ਆਈ ਦਾ ਹੀ ਇਸ ਕਰਕੇ ਰਿਲੈਕਸ ਕਰਨ ਵਾਸਤੇ ਆ। ਹਾਂਜੀ ਪ੍ਰਧਾਨ ਜੀ, ਤੁਸੀਂ ਫਾਈਨਲੀ ਅਖੀਰ ਕੀ ਕਹਿਣਾ ਚਾਹੁੰਦੇ ਆ? ਮੈਂ ਤੇ ਸਭ ਤੋਂ ਪਹਿਲਾਂ ਇਹੀ ਕਹਾਂਗੀ, ਮਹਾਰਾਜ ਸੱਚੇ ਪਾਤਸ਼ਾਹ, ਚਾਹੇ ਚੰਡੀਗੜ੍ਹ ਹੋਵੇ, ਚਾਹੇ ਦੇਸ਼ ਪ੍ਰਦੇਸ਼ ਹੋਵੇ, ਚਾਹੇ ਕੋਈ ਪਿੰਡ 'ਚ ਹੋਵੇ, ਪਹਿਲਾਂ ਤਾਂ ਮਾਹੌਲ ਘਰ ਦਾ ਬਿਲਕੁਲ ਖੁਸ਼ੀ ਦਾ ਹੋਣਾ ਚਾਹੀਦਾ ਹੈ। ਜਿਹੜਾ ਪਿੰਡ ਵਿੱਚ ਵੀ ਅੱਜ ਕੱਲ੍ਹ ਪਿੰਡ ਵੀ ਚੰਡੀਗੜ੍ਹ ਤੋਂ ਉੱਤੇ ਘਰ ਬਾਹਰ ਪੜ੍ਹੀਆਂ ਲਿਖੀਆਂ ਫੈਮਲੀਆਂ ਨੇ ਅੱਗੇ, ਅਤੇ ਘਰ ਦਾ ਮਾਹੌਲ ਦੇ ਨਾਲ ਜਿਹਦੀ ਖੁਸ਼ੀ ਹੈ, ਹਰ ਕਿਸੇ ਦੀ ਸ਼ਾਂਤੀ ਹੈ ਮਨ ਨੂੰ, ਉਹਦਾ ਚੰਡੀਗੜ੍ਹ ਹੀ, ਉਹ ਪਿੰਡ 'ਚ ਵੀ ਚੰਡੀਗੜ੍ਹ ਹੈ। ਜਿਹੜਾ ਚੰਡੀਗੜ੍ਹ 'ਚ ਰਹਿ ਕੇ ਵੀ ਅਤੇ ਕਈ ਤਰ੍ਹਾਂ ਦੀਆਂ ਉਹਨਾਂ ਨੂੰ ਘਟਣੀਆਂ ਆਉਂਦੀਆਂ ਨੇ, ਅਤੇ ਉਹ ਵਿਚਾਰਾ ਜਿੱਥੇ ਮਰਜ਼ੀ ਰਹੇ ਉਹਦੀ ਘਟਨਾ ਤੇ ਪਿੰਡ ਤੋਂ ਵੀ ਗਰੀਬਗਵਾਜੀ ਹੈ। ਇੱਥੇ ਇੰਨਾ ਮਹਿੰਗਾ ਸ਼ਹਿਰ ਹੈ, ਘਰ ਲੋਕਾਂ ਦੇ ਆਪਣੇ ਨੇ, ਸਾਡੇ ਲੋਕਾਂ ਸਾਰਿਆਂ ਦੇ ਨੇ, ਫਿਰ ਵੀ ਅਸੀਂ ਕਈ ਤਰ੍ਹਾਂ ਤੋਂ ਆਉਂਦੇ ਹਾਂ ਵੀ ਪਿੰਡ 'ਚ ਜਾਈਏ ਤਾਂ ਖੁਸ਼ੀ ਤਾਂ ਬੜੀ ਮਿਲਦੀ ਹੈ, ਦੁੱਧ ਪੀਣ ਨੂੰ, ਸਬਜ਼ੀਆਂ ਹਰੀਆਂ ਗੰਨੇ ਖਾਣ ਪੀਣ ਨੂੰ, ਚੁੱਪਣ ਨੂੰ, ਖੇਤਾਂ 'ਚ ਜਾਈਦਾ। ਪਰ ਇੱਕੋ ਹੀ ਇੱਥੇ ਸ਼ਕੀਨੀ ਮਿੱਟੀ ਘੱਟਾ ਨਹੀਂ ਹੈ, ਕੱਪੜੇ ਸੋਹਣੇ ਪਾ ਲਈਦੇ ਨੇ ਅਤੇ ਵਧੀਆ ਫਿਰ ਲਈਦਾ, ਉਹ ਤਾਂ ਮੱਛਰ ਵੜਦੇ ਆ। ਦੇਖੋ ਜੀ, ਆਪਣੇ ਸਾਹਿਬ ਜੀ ਭੈਣ ਜੀ ਨੂੰ ਜੋ ਪੰਜਾਬ ਦੇ ਪਿੰਡਾਂ ਦਾ ਮੱਛਰ ਹੈਗਾ, ਉਹ ਕਹਿ ਰਹੇ ਉਹ ਮੱਛਰ ਖਾਂਦਾ ਕਰਕੇ ਸਾਨੂੰ ਚੰਡੀਗੜ੍ਹ ਹੀ ਪਸੰਦ ਆ, ਜਿੱਥੇ ਮੱਛਰ ਨਹੀਂ ਹੈਗਾ। ਪਰ ਮੱਛਰ ਤੇ ਹੈ, ਕਿਉਂਕਿ ਇੱਥੇ ਤੁਸੀਂ AC ਲਗਾ ਲੈਂਦੇ ਆ, ਪੱਖੇ ਲਗਾ ਲੈਂਦੇ, ਜੋ ਇਸ ਵੇਲੇ ਪਿੰਡਾਂ ਦੇ ਵਿੱਚ ਵੀ ਇਹ ਸਾਰੀ ਫੈਸਿਲਿਟੀ ਹੈਗੀ ਆ ਵੈਸੇ ਤੇ। ਹਾਂਜੀ, ਸਭ ਜਗ੍ਹਾ ਅੱਜ ਕੱਲ੍ਹ ਹਰ ਜਗ੍ਹਾ ਫੈਸਿਲਿਟੀ, ਪਿੰਡਾਂ ਵਿੱਚ ਵੀ ਸਭ ਕੁਝ ਹੈਗਾ। ਪਿੰਡਾਂ ਵਿੱਚ ਵੀ AC ਲੱਗੇ ਹੋਏ ਆ, ਘਰ ਵਧੀਆ ਬਣੇ ਹੋਏ ਆ ਅੱਜ ਕੱਲ੍ਹ। ਨਹੀਂ, ਪਰ ਅਸੀਂ ਲੋਕ ਚੰਡੀਗੜ੍ਹ ਦੇ ਰਹਿਣ ਵਾਲੇ ਸੁਪਨਾ ਵੀ ਨਹੀਂ ਲੈ ਸਕਦੇ। ਅਸੀਂ ਜਾਂ ਮੈਂ ਔਰ ਮੇਰੇ ਹਸਬੈਂਡ ਸੋਚਦੇ ਹਾਂ ਚੰਡੀਗੜ੍ਹ ਹੀ ਰਹਿਣਾ, ਵੀ ਇਹ ਸੋਚਦੇ ਹਾਂ ਕਿਤੇ ਹੋਰ ਜਾ ਕੇ ਰਹਿ ਦਈਏ, ਕਿਸੇ ਹੋਰ, ਨਹੀਂ, ਦਿਲ ਹੀ ਨਹੀਂ ਕਰਦਾ। ਅੱਛਾ ਜੀ, ਆਪ ਜੀ ਦਾ ਦਿਲ ਤੇ ਨਹੀਂ ਕਰਦਾ। ਮੈਂ ਤਾਂ ਇਹ ਕਹਿ ਰਹੀ ਹਾਂ, ਐਸ UK ਦੇ ਵਿੱਚ ਆਪਾਂ ਰਹਿੰਦੇ ਹੈਗੇ ਹਾਂ, ਅਤੇ UK ਸਾਨੂੰ ਉੱਥੇ ਪਸੰਦ ਲੱਗਦਾ ਰਹਿਣਾ, ਪਰ ਅਸੀਂ ਇੰਡੀਆ ਨੂੰ ਇਸ ਕਰਕੇ ਆਈਦਾ ਥੋੜ੍ਹਾ ਰਿਲੈਕਸ ਹੋਣ ਲਈ। ਪਰ ਮੈਨੂੰ ਜੋ ਇੱਥੇ ਦੀ ਕੰਟਰੀ ਸਾਈਡ ਹੈ, ਜੋ ਪਿੰਡ ਆ, ਮੈਨੂੰ ਉਹ ਬਹੁਤ ਵਧੀਆ ਲੱਗਦੇ ਆ, ਇਸ ਕਰਕੇ ਵੀ ਕਿਉਂਕਿ ਇੰਗਲੈਂਡ ਦੇ ਵਿੱਚ ਜੋ ਪਿੰਡ ਦੀ ਵਿਲੇਜ ਲਾਈਫ ਆ, ਉਹ ਇੱਥੇ ਵਰਗੀ ਨਹੀਂ, ਉਹ ਰਿਚ ਲਾਈਫ ਆ। ਇੰਗਲੈਂਡ ਦੇ ਵਿੱਚ ਜੋ
ਪਿੰਡਾਂ 'ਚ ਰਹਿੰਦੇ ਆ ਉਹ ਅਮੀਰ ਲੋਕ ਰਹਿੰਦੇ ਆ, ਜੋ ਸਿਟੀ ਦੇ ਵਿੱਚ ਰਹਿੰਦੇ ਆ ਉਹ ਵੱਖਰੇ ਵੱਖਰੇ ਸਟੈਂਡਰਡ ਦੇ, ਵੱਖਰਾ ਵੱਖਰਾ ਉਹਨਾਂ ਦਾ ਬੈਕਗਰਾਊਂਡ ਹੁੰਦਾ, ਵੱਖਰੇ ਏਰੀਆ ਹੁੰਦੇ ਆ, ਉਸ ਹਿਸਾਬ ਨਾਲ ਅਮੀਰ ਗਰੀਬ ਆਪਣੇ ਆਪਣੇ ਏਰੀਆ ਦੇ ਵਿੱਚ ਰਹਿ ਸਕਦੇ, ਕਿਉਂਕਿ ਜੋ ਕਾਸਟ ਆਫ ਲਿਵਿੰਗ ਉੱਥੇ ਹੁੰਦੀ ਆ, ਜਿਹੜਾ ਸਟੈਂਡਰਡ ਏਰੀਆ ਹੁੰਦਾ ਉੱਥੇ ਹਾਈ ਹੁੰਦਾ, ਜਿਸ ਤਰ੍ਹਾਂ ਸਾਨੂੰ ਕਾਊਂਸਲ ਟੈਕਸ ਦੇਣਾ ਪੈਂਦਾ, ਔਰ ਸਕੂਲ ਵਧੀਆ ਕਿਸ ਤਰ੍ਹਾਂ ਦੇ ਹੈਗੇ ਆ। ਜਿੱਥੇ ਥੋੜ੍ਹੇ ਘਟੀਆ ਲੋਕ ਜਿਹੜੇ ਨਹੀਂ ਅਮੀਰ ਔਰ ਕੰਮ ਨਹੀਂ ਕਰ ਸਕਦੇ, ਉਹਨਾਂ ਦਾ ਏਰੀਆ ਵੀ ਉਸ ਤਰ੍ਹਾਂ ਦਾ ਹੁੰਦਾ। ਫਿਰ ਉੱਥੇ ਹਰ ਕੋਈ ਚਾਹੁੰਦਾ ਅਸੀਂ ਵਧੀਆ ਏਰੀਆ ਦੇ ਵਿੱਚ ਰਹੀਏ, ਅਤੇ ਇਸ ਕਰਕੇ ਇੰਗਲੈਂਡ ਦੇ ਵਿੱਚ ਵੱਖਰੇ ਏਰੀਆ ਦਾ ਫਰਕ ਹੈਗਾ, ਜਿਸ ਤਰ੍ਹਾਂ ਆਪ ਜੀ ਨੂੰ ਵੱਖਰੇ ਪਿੰਡਾਂ ਦਾ ਫਰਕ ਹੈਗਾ, ਵੱਖਰੀਆਂ ਸਿਟੀਜ਼ ਦਾ ਫਰਕ ਹੈਗਾ, ਵੱਖਰੇ ਵੱਖਰੇ ਜੋ ਚੰਡੀਗੜ੍ਹ ਤੁਸੀਂ ਕੰਪੇਅਰ ਕਰਦੇ ਹਾਂ, ਇੱਕ ਇਜ਼ ਨੋਨ ਐਜ਼ ਏ ਬਿਊਟੀਫੁਲ ਸਿਟੀ। ਅਤੇ ਇਸ ਤਰ੍ਹਾਂ ਸਾਰਿਆਂ ਨੂੰ ਵੈਲਕਮ ਕਰਦਾ ਚੰਡੀਗੜ੍ਹ ਐਸ ਅ ਬਿਊਟੀਫੁਲ ਸਿਟੀ। ਇੱਥੇ ਸਾਡੇ ਪ੍ਰੋਗਰਾਮ ਦਾ ਹੁਣ ਸਾਧ-ਸੰਗ ਜੀ ਟਾਈਮ ਹੋ ਗਿਆ। ਮੈਂ ਇਹਨਾਂ ਭੈਣਾਂ ਨੂੰ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੀ ਜਿਹਨੇ ਓਪਨਲੀ ਆਪਣੇ ਬਾਰੇ ਗੱਲਬਾਤ ਕੀਤੀ ਹੈਗੀ ਆ, ਅਤੇ ਇੱਥੇ ਅਸੀਂ ਇਹਨਾਂ ਨੂੰ ਹੁਣ ਫਤਿਹ ਵੀ ਪਿਲਾਵਾਂਗੇ। ਮਨਵੀਰ ਭੈਣ ਜੀ ਦਾ ਮੈਂ ਵਾਪਸ ਫਿਰ ਥੈਂਕ ਯੂ ਔਰ ਧੰਨਵਾਦ ਕਰਦੀ ਹਾਂ ਜਿਹਨੇ ਸਾਨੂੰ ਆਪਣੇ ਘਰ ਵੈਲਕਮ ਕੀਤਾ ਹੈ, ਜਿੱਥੇ ਇਹ ਰਿਕਾਰਡਿੰਗ ਅੱਜ ਦੀ ਹੋ ਰਹੀ ਆ। ਇੱਥੇ ਆਓ ਜੀ ਹੁਣ ਆਪਾਂ ਸਭ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।